तू मुझे नवाजे तेरा कर्म है वरना तेरी रहमतों का बदला मेरी बंदगी नहीं। सत श्री अकाल, सलाम, नमस्ते और वेरी वेरी गुड मॉर्निंग और गुड आफ्टरनून जिथे भी तुसी काशी टीवी देख रहे हो। मेरे बलबीर कौर वालों हैथ शो विच तुहाडा निੱਘਾ ਜਿਹਾ स्वागत है। ਅੱਜ ਸਾਡੇ ਨਾਲ खास मेहमान आए ने टू गिव अस इन्फॉर्मेशन ऑन रिलेशनशिप, जो कि असी देख रहे हैं कि अजकल रिलेशनशिप ते काफ़ी जोर पाया जा रहा है। रिलेशनशिप है कि ਇਹਦੇ ਬਾਰੇ ਵੀ ਜਾਣਾਂਗੇ। ਸੋ ਮੇਰਾ ਸਾਥ ਦੇਣਗੇ ਅੱਜ ਮਨਿੰਦਾ, ਜਿਹਨੂੰ ਮੈਨੀ ਵੀ ਕਹਿ ਸਕਦੇ ਹਾਂ, ਮੈਨੀ ਬੈਂਸ, ਐਂਡ ਇਹਨਾਂ ਨੇ ਕਾफ़ी डिफरेंट क्वालिफिकेशन हासिल की है पैंडैमिक के टाइम दे विच आई कैन से, जबकि है काफ़ी हार्ड दौर के विचों भी गुजर रहे सी। सो इंट्रोड्यूस करांगे काशी टीवी ते मैनी बेंस नू, जो कि है रिलेशनशिप कोच भी ते नाल एडवाइस भी देंदे ने सानू मैच मेकिंग दी। सो वेलकम टू काशी टीवी। Hello, Sat Shri Akal everyone. Yeah, nice to be here actually. Thank you for inviting me. We've seen you before, you know, my first show was with you, if you remember. पहला शो ਜਿਹੜਾ ਮੈਂ ਕੀਤਾ ਸੀ ਮੈਨੀ ਦੇ ਨਾਲ ਕੀਤਾ ਸੀਗਾ, ਉਦੋਂ ਅਸੀਂ ਪਰਸਨਲ ਕੋਚਿੰਗ ਦੇ ਬਾਰੇ ਗੱਲ ਕੀਤੀ ਸੀ, ਤੇ ਅੱਜ ਰਿਲੇਸ਼ਨਸ਼ਿਪ ਟੋਟਲੀ ਡਿਫਰੈਂਟ ਸਬਜੈਕਟ ਬਟ ਇਟਸ ਰਿਲੇਟਡ ਟੁਗੇਦਰ, ਇਜ਼ਨਟ ਇਟ ਮੈਨੀ? ਹਾਂਜੀ, ਪਹਿਲਾਂ ਤੁਸੀਂ ਆਪਣਾ ਕੱਪ ਭਰੋਗੇ ਤਾਂ ਫਿਰ ਹੀ ਤੁਸੀਂ ਕਿਸੇ ਦੇ ਨਾਲ ਤੁਸੀਂ ਲਾਈਕ ਜਦੋਂ ਤੁਹਾਡਾ ਓਵਰਫਲੋ ਹੋਊਗਾ ਕੱਪ, ਫਿਰ ਹੀ ਤੁਹਾਡਾ ਕਿਸੇ ਨਾਲ ਪਿਆਰ ਦਾ ਰਿਸ਼ਤਾ ਬਣ ਸਕਦਾ ਆ। ਸੋ ਦੈਟਸ ਵਾਟ ਆਈ ਐਮ। ਸੋ ਪਿਆਰ ਵਧਾ ਰਹੇ ਹੋ ਤੁਸੀਂ ਅੱਜ? ਹਾਂਜੀ, ਪਹਿਲਾਂ ਆਪਣੇ ਨਾਲ ਪਿਆਰ ਕਰਨਾ ਸਿੱਖੋ, ਫਿਰ ਬਾਅਦ ਵਿੱਚ ਆਪਣੇ ਆਪ ਡੁੱਲੇਗਾ ਤੇ ਫਿਰ ਤੁਹਾਨੂੰ ਬਾਹਰੋਂ ਵੀ ਮਿਲੇਗਾ। ਸੋ ਸੈਲਫ ਲਵ ਇਜ਼ ਵੈਰੀ ਵੈਰੀ ਇੰਪੋਰਟੈਂਟ, ਜਿੱਦਾਂ ਕਿ ਮੈਨੇ ਮੈਂਸ਼ਨ ਕਰ ਰਹੀ ਹੈ। ਸੋ ਮੈਨੂੰ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਤੁਸੀਂ ਪਹਿਲੇ ਪਰਸਨਲ ਕੋਚ ਸੀਗੇ ਤੇ ਉਸ ਤੋਂ ਬਾਅਦ ਰਿਲੇਸ਼ਨਸ਼ਿਪ ਕੋਚਿੰਗ ਤੁਸੀਂ ਸਟਾਰਟ ਕੀਤੀ ਰੀਸੈਂਟਲੀ, ਤੇ ਇਹ ਕਿਸ ਤਰੀਕੇ ਦੇ ਨਾਲ ਚੇਂਜਸ ਹੋਇਆ? ਵਾਟ ਮੇਡ ਯੂ ਡੂ that? Personal coaching is like just a simple topic. ਤੁਸੀਂ ਕਿਸੇ ਨੇ ਆਪਣਾ ਕੌਨਫੀਡੈਂਸ ਵਧਾਉਣਾ ਆ ਜਾਂ ਸੈਲਫ ਸਟੀਮ ਵਧਾਉਣਾ ਆ ਤਾਂ ਤੁਸੀਂ ਉਹਨਾਂ ਦੀ ਹੈਲਪ ਕਰੋਗੇ। ਪਰ ਫਿਰ ਮੇਰੀ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਐਂਡ ਦੈਨ ਦੁਨੀਆ ਦੇ ਵਿੱਚ ਜੋ ਵੀ ਅੱਜ ਕੱਲ੍ਹ ਹੋ ਰਿਹਾ ਰਿਲੇਸ਼ਨਸ਼ਿਪ ਇਸ਼ੂ ਆ ਰਹੇ ਆ, ਤੇ ਫਿਰ ਮੈਂ ਡਿਸਾਈਡ ਕੀਤਾ ਕਿ ਨਹੀਂ, ਮੈਂ ਪਰਸਨਲ ਦੇ ਨਾਲ ਮੈਂ ਰਿਲੇਸ਼ਨਸ਼ਿਪ ਨੂੰ ਵੀ ਪ੍ਰਮੋਟ ਕਰੂੰਗੀ, ਕਿਉਂਕਿ ਰਿਲੇਸ਼ਨਸ਼ਿਪ ਲਾਈਕ ਇੱਕ ਰਿਸ਼ਤਾ ਨਾਤਾ ਜਿਹੜਾ ਇਹ ਬਹੁਤ ਹੀ ਵਧੀਆ ਚੀਜ਼ ਆ ਤੇ ਸਾਨੂੰ ਇਹਨੂੰ ਸਮਝਣ ਦੀ ਲੋੜ ਹੈਗੀ ਆ। ਸੋ ਮੈਨੂੰ ਲੱਗਦਾ ਕਿ ਆਪਾਂ ਥੋੜ੍ਹਾ ਜਿਹਾ ਗਵਾਚ ਰਹੇ ਆ ਇਸ ਪਾਸੇ ਤੋਂ ਕਿ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਰਾਈਟ ਟਾਈਮ ਨਾਲ ਤੇ ਰਾਈਟ ਲਾਈਨ ਦੇ ਵਿੱਚ ਚੱਲਦੀ ਨਹੀਂ ਪਈ ਹੈਗੀ। ਇਸ ਕਰਕੇ ਮੈਂ ਇਹ ਟੌਪਿਕ ਨੂੰ ਸੋਚਿਆ ਕਿ ਮੈਂ ਇਹਨੂੰ ਥੋੜ੍ਹਾ ਹੋਰ ਇਨਲਾਈਟਨ ਕਰੂੰਗੀ ਤੇ ਅੱਗੇ ਲੈ ਕੇ ਆਉਂਗੀ। ਸੋ ਰਿਸ਼ਤੇ, ਜਿੱਦਾਂ ਅਸੀਂ ਗੱਲ ਕਰਦੇ ਕਿ ਰਿਸ਼ਤੇ, ਮੈਚ ਮੇਕਿੰਗ ਐਂਡ ਰਿਲੇਸ਼ਨਸ਼ਿਪ, ਰਿਸ਼ਤੇ ਸਾਡੀ ਫੈਮਲੀਜ਼ ਕਹਿ ਲਓ, ਏਸ਼ੀਅਨ ਫੈਮਲੀ ਦੇ ਵਿੱਚ ਰਿਸ਼ਤਿਆਂ ਦੀ ਬਹੁਤ ਮਹਾਨਤਾ ਮੰਨੀ ਜਾਂਦੀ ਹੈ। ਐਂਡ ਜਦੋਂ ਅਸੀਂ ਇੱਕ ਰਿਲੇਸ਼ਨਸ਼ਿਪ ਦੇ ਬਾਰੇ ਗੱਲ ਕਰਦੇ ਹਾਂ, ਰਿਲੇਸ਼ਨਸ਼ਿਪ ਦੇ ਵਿੱਚ ਕੀ ਆਉਂਦਾ ਹੈਗਾ ਮਨਿੰਦਾ? ਸੋ ਬੇਸਿਕਲੀ ਮੈਂ ਤਾਂ ਕਾਫੀ ਡੂੰਘੀ ਤਰ੍ਹਾਂ ਦੇ ਨਾਲ ਦੇਖਦੀ ਹਾਂ। ਮੈਂ ਸੋਚਦੀ ਹਾਂ ਕਿ ਅਸੀਂ ਆਤਮਿਕ ਲੈਵਲ 'ਤੇ ਇੱਥੇ ਆਏ ਹੋਏ ਆ, ਪਰ ਸਾਨੂੰ ਕੁਦਰਤ ਨੇ ਇੱਕ ਹਿਊਮਨ ਬੋਡੀ ਦਿੱਤੀ ਹੋਈ ਆ ਕਿ ਅਸੀਂ ਐਕਸਪੀਰੀਅੰਸ ਕਰੀਏ। ਸੋ ਅਸੀਂ ਕਿੰਨਾ ਦੇ ਘਰ ਪੈਦਾ ਹੁੰਦੇ ਆ, ਸਾਡੀ ਆਤਮਾ ਡਿਸਾਈਡ ਕਰਦੀ ਆ, ਕਿਹੜੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਆ, ਸਾਡੀ ਆਤਮਾ ਡਿਸਾਈਡ ਕਰਦੀ ਆ। ਸੋ ਮੇਰੇ ਖਿਆਲ ਦੇ ਵਿੱਚ ਰਿਸ਼ਤਾ ਜਿਹੜਾ ਉਹ ਆਤਮਿਕ ਤੌਰ 'ਤੇ ਬਣਿਆ ਹੁੰਦਾ ਆ, ਪਰ ਆਪਾਂ ਕਨਫਿਊਜ਼ ਹੋ ਗਏ ਆ ਮਾਈਂਡ ਦੇ ਲੈਵਲ 'ਤੇ ਇਸ ਲਈ ਆਪਾਂ ਇਸ ਜਿਹੜੀ ਬਹੁਤ ਪਿਆਰੀ ਇੱਕ ਯੂਨੀਅਨ ਬਣਾਈ ਆ ਕੁਦਰਤ ਨੇ, ਆਪਾਂ ਉਹਦੇ ਤੋਂ ਗਵਾਚ ਰਹੇ ਆ। ਸੋ ਇਟਸ ਲਾਈਕ ਅ ਸਪਿਰਿਚੁਅਲ ਲੈਵਲ ਆਫ ਕਨੈਕਸ਼ਨ। ਸੋ ਤੁਹਾਨੂੰ ਲੱਗਦਾ ਕਿ ਜਿਹੜੀ ਇੱਕ ਰੂਹ ਜਿਹੜੀ ਆ ਉਹਦਾ ਰਿਸ਼ਤਾ ਹੁੰਦਾ ਹੈਗਾ, ਤੇ ਮੁੜ ਕੇ ਅਸੀਂ ਚੂਜ਼ ਕਰਦੇ ਆ ਸਾਡੀ ਫੈਮਿਲੀ ਕਿਹੜੀ ਹੋਣੀ ਆ ਜਾਂ ਜਿਹੜੇ ਰਿਸ਼ਤੇਦਾਰ ਸਾਡੇ ਹੋਣੇ ਆ ਉਹ ਅਸੀਂ ਆਪ ਚੂਜ਼ ਕਰਦੇ ਆ, ਤੇ ਉਹਦੇ ਆਧਾਰ 'ਤੇ ਤੁਸੀਂ ਰਿਲੇਸ਼ਨਸ਼ਿਪ ਜਿਹੜਾ ਹੈਗਾ ਮੈਚ ਮੇਕਿੰਗ ਵੀ ਕਰਦੇ ਹੋ ਤੇ ਰਿਲੇਸ਼ਨਸ਼ਿਪ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਹੋ ਆਪਣੇ ਵੱਲੋਂ, ਜੋ ਤੁਹਾਨੂੰ ਲੱਗਦਾ ਹੈ ਵੀ ਦੈਟਸ ਅ ਸੋਲ ਮੈਚ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਸੋਲ ਮੈਚ ਇਹਦੇ ਨਾਲ ਹੋ ਸਕਦੀ ਹੈ, ਜੋ ਕਿ ਕਾਫੀ ਡਿਫਰੈਂਟ ਤਰੀਕਾ ਹੈਗਾ। ਮੈਂ ਨਹੀਂ ਕਿ ਕਈ ਜਿਹੜੇ ਅਸੀਂ ਦੇਖਿਆ ਕਿ ਦੇ ਸੀ ਚਾਰਟ, ਜਿਹਨੂੰ ਅਸੀਂ ਰਾਸ਼ੀ ਕਹਿੰਦੇ ਆ, ਜਾਂ ਇਸ ਤਰੀਕੇ ਦੇ ਨਾਲ ਵੀ ਆਈਵ ਸੀਨ ਸਮ ਪੀਪਲ ਡੂਇੰਗ ਮੈਚ ਮੇਕਿੰਗ, ਤੇ ਕਈ ਨਾਮ ਅੱਖਰ ਵਗੈਰਾ ਹੋਰ। ਪਰ ਸੋਲ ਜਿਹੜੀ ਹੈਗੀ ਹੈ ਆਪਣੀ, ਮੈਂ ਫਸਟ ਟਾਈਮ ਤੁਹਾਡੇ ਕੋਲੋਂ ਸੁਣਿਆ ਵੀ ਸੋਲ ਦੇ ਨਾਲ ਮੈਚ ਕਰਕੇ ਉਹਦੇ ਆਧਾਰ 'ਤੇ ਤੁਸੀਂ ਰਿਲੇਸ਼ਨਸ਼ਿਪ ਜਿਹੜੀ ਬਣਾਉਂਦੇ ਹੈਗੇ ਹੋ, ਤੇ ਹਾਊ ਸਕਸੈਸਫੁਲ ਯੂ ਬੀਨ ਸੋ ਫਾਰ? ਇਟਸ ਵੈਰੀ ਇੰਟਰਸਟਿੰਗ। ਸੋ ਜਦੋਂ ਮੈਂ ਕਿਸੇ ਨੂੰ ਵੀ ਦੱਸਦੀ, ਹੁਣ ਮੇਰੇ ਕੋਲ ਕੋਈ ਵੀ ਆਉਂਦਾ ਆ ਰਿਲੇਸ਼ਨਸ਼ਿਪ ਇਸ਼ੂ ਲੈ ਕੇ, ਸੋ ਸਮ ਜਿਹੜੇ ਮੇਰੇ ਕਲਾਇੰਟਸ ਹੈਗੇ ਉਹਨਾਂ ਦੀਆਂ ਕਾਫੀ ਰਿਲੇਸ਼ਨਸ਼ਿਪ ਜਿਹੜੀ ਆ ਉਹ ਬੈਡ ਰਹਿ ਚੁੱਕੀ ਆ, ਐਂਡ ਉਹ ਰਿਲੇਸ਼ਨਸ਼ਿਪ ਤੋਂ ਛੱਡ ਕੇ ਅੱਗੇ ਵਧਣਾ ਚਾਹੁੰਦੇ ਆ, ਤੇ ਸਮ ਜਿਹੜੇ ਆ ਉਹ ਰਿਲੇਸ਼ਨਸ਼ਿਪ ਨੂੰ ਇੰਪਰੂਵ ਕਰਨਾ ਚਾਹੁੰਦੇ ਆ।
ਸੋ ਮੈਂ ਉਹਨਾਂ ਨੂੰ ਟੈਕਨੀਕਸ ਦੱਸਦੀ ਹਾਂ ਕਿ ਉਹਨਾਂ ਨੇ ਆਪਣੇ ਆਤਮਾ ਦੇ ਨਾਲ ਕਿੱਦਾਂ ਜੁੜਨਾ ਆ, ਆਪਣੀ ਆਤਮਾ ਦੇ ਨਾਲ ਕਿੱਦਾਂ ਕਨੈਕਸ਼ਨ ਜੋੜ ਕੇ ਤਾਂ ਉਹਨਾਂ ਨੇ ਕਿੱਦਾਂ ਅੰਡਰਸਟੈਂਡ ਕਰਨਾ ਕਿ ਉਹ ਕੀ ਐਕਸਪੀਰੀਅੰਸ ਕਰ ਰਹੇ ਆ। ਸੋ ਉਹਨਾਂ ਨੂੰ ਮੈਂ ਉਹਨਾਂ ਦੀ ਹੀ ਆਤਮਾ ਦੇ ਨਾਲ ਸਪਿਰਿਚੁਅਲ ਕਨੈਕਸ਼ਨ ਉਹਨਾਂ ਦਾ ਹੀ ਬਣਾ ਕੇ ਦਿੰਦੀ ਆ, ਉਹਨਾਂ ਨੂੰ ਟੈਕਨੀਕਸ ਦੱਸਦੀ ਆ। ਤੇ ਫਿਰ ਜਦੋਂ ਉਹਨਾਂ ਦੀ ਐਪਲੀਕੇਸ਼ਨ, ਹੁਣ ਪਹਿਲਾਂ ਤਾਂ ਅਸੀਂ ਰਿਲੇਸ਼ਨਸ਼ਿਪ ਕੋਚਿੰਗ ਤੇ ਬੇਸ ਤੇ ਗੱਲ ਕਰਦੇ ਆ। ਸੋ ਜਿਹੜੇ ਫੋਰ ਐਗਜ਼ਾਮਪਲ ਮੇਰੇ ਕੋਲ ਕਲਾਇੰਟ ਆਏ ਆ ਤਾਂ ਕਹਿੰਦੇ ਆ ਕਿ ਮੈਂ ਮਦਰ ਆ, ਮੇਰੇ ਹਸਬੈਂਡ ਨਾਈਸ ਆ, ਪਰ ਕੁਛ ਗੱਲਾਂ ਜਿਹੜੀਆਂ ਆ ਉਹ ਅਸੀਂ ਇੱਕ ਦੂਜੇ ਨਾਲ ਐਡਜਸਟ ਨਹੀਂ ਕਰ ਰਹੇ ਹੈਗੇ। ਫਿਰ ਮੈਂ ਉਹਨਾਂ ਨੂੰ ਦੱਸਦੀ ਆ ਕਿ ਤੁਹਾਡੀ ਜਿਹੜੀ ਆਤਮਾ ਹੈ ਇਹ ਐਕਸਪੀਰੀਅੰਸ ਕਰਨਾ ਚਾਹੁੰਦੀ ਆ। ਸੋ ਤੁਸੀਂ ਇਹਨੂੰ ਪੁਸ਼ ਅਵੇ ਨਾ ਕਰੋ ਹੈਗਾ, ਇਹਦੇ ਤੋਂ ਭੱਜੋ ਨਾ, ਇਹ ਤੁਹਾਡੀ ਰਿਐਲਿਟੀ ਆ। ਤੁਸੀਂ ਇਹਨੂੰ ਫੇਸ ਕਰੋ ਆਪਣੀ ਰਿਐਲਿਟੀ ਨੂੰ, ਤੇ ਜਿਹੜਾ ਐਕਸਪੀਰੀਅੰਸ ਆ ਰਿਹਾ ਉਹਨੂੰ ਫੁੱਲੀ ਪ੍ਰੋਸੈਸ ਕਰ ਦਿਓ। ਪਰ ਜੋ ਵੀ ਤੁਸੀਂ ਇਹਦੇ ਨਾਲ ਡੀਲ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਬੋਲਣਾ ਵੀ ਪੈਣਾ, ਪਰ ਪਾਵਰ ਐਂਡ ਪੇਸ਼ੈਂਸ ਜਿਹੜੀਆਂ ਟੈਕਨੀਕਸ ਹੈਗੀਆਂ ਉਹਨੂੰ ਯੂਜ਼ ਕਰਕੇ ਬੋਲੋ। ਜਿਹੜਾ ਪਾਸ ਚੱਲਿਆ ਹੋਇਆ, ਜਿਹੜਾ ਲੰਘ ਚੁੱਕਾ ਹੋਇਆ ਆ ਉਹਨੂੰ ਰਿਪੀਟ ਨਾ ਕਰੋ ਹੈਗਾ। ਪਰ ਜੇ ਤੁਸੀਂ ਬੋਲਦੇ ਆ ਪਾਵਰ ਦੇ ਨਾਲ ਐਂਡ ਪੇਸ਼ੈਂਟ ਦੇ ਨਾਲ, ਫਿਰ ਦੂਸਰੇ ਨੂੰ ਸੁਣਨ ਦੀ ਸ਼ਕਤੀ ਵੀ ਤੁਹਾਡੀ ਹੋਣੀ ਚਾਹੀਦੀ, ਜਿਹੜੀ ਕਿ ਰਿਸਪੈਕਟ, ਭਾਵੇਂ ਜਿੰਨਾ ਮਰਜ਼ੀ ਬੈਡ ਰਿਸ਼ਤਾ ਆ, ਤੁਸੀਂ ਆਪਣੇ ਆਪ ਲਈ ਇੱਕ ਪੇਸ਼ੈਂਟ ਤੇ ਰਿਸਪੈਕਟ ਦੋਨੇ ਇਕੱਠੇ ਕਰਕੇ ਅਗਲੇ ਨੂੰ ਸੁਣਨ ਦੀ ਵੀ ਕੋਸ਼ਿਸ਼ ਕਰੋ। ਤੇ ਦੈਟਸ ਲਾਈਕ ਜਸਟ ਅ ਵੈਰੀ ਡੀਪਰ ਲੈਵਲ, ਬਿਕਾਜ਼ ਜਦੋਂ ਅਸੀਂ ਕੰਪਲੇਨ ਫੜਨੀਆਂ ਸ਼ੁਰੂ ਕਰ ਦਿੰਦੇ ਆ ਜਾਂ ਵਿੱਚ ਇਨ-ਲੋਜ਼ ਜਾਂ ਫੈਮਿਲੀ ਨੂੰ ਲੈ ਕੇ ਆਉਣਾ ਚਾਹੁੰਦੇ ਆ, ਤਾਂ ਫਿਰ ਤਾਂ ਸਾਡਾ ਕੰਮ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਆ, ਫਿਰ ਖਲਾਰਾ ਪੈ ਜਾਂਦਾ, ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ। ਪਰ ਮੈਂ ਤਾਂ ਜਿਹੜੇ ਦੋ ਹਸਬੈਂਡ ਐਂਡ ਵਾਈਫ ਹੈਗੇ ਆ ਉਹਨਾਂ ਨੂੰ ਲੈ ਕੇ ਚੱਲਦੀ ਹੁੰਦੀ ਆ ਕਿ ਤੁਸੀਂ ਆਪਸ ਦੇ ਵਿੱਚ ਕਿੱਦਾਂ ਸ਼ਾਂਤੀ ਤੇ ਸੰਤੋਖ ਦੇ ਨਾਲ ਰਹਿਣਾ ਆ। ਆਈ ਲਾਈਕ ਦਾ ਵਰਡਸ, ਸ਼ਾਂਤੀ ਐਂਡ ਸੰਤੋਖ ਦੇ ਨਾਲ ਰਹਿਣਾ। ਹਾਂਜੀ, ਮੈਂ ਜਦੋਂ ਅਸੀਂ ਗੱਲ ਕਰਦੇ ਆ ਰਿਲੇਸ਼ਨਸ਼ਿਪ ਦੀ, ਹੈ ਨਾ, ਤੇ ਸਟਾਰਟਿੰਗ ਦੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਆਂਦਾ ਜਾਂ ਵੀ ਕਿਸ ਤਰੀਕੇ ਦੇ ਇਸ ਟਾਈਮ ਤੇ ਤੁਹਾਡੇ ਕੋਲ ਰਿਲੇਸ਼ਨਸ਼ਿਪ ਦੇ ਲਈ ਕੋਚਿੰਗ ਵਾਸਤੇ ਲੋਕ ਆ ਰਹੇ ਨੇ? ਹਾਂਜੀ, ਮੇਰੇ ਕੋਲ ਬਹੁਤ ਜ਼ਿਆਦਾ ਕਲਾਇੰਟਸ ਆਉਂਦੇ ਆ ਜਿਨ੍ਹਾਂ ਦਾ ਰਿਸ਼ਤਾ ਟੁੱਟ ਚੁੱਕਿਆ ਹੋਇਆ ਆ ਜੀ, ਜਿਨ੍ਹਾਂ ਦੇ ਕਾਫੀ ਅਬਿਊਜ਼ਿਵ ਰਿਲੇਸ਼ਨਸ਼ਿਪ ਰਹਿ ਚੁੱਕੀ ਆ, ਉਹਨਾਂ ਦੇ ਬੱਚੇ ਵੀ ਹੈਗੇ ਨੇ ਜੀ, ਤੇ ਉਹ ਮੂਵ ਹੋ ਗਏ ਨੇ ਰਿਲੇਸ਼ਨਸ਼ਿਪ ਤੋਂ, ਲਾਈਕ ਛੱਡ ਕੇ, ਡਿਵੋਰਸ ਕਰਕੇ ਤੇ ਸੈਪਰੇਟ ਰਹਿੰਦੇ ਆ, ਪਰ ਜਿਹੜਾ ਉਹਨਾਂ ਦਾ ਮਾਈਂਡ ਸੈਟ ਆ ਡਜ਼ਨਟ ਲੈਟ ਗੋ ਦ ਪਾਸਟ। ਬੇਸਿਕਲੀ ਉਹ ਦੁਨੀਆ ਤੋਂ ਡਰਦੇ ਨੇ ਹੁਣ, ਕਿਉਂਕਿ ਆਪਣੇ ਕਲਚਰ ਦੇ ਵਿੱਚ ਜਦੋਂ ਕਿਸੇ ਦਾ ਡਿਵੋਰਸ ਹੋ ਜਾਂਦਾ ਅਸੀਂ ਉਹਨਾਂ ਦੀ ਰਿਸਪੈਕਟ ਖੋਹ ਲੈਂਦੇ ਆ ਉਹਨਾਂ ਦੇ ਕੋਲੋਂ, ਅਸੀਂ ਉਹਨਾਂ ਨੂੰ ਉਹ ਰਿਸਪੈਕਟ ਦੀ ਨਿਗਾਹ ਨਾਲ ਦੇਖਦੇ ਨਹੀਂ। ਫਿਰ ਇੱਕ ਤਾਂ ਉਹਨਾਂ ਨੇ ਕਾਫੀ ਬੈਡ ਐਕਸਪੀਰੀਅੰਸ ਉਹਨਾਂ ਦੀ ਲਾਈਫ ਵਿੱਚ ਆਇਆ ਹੁੰਦਾ, ਦੂਸਰਾ ਉਹਨਾਂ ਨੇ ਇੱਕ ਡਿਸੀਜ਼ਨ ਲਿਆ ਹੁੰਦਾ ਕਿ ਚਲੋ ਮੈਂ ਇਹਨੂੰ ਛੱਡ ਕੇ ਅੱਗੇ ਮੂਵ ਹੋਵਾਂ, ਤੇ ਫਿਰ ਸੁਸਾਇਟੀ ਉਹਨਾਂ ਦਾ ਸਾਥ ਨਹੀਂ ਦਿੰਦੀ ਹੈਗੀ। ਸੋ ਉਹਨਾਂ ਦਾ ਕੌਨਫੀਡੈਂਸ ਤੇ ਜਿਹੜਾ ਹੈਗਾ ਸੈਲਫ ਸਟੀਮ ਬਹੁਤ ਹੀ ਟੁੱਟਿਆ ਹੁੰਦਾ ਆ। ਜ਼ਿਆਦਾਤਰ ਮੇਰੇ ਕੋਲ ਇਸ ਤਰ੍ਹਾਂ ਦੇ ਕਲਾਇੰਟ ਹੁੰਦੇ ਆ। ਸੋ ਮੈਨੇ ਤੁਸੀਂ ਕਿਸ ਤਰੀਕੇ ਦੇ ਨਾਲ, ਵਾਟ ਡਸ ਐਜ਼ ਅ ਰਿਲੇਸ਼ਨਸ਼ਿਪ ਕੋਚ ਤੁਸੀਂ ਕੀ ਕਰਦੇ ਹੋ ਉਹਨਾਂ ਦੇ ਲਈ? ਸੋ ਬੇਸਿਕਲੀ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਲਵ ਜਿਹੜਾ ਹੈਗਾ ਆਪਣੇ ਆਪ ਨਾਲ ਸੈਲਫ ਲਵ ਜਿਹਨੂੰ ਕਹਿੰਦੇ, ਹਾਂਜੀ, ਇਹ ਮੇਰੀਆਂ ਤੁਸੀਂ ਪੋਸਟ ਵੀ ਪੜ੍ਹੋਗੇ ਨਾ ਤਾਂ ਉਹਨਾਂ ਤੇ ਸੈਲਫ ਲਵ ਬਾਰੇ ਹੀ ਮੈਂਸ਼ਨ ਕੀਤਾ ਜਾਂਦਾ ਆ। ਮੈਂ ਉਹਦਾ ਆਪਣੇ ਆਪ ਨੂੰ ਵੈਬਸਾਈਟ 'ਤੇ ਦੇਖੋਗੇ ਉੱਤੇ ਇਹੀ ਲਿਖਿਆ ਹੋਇਆ, ਅਨਲੌਕ ਟਰੂ ਲਵ ਐਂਡ ਰਿਲੇਸ਼ਨਸ਼ਿਪ ਅਬੰਡੈਂਸ। ਸੋ ਜਿਹੜਾ ਕਿ ਜਦੋਂ ਆਪਾਂ ਰਿਲੇਸ਼ਨਸ਼ਿਪ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਨਹੀਂ ਪੂਰੀ ਕੀਤੀ ਹੈਗੀ, ਉਹ ਮੈਂ ਉਹਨਾਂ ਨੂੰ ਦੱਸਦੀ ਹਾਂ ਕਿ ਇਹ ਪੂਰੀ ਕਰਨੀ ਬਹੁਤ ਜ਼ਰੂਰੀ ਆ, ਵਿਚ ਇਜ਼ ਸੈਲਫ ਲਵ। ਆਪਣੇ ਆਪ ਨੂੰ ਜਿੱਦਾਂ ਦੇ ਵੀ ਤੁਸੀਂ ਹੈਗੇ ਹੋ ਉਹਨੂੰ ਫੁੱਲੀ ਐਕਸੈਪਟ ਕਰੋ, ਆਪਣੇ ਆਪ ਨੂੰ ਲਵ ਕਰੋ। ਫਿਰ ਤੁਸੀਂ ਦੇਖੋ ਕਿ ਮਿਰਰ ਅੱਗੇ ਤੁਸੀਂ ਖੜੇ ਹੋ ਕੇ ਕਿੱਦਾਂ ਫੀਲ ਕਰਦੇ ਹੋ। ਜਦੋਂ ਤੁਸੀਂ ਆਪਣੇ ਆਪ ਨਾਲ ਬੈਠਦੇ ਹੋ, ਜਦੋਂ ਤੁਹਾਡੇ ਲਾਗੇ ਕੋਈ ਨਹੀਂ ਹੈਗਾ, ਤੁਹਾਡੇ ਅੰਦਰ ਕਿਸ ਤਰ੍ਹਾਂ ਦੇ ਵਿਚਾਰ ਚੱਲਦੇ ਪਏ ਨੇ, ਉਹ ਪਲੈਜ਼ੈਂਟ ਨੇ ਉਹ ਜਾਂ ਉਹ ਤੁਹਾਡੇ ਅੰਦਰ ਕ੍ਰਿਟਿਕ ਵਿਚਾਰ ਚੱਲਦੇ ਪਏ ਨੇ। ਉਹ ਜਿਹੜੀਆਂ ਬਹੁਤ ਵੰਸਵੰਦੀਆਂ ਆਵਾਜ਼ਾਂ ਸਾਡੇ ਦਿਮਾਗ ਦੇ ਵਿੱਚ ਚੱਲਦੀਆਂ ਉਹ ਸਾਡੀਆਂ ਆਪਣੀਆਂ ਹੀ ਹੁੰਦੀਆਂ ਆ, ਪਰ ਸਾਡਾ ਜਿਹੜਾ ਮਨ ਆ ਉਹ ਸਾਨੂੰ ਇਲੂਜ਼ਨ, ਜਿੱਦਾਂ ਸਾਨੂੰ ਭੁਲੇਖਾ ਪਾਉਣ ਲਈ ਉਹ ਦੱਸਦਾ ਕਿ ਤੈਨੂੰ ਦੂਸਰੇ ਬੰਦੇ ਨੇ ਇਹ ਕਿਹਾ ਸੀ ਜਾਂ ਤੈਨੂੰ ਫਲਾਣੇ ਰਿਸ਼ਤੇਦਾਰ ਨੇ ਇਹ ਕਿਹਾ ਸੀ। ਉਹ ਜੇ ਤੁਹਾਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਵੀ ਹੈਗਾ ਆ, ਪਰ ਉਹਨਾਂ ਨੇ ਪਾਸਟ ਦੇ ਵਿੱਚ ਕਿਹਾ ਸੀ, ਹੁਣ ਉਹ ਤੁਹਾਨੂੰ ਕਹਿ ਨਹੀਂ ਰਹੇ, ਪਰ ਜੇ ਤੁਸੀਂ ਤੁਹਾਡੇ ਜਿਹੜਾ ਮਾਈਂਡ ਦੇ ਵਿੱਚ ਰਿਪੀਟ ਹੋ ਰਿਹਾ ਉਹ ਤੁਹਾਡੀ ਆਪਣੀ ਹੀ ਆਵਾਜ਼, ਤੁਹਾਡੀ ਆਪਣੇ ਹੀ ਸੈਲਫ ਡਾਊਟ, ਤੁਹਾਡੀਆਂ ਆਪਣੀਆਂ ਹੀ ਲਿਮਿਟੇਸ਼ਨ, ਤੁਹਾਡੀਆਂ ਆਪਣੀਆਂ ਹੀ ਵੈਲਿਊਜ਼ ਨੇ। ਸੋ ਬੇਸਿਕਲੀ ਉਹਨਾਂ ਨੂੰ ਮੈਂ ਕਹਿੰਦੀ ਹਾਂ ਕਿ ਤੁਸੀਂ ਉਹ ਰਾਈਟ ਡਾਊਨ ਕਰੋ ਜੀ। ਸੋ ਆਪਣੇ ਆਪ ਨੂੰ ਪੜ੍ਹਨਾ, ਜਿੱਦਾਂ ਅਸੀਂ ਲਾਸਟ ਐਪੀਸੋਡ ਦੇ ਵਿੱਚ ਵੀ ਇਸ ਬਾਰੇ ਗੱਲ ਕੀਤੀ ਸੀ ਥੋੜ੍ਹੀ। ਸੋ ਆਪਣੇ ਆਪ ਦੀ ਹੀ ਪੜ੍ਹਾਈ ਕਰਨੀ ਪੈਂਦੀ ਹੈ ਤੇ ਕਾਫੀ ਹਾਰਡ ਆ ਇੰਨਾ।
ਸੌਖਾ ਨਹੀਂ ਹੈਗਾ, ਬਿਕਾਜ਼ ਸਭ ਤੋਂ ਸੌਖਾ ਹੈ ਦੂਸਰੇ ਨੂੰ ਬਲੇਮ ਕਰੋ ਤਾਂ ਪਾਸੇ ਹੋ ਜਾਓ, ਹਨਾ। ਜਦੋਂ ਆਪਾਂ ਕਿਸੇ ਨੂੰ ਕਹਤਾ ਸਾਡੇ ਤੇ ਫਿਰ ਕੋਈ ਗੱਲ ਨਹੀਂ ਆਂਦੀ, ਵੀ ਡੂ ਹੈਵ ਟੂ ਵਰਕ ਔਨ ਆਵਰਸੈਲਫ। ਹਾਂਜੀ, ਪਰ ਆਪਣੇ ਆਪ ਤੇ ਹੀ ਵਰਕ ਕਰਨਾ ਸਭ ਤੋਂ ਜ਼ਿਆਦਾ ਹਾਰਡ ਆ। ਸੋ ਬੇਸਿਕਲੀ ਤੁਸੀਂ ਆਪਣੇ ਥੋਟਸ ਲਿਖਣੇ ਨੇ ਤੇ ਫਿਰ ਤੁਸੀਂ ਉਹਨੂੰ ਪੋਜ਼ਿਟਿਵ ਐਫਰਮੇਸ਼ਨ ਦੇ ਵਿੱਚ ਲਿਖ ਕੇ, ਤਾਂ ਤੁਸੀਂ ਕਹਿੰਦੇ ਨਾ ਪਹਿਲਾਂ ਇਫ ਯੂ ਫੇਕ ਇਟ ਯੂ ਮੇਕ ਇਟ, ਪਹਿਲਾਂ ਉਹ ਫੇਕ ਜਿਹੜਾ ਹੈਗਾ ਉਹ ਆਪਾਂ ਉਹਦੇ ਤੇ ਬੇਸ ਤੇ ਆਪਣੀ ਲਾਈਫ ਬਣਾਉਣੀ ਹੈ। ਤੁਸੀਂ ਜਿੱਦਾਂ ਓਕੇ ਮੈਨੂੰ ਆਈ ਲਵ ਐਂਡ ਐਕਸੈਪਟ ਮਾਈ ਬੋਡੀ ਦ ਵੇ ਆਈ ਐਮ, ਸੋ ਉੱਦਾਂ ਚਲੋ ਮੈਂ ਬੋਡੀ ਪਤਾ ਨਹੀਂ ਐਕਸੈਪਟ ਕਰਾਂਗੀ ਨਹੀਂ ਕਰਾਂਗੀ, ਪਰ ਪਹਿਲਾਂ ਮੈਂ ਫੇਕ ਕਰੂੰਗੀ। ਫਿਰ ਜਦੋਂ ਤੁਸੀਂ ਰਿਪੀਟ ਕਰ ਕਰੋਗੇ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚਲਾ ਜਾਂਦਾ ਆ, ਤੇ ਫਿਰ ਦੈਨ ਯੂ ਸਟਾਰਟ ਟੂ accept yourself and start to love yourself। ਤੁਸੀਂ ਕਹਿ ਰਹੇ ਹੋ ਵੀ ਜਿੱਦਾਂ ਅਸੀਂ ਈਵਨ ਦੋ ਅਸੀਂ ਹੋ ਸਕਦਾ ਵੀ ਸਾਡੀ ਬਾਡੀ ਇਮੇਜ ਜਿਹੜੀ ਹੈਗੀ ਹੈ ਉਹ ਦੇਖਣ 'ਚ ਉਸ ਤਰੀਕੇ ਦੀ ਨਾ ਹੋਏ ਜਿੱਦਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ, ਪਰ ਸਟਾਰਟਿੰਗ ਵਿਦ ਐਨੀ ਟਾਈਪ ਆਫ ਆਫਰਮੇਸ਼ਨ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਉਹ ਰਿਐਲਿਟੀ ਦੇ ਵਿੱਚ ਯੂ ਵਿਲ ਫੀਲ ਦ ਡਿਫਰੈਂਟ। ਹਾਂਜੀ, ਉੱਦਾਂ ਤੇ ਜਿਹੜੇ ਸਾਡੇ ਅੰਦਰ ਚੱਲ ਰਹੇ ਵਿਚਾਰ ਉਹ ਸਾਡੀਆਂ ਐਫਰਮੇਸ਼ਨਸ ਹੀ ਨੇ ਜੀ, ਉਹ ਪਰ ਗਲਤ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਉਹ ਐਫਰਮੇਸ਼ਨ ਦੇ ਉੱਤੇ ਤੁਹਾਡਾ ਕੰਟਰੋਲ ਨਹੀਂ ਹੈਗਾ। ਉਹ ਸਾਡਾ ਕਹਿੰਦੇ ਕਿ ਇੱਕ ਅਵਾਰਾ ਮਨ ਹੈਗਾ ਜਿਹੜਾ ਕਿ ਜਿੱਧਰ ਮਰਜ਼ੀ ਭੱਜਿਆ ਫਿਰਦਾ, ਹਨਾ। ਦਿਲ ਤੋਂ ਹੈ ਮੇਰਾ ਆਵਾਰਾ। ਸੋ ਪਰ ਅਸੀਂ ਉਹ ਮਨ ਜਿਹੜਾ ਉਹਨੂੰ ਥੋੜਾ ਜਿਹਾ ਪੋਲਿਸ਼ ਕਰਨਾ, ਕੰਟਰੋਲ ਕਰਨਾ, ਹਨਾ, ਉਹਨੂੰ ਥੋੜਾ ਨਿਊਰਿਸ਼ ਕਰਨਾ ਆ ਤੇ ਉਹਨੂੰ ਰੀਸ਼ੇਪ ਕਰਨਾ, ਉਹਦੀ ਦੁਬਾਰਾ ਆਪਾਂ ਇੱਕ ਉਹਨੂੰ ਜਿੱਦਾਂ ਨਵਾਂ ਬਣਾ ਕੇ ਫਿਰ ਵਰਤਣਾ ਆ, ਹਨਾ। ਮਾਈਂਡ ਇੱਕ ਟੂਲ ਆ, ਕੰਮ ਆਪਣੇ ਉੱਤੇ ਕਰਨਾ ਹੈਗਾ ਤੁਸੀਂ ਸਭ ਸਾਰਾ। ਬਿਲਕੁਲ, ਹਾਂਜੀ। ਫਿਰ ਤੁਸੀਂ ਜਿਹੜੇ ਲੋਕ ਤੁਹਾਨੂੰ ਬਹੁਤ ਪੇਨ ਦਿੰਦੇ ਸੀ ਜਾਂ ਬਹੁਤ ਅਬਿਊਜ਼ਿਵ ਸੀ ਤੁਹਾਡੇ ਨਾਲ, ਉਹਨਾਂ ਨੇ ਆਪੇ ਪਰੇ ਹਟ ਜਾਣਾ। ਤੁਹਾਨੂੰ ਪਰੇ ਕਰਨ ਦੀ ਲੋੜ ਨਹੀਂ, ਤੁਹਾਨੂੰ ਉਹਨਾਂ ਦੇ ਨਾਲ ਲੜਾਈ ਝਗੜਾ ਕਰਨ ਦੀ ਲੋੜ ਨਹੀਂ। ਬਹੁਤ ਲੋਕ ਸ਼ਿਫਟ ਹੋਣਗੇ ਤੇ ਬਹੁਤ ਲੋਕ ਨਵੇਂ ਆਉਣਗੇ। ਆਪਣੇ ਆਪ ਹੀ ਲਾਅ ਆਫ ਅਟਰੈਕਸ਼ਨ ਜਿਹੜਾ ਉਹ ਆਪਣੇ ਆਪ ਹੀ ਕੰਮ ਕਰੇਗਾ। ਫਿਰ ਤੁਸੀਂ ਲਾਅ ਆਫ ਅਟਰੈਕਸ਼ਨ ਦੀ ਗੱਲ ਕਰ ਰਹੇ ਹੋ, ਪਹਿਲੇ ਥੋੜਾ ਜਿਹਾ ਸਾਨੂੰ ਇਹਦੇ ਬਾਰੇ ਸਾਡੇ ਵਿਊਅਰਸ ਨੂੰ ਦੱਸ ਦਿਓ ਵੀ ਲਾਅ ਆਫ ਅਟਰੈਕਸ਼ਨ ਕੀ ਹੈ, ਬਿਕੋਜ਼ ਸਾਡੇ ਕਈ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਲਾਅ ਆਫ ਅਟਰੈਕਸ਼ਨ ਸਾਡੀ ਏਸ਼ੀਅਨ ਕਮਿਊਨਿਟੀ 'ਚ ਵੈਰੀ ਲੈਸ ਨੋਨ ਟੂ ਬੀ ਨੋ, ਹੈ ਨਾ। ਤੇ ਥੋੜਾ ਜਿਹਾ ਤੁਸੀਂ ਅਗਰ ਦੱਸ ਦਿਓ ਵੀ ਲਾਅ ਆਫ ਅਟਰੈਕਸ਼ਨ ਹੁੰਦਾ ਕੀ ਹੈ। ਸੋ ਬੇਸਿਕਲੀ ਲਾਅ ਆਫ ਅਟਰੈਕਸ਼ਨ ਜਿਹੜਾ ਹੈਗਾ ਆ ਤੁਹਾਡੇ ਵਿਚਾਰ ਪਲੱਸ ਫੀਲਿੰਗਸ, ਤੁਹਾਡੀਆਂ ਭਾਵਨਾਵਾਂ is equal to attract। ਸੋ ਜਦੋਂ ਤੁਹਾਡੇ ਅੰਦਰ ਵਿਚਾਰ ਆਉਂਦਾ ਆ ਤੇ ਫਿਰ ਤੁਸੀਂ ਉਹਨੂੰ ਫੀਲ ਕਰਦੇ ਹੋ। ਬੈਠ ਕੇ ਦੇਖਿਓ, ਤੁਹਾਡੇ ਅੰਦਰ ਵਿਚਾਰ ਆਏਗਾ, ਤੁਸੀਂ ਉਹਨੂੰ ਫੀਲ ਕਰੋਗੇ। ਜੇ ਤੁਸੀਂ ਉਹਨੂੰ ਫੀਲ ਕਰੋਗੇ, ਉਹ ਜਿਹੜੀ ਐਨਰਜੀ ਤੁਹਾਡੀ ਬੋਡੀ ਦੇ ਵਿੱਚ ਜਿਹੜੀਆਂ ਸੈਂਸੇਸ਼ਨ ਆਈਆਂ ਨੇ, ਉਹ ਯੂਨੀਵਰਸ ਨੂੰ, ਕੁਦਰਤ ਨੂੰ ਇੰਸਟਰਕਸ਼ਨ ਦਿੰਦੀਆਂ ਕਿ ਮੈਨੂੰ ਹੋਰ ਚਾਹੀਦਾ ਆ। ਉਹ ਫਿਰ ਤੁਹਾਡੇ ਲਈ ਲੋਫ ਤੁਸੀਂ ਹੋਰ ਅਟਰੈਕਟ ਕਰਦੇ ਹੋ। ਕਹਿੰਦੇ ਨਾ ਲੜਾਈ ਝਗੜਾ ਜਿੱਥੇ ਜਾਈਏ ਉੱਥੇ ਨਾਲ ਜਾਂਦਾ, ਹਨਾ। ਮੇਰੇ ਖੁਦ ਭੂਆ ਜੀ ਕਹਿੰਦੇ ਹੁੰਦੇ ਆ, ਓਹੋ ਮੈਂ ਤਾਂ ਥੋੜੀ ਦੇਰ ਛੁੱਟੀ ਕਰਨ ਲਈ ਆਈ ਸੀਗੀ, ਪਰ ਜਿੱਥੇ ਜਾਓ ਉੱਥੇ ਹੀ ਝਗੜਾ ਨਾਲ ਹੀ ਜਾਂਦਾ, ਜਿੱਥੇ ਜਾਓ ਉੱਥੇ ਝਗੜਾ ਨਾਲ ਜਾਂਦੇ ਆ। ਸੋ ਫਿਰ ਉਹ ਝਗੜਾ ਤਦ ਨਾਲ ਜਾਂਦਾ ਕਿ ਉਹ ਭੂਆ ਜੀ ਫੀਲਿੰਗਸ ਜਿੱਦਾਂ ਵਿਚਾਰ ਐਂਡ ਫੀਲਿੰਗਸ, ਹਾਂਜੀ। ਤੇ ਫਿਰ ਆਪਾਂ ਇਦਾਂ ਕਹਿ ਸਕਦੇ ਹਾਂ ਨਾ ਮੈਨੀ ਕਿ ਜਿਹੜੀ ਇੱਕ ਕੋਈ ਵੀ ਆਫਰਮੇਸ਼ਨ ਜਾਂ ਜੋ ਅਸੀਂ ਆਪਣੇ ਬਾਰੇ ਸੋਚਦੇ ਇੱਕ ਚੁੰਬਕ ਦੀ ਤਰ੍ਹਾਂ, ਹਾਂਜੀ, ਹੈ ਨਾ। ਤੇ ਉਹ ਜੋ ਚੀਜ਼ ਅਸੀਂ ਅੰਦਰੋਂ ਦੀ ਆਪਾਂ ਫੀਲ ਕਰਦੇ ਹਾਂ ਤੇ ਉਹ ਅਟਰੈਕਟ ਕਰਦੀ ਹੈ ਕੀ ਕਹਿੰਦੇ ਚੁੰਬਕ ਦੀ ਤਰ੍ਹਾਂ। ਹਾਂਜੀ, ਸੋ ਅਸੀਂ ਵੀ ਆਰ ਮੈਗਨੇਟ ਬੀਇੰਗਸ। ਸੋ ਅਸੀਂ ਇੱਕ ਚੁੰਬਕ ਹੀ ਹੈਗੇ ਆ, ਤੇ ਸਾਡੇ ਜਿਹੜਾ ਐਨਰਜੀ ਸੈਂਸਰ ਹੈ ਘੱਟੋ ਘੱਟ ਸਾਡੇ ਤੋਂ 10 ਫੁੱਟ ਦੀ ਦੂਰੀ ਤੱਕ 4 ਚੁਫੇਰੇ ਸਾਡਾ ਐਨਰਜੀ ਸੈਂਸਰ ਹੁੰਦਾ ਆ। ਸੋ ਜੇ ਤੁਹਾਡਾ ਐਨਰਜੀ ਸੈਂਸਰ ਪਾਵਰਫੁਲ ਹੋਵੇ ਤਾਂ ਪੀਪਲ ਉਸ ਤੋਂ ਪਹਿਲਾਂ ਹੀ ਦੂਰ ਚਲੇ ਜਾਣਗੇ ਤੁਹਾਨੂੰ ਕਹਿਣ ਦੀ ਬਜਾਏ। ਪਰ ਅਸੀਂ ਇਹੀ ਤਾਂ ਲਰਨ ਕਰਨਾ ਆ ਇਸ ਦੁਨੀਆ ਤੇ ਕਿ ਆਪਾਂ ਉਸ ਲੈਵਲ ਤੇ ਆਪਣਾ ਦਾਇਰਾ ਜਿਹੜਾ ਤੁਸੀਂ ਕਿਸ ਤਰ੍ਹਾਂ ਪੋਜ਼ਿਟਿਵਿਟੀ ਦਾ ਬਣਾ ਸਕਦੇ ਹੋ ਕਿ ਨੈਗੇਟਿਵਿਟੀ ਐਂਟਰ ਹੀ ਨਾ ਹੋ ਸਕੇ। ਸੋ 10 ਕਿ 20 ਮੀਟਰ ਦੀ ਦੂਰੀ ਤੱਕ, ਸੋ ਜਿੰਨਾ ਜ਼ਿਆਦਾ ਤੁਸੀਂ ਪੋਜ਼ਿਟਿਵਿਟੀ ਮੈਗਨੇਟਿਵ ਆਫਰਮੇਸ਼ਨ ਤੁਹਾਡੇ ਕੋਲ ਹੋਣਗੇ, ਉਹਨਾਂ ਨੈਗੇਟਿਵ ਲੋਕ ਤੁਹਾਡੇ ਕੋਲ ਆਪਣੇ ਆਪ ਹੀ ਨਹੀਂ ਆਉਣਗੇ। ਸੋ ਯੂ ਡੋਂਟ ਨੀਡ ਟੂ ਸੇ ਮਨਿੰਦਰ ਕਿ ਸਤਿ ਸ਼੍ਰੀ ਅਕਾਲ ਹੁਣ ਬਸ ਠੀਕ ਹੈ। ਹਾਂਜੀ, ਬਿਲਕੁਲ। ਸੋ ਦੈਨ ਯੂ ਅਟਰੈਕਟ ਪੀਪਲ ਐਂਡ ਆਲਸੋ ਤੁਸੀਂ ਜਦੋਂ ਆਪਣੇ ਆਪ ਨੂੰ ਚੇਂਜ ਕਰੋਗੇ ਐਂਡ ਯੂ ਆਲਸੋ ਹੈਲਪਿੰਗ ਸੋ ਮੈਨੀ ਪੀਪਲ ਨੋ ਟੂ ਅਟਰੈਕਟ ਲੜਾਈ ਝਗੜਾ ਵਿਦ ਯੂ। ਸੋ ਹੁਣ ਜਿੱਦਾਂ ਤੁਸੀਂ ਮੰਨ ਲਓ ਕਿ ਆਪਾਂ ਦਾ ਲੜਾਈ ਝਗੜਾ ਰਿਲੇਸ਼ਨਸ਼ਿਪ ਦੇ ਵਿੱਚ ਚੱਲ ਰਿਹਾ ਜਾਂ ਰਿਸ਼ਤੇਦਾਰਾਂ ਨਾਲ ਚੱਲ ਰਿਹਾ, ਪਰ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸ਼ਾਂਤ ਹੋਵੋਗੇ ਤਾਂ ਤੁਸੀਂ ਕਿੰਨੀ ਹੈਲਪ ਕੀਤੀ, ਕਿੰਨੇ ਰਿਸ਼ਤੇਦਾਰਾਂ ਨੂੰ ਹੋਣੇ। ਸੋ ਐਨਰਜੀ ਵੇਸਟ ਕਰਨ ਦੀ ਲੋੜ ਨਹੀਂ ਤੁਹਾਡੇ ਨਾਲ। ਸੋ ਤੁਸੀਂ ਦੂਸਰਿਆਂ ਦਾ ਵੀ ਭਲਾ ਕਰ ਦਿੱਤਾ ਨਾ ਇਹਦੇ ਵਿੱਚ।
ਨਾਲੇ ਮੈਂ ਨਹੀਂ ਜਦੋਂ ਅਸੀਂ ਕੋਈ ਨੈਗੇਟਿਵ ਸੋਚਦੇ ਹਾਂ ਤੇ ਇੱਕ ਬੈਡ ਵਾਈਬ੍ਰੇਸ਼ਨ ਸਾਡੇ ਪੂਰੀ ਬਾਡੀ ਨੂੰ ਝੰਜੋੜ ਕੇ ਰੱਖ ਦਿੰਦੀ ਹੈਗੀ ਹੈ, ਪਰ ਅਗਰ ਅਸੀਂ ਪੋਜ਼ਿਟਿਵ ਸੋਚਦੇ ਹਾਂ ਤੇ ਇੱਕ ਫਰੈਸ਼ਨੈਸ ਜੀ ਫੀਲ ਹੁੰਦੀ ਹੈ ਤੁਹਾਨੂੰ। ਤੁਸੀਂ ਕਦੇ ਵੀ ਕਿਸੇ ਨੂੰ ਦੁਖੀ ਨਹੀਂ ਕਰ ਸਕਦੇ ਆਪਣੇ ਆਪ ਨੂੰ ਦੁਖੀ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ એનર્ਜੀ ਬਿਲਡ ਕਰਦੇ ਹੋ ਤੇ ਫਿਰ ਹੀ ਤੁਸੀਂ ਦੂਸਰੇ ਨੂੰ એનર્ਜੀ ਦਿੰਦੇ ਹੋ। ਹੁਣ ਦੇਖੋ ਜੇ ਤੁਸੀਂ ਅਬਿਊਜ਼ਿਵ ਰਿਲੇਸ਼ਨਸ਼ਿਪ ਤੋਂ ਜਾ ਰਹੇ ਹੋ, ਸਭ ਤੋਂ ਪਹਿਲਾਂ ਉਹ ਪਰਸਨ ਨੂੰ ਫੋਰਗਿਵ ਕਰਨਾ ਬਹੁਤ ਈਜ਼ੀ ਹੈ ਤੁਹਾਡੇ ਲਈ। ਦੇਖੋ ਕਿ ਉਹ ਪਰਸਨ ਕਿੰਨਾ ਕੁ ਆਪਣੇ ਆਪ ਲਈ ਐਂਗਰ ਰੱਖ ਕੇ ਬੈਠਾ ਕਿ ਜਿਹੜਾ ਉਹ ਤੁਹਾਨੂੰ ਬੇਸਿਕਲੀ 10% ਹੀ ਦੇ ਰਿਹਾ, ਕੋਈ ਤੁਹਾਨੂੰ 101% ਤਾਂ ਦੇ ਨਹੀਂ ਸਕਦਾ ਹੈਗਾ, ਕਿਉਂਕਿ ਉਹ ਤਾਂ ਉਹਨਾਂ ਦਾ ਆਪਣਾ ਆ। ਪਰ ਸਾਡੇ ਕੋਲ ਤਾਂ ਉਹਨਾਂ ਦਾ 10% ਵੀ ਨਹੀਂ ਸੰਭਾਲ ਹੁੰਦਾ ਹੈਗਾ, ਤਾਂ ਉਹ ਕਿੱਦਾਂ ਆਪਣਾ 100% ਐਂਗਰ ਸੰਭਾਲਦੇ ਹੋਣਗੇ, ਹੈ ਨਾ। ਹਾਂਜੀ, ਸੋ ਉਹਨਾਂ ਨੂੰ ਸਭ ਤੋਂ ਜ਼ਿਆਦਾ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਮਾਫ ਕਰੋ, ਕਿਉਂਕਿ ਜਿਹੜਾ ਚਾਈਲਡਹੁੱਡ ਟਰਾਮਾ ਜਿਹੜਾ ਆ ਜਾਂ ਚਾਈਲਡਹੁੱਡ ਜਿਹੜੀਆਂ ਲਿਮਿਟੇਸ਼ਨਸ ਹੈਗੀਆਂ, ਉਹ ਬੇਸ ਤੇ ਲੋਕ ਜਿਹੜੇ ਆ ਉਹਨਾਂ ਦਾ ਮਾਈਂਡ ਸੈਟ ਜਿਹੜਾ ਉਹਨਾਂ ਦਾ ਸਬਕੌਂਸ਼ੀਅਸ ਮਾਈਂਡ ਜਾਂ ਉਹਨਾਂ ਦੀ ਲਾਈਫ ਉਸ ਬੇਸ ਤੇ ਤਿਆਰ ਹੋਈ ਆ। ਜਦੋਂ ਤੁਸੀਂ ਆਪਣੇ ਆਪ ਨੂੰ ਲਰਨ ਕਰਨਾ ਸ਼ੁਰੂ ਕਰ ਦਿੰਦੇ ਹੋ, ਐਕਸੈਪਟ ਕਰਨਾ ਸ਼ੁਰੂ ਕਰ ਦਿੰਦੇ ਹੋ, ਚੇਂਜ ਕਰਨਾ ਸ਼ੁਰੂ ਕਰ ਦਿੰਦੇ ਹੋ, ਤੁਸੀਂ ਆਟੋਮੈਟਿਕਲੀ ਆਪਣੇ ਪਾਰਟਨਰ ਦੀ ਵੀ ਹੈਲਪ ਕਰਨਾ ਸ਼ੁਰੂ ਕਰ ਦਿੰਦੇ ਹੋ। ਕਿਉਂਕਿ ਇੱਕ ਤਾਂ ਤੁਸੀਂ ਲੜਾਈ ਝਗੜੇ ਤੋਂ ਦੂਰ ਰਹਿੰਦੇ ਹੋ, ਦੂਜਾ ਤੁਸੀਂ ਉਹਨਾਂ ਨੂੰ ਐਕਸੈਪਟ ਕਰ ਲੈਂਦੇ ਹੋ, ਅੰਡਰਸਟੈਂਡ ਕਰਨ ਲੱਗ ਪੈਂਦੇ ਹੋ, ਤੇ ਫਿਰ ਉਹ ਥੋੜਾ ਜਿਹਾ ਤੁਸੀਂ ਉਹ ਤੁਹਾਡੀ ਵਾਈਬ੍ਰੇਸ਼ਨ ਦੇ ਨਾਲ ਉਹ ਲਰਨ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ। ਐਬਸੋਲੂਟਲੀ ਆਪਣੇ ਆਪ ਨੂੰ ਸਮਝਣਾ ਪਹਿਲੇ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਆਪਣੀ ਜਿਹੜੀ ਆ ਆਫਰਮੇਸ਼ਨ ਜੋ ਸਾਡੇ ਦਿਮਾਗ 'ਚ ਚੱਲ ਰਿਹਾ ਉਹਦਾ ਸੰਤੁਲਨ ਬੈਲੈਂਸ ਐਟਲੀਸਟ ਬਣਾ ਕੇ ਰੱਖੀਏ ਤੇ ਉਹਦਾ ਇਫੈਕਟ ਐਟਲੀਸਟ ਕਿਸੇ ਹੋਰ ਤੇ ਨਾ ਪਵੇ। ਹਾਂਜੀ ਬਿਲਕੁਲ। ਤੇ ਮਨਿੰਦਰ ਇਹ ਵੀ ਜਾਣਨਾ ਚਾਹਾਂਗੇ ਕਿ ਰਿਲੇਸ਼ਨਸ਼ਿਪ ਜਿਹੜੀ ਹੈਗੀ ਆ, ਤੁਸੀਂ ਰਿਲੇਸ਼ਨਸ਼ਿਪ ਦੇ ਬਾਰੇ ਵੀ ਗੱਲ ਕਰਨੀ ਹੈ, ਬਟ ਬਿਫੋਰ ਦੈਟ ਕਿ ਜਿਹੜੀ ਕਪਲ ਥੈਰੇਪਿਸਟ ਜਿਹੜੇ ਹੁੰਦੇ ਆ ਤੇ ਮੈਰਿਜਸ ਥੈਰੇਪਿਸਟ, ਇਹਦਾ ਕੀ ਆਰ ਦੇ ਸੇਮ ਐਜ਼ ਔਰ ਦੇ ਆਰ ਡਿਫਰੈਂਟ? ਦੇ ਆਰ ਡਿਫਰੈਂਟ। ਸੋ ਥੈਰੇਪਿਸਟ ਦੇ ਆਰ ਮੋਰ ਲਾਈਕ ਅ ਕਾਉਂਸਲਰਸ, ਹੈ ਨਾ। ਉਹਨਾਂ ਨੇ ਕੁਆਲੀਫਿਕੇਸ਼ਨ ਅਚੀਵ ਕੀਤੀ ਹੁੰਦੀ ਹੈ ਥੈਰੇਪੀ ਦੇ ਲੈਵਲ ਤੇ, ਉਹ ਟੋਟਲੀ ਡਿਫਰੈਂਟ ਆ। ਕੋਚਿੰਗ ਇਜ਼ ਆਲ ਅਬਾਊਟ ਕਿ ਇੱਥੇ ਉਹ ਅੱਗੇ ਕਿੱਦਾਂ ਵਧੀਏ, ਥੈਰੇਪੀ ਇਜ਼ ਆਲ ਅਬਾਊਟ ਪਿੱਛੇ ਪਾਸ ਜਿਹੜਾ ਉਹਨੂੰ ਕਿੱਦਾਂ ਹੀਲ ਕਰਨਾ। ਹਾਂਜੀ, ਉਹਦੇ ਵਿੱਚ ਕਈ ਵਾਰੀ ਜਦੋਂ ਤੁਸੀਂ ਥੈਰੇਪੀ ਤੁਹਾਨੂੰ ਹੈਲਪ ਕਰਦੀ ਆ, ਪਰ ਜਿਹੜੀ ਕੋਚਿੰਗ ਹੈ ਉਹ ਤੁਹਾਨੂੰ ਕਹਿੰਦੀ ਹੈ ਭੁੱਲ ਜੋ ਹੈਗਾ ਆ, ਜਿਹੜਾ ਹੁਣ ਹੈਗਾ ਉਹਨੂੰ ਲੈ ਕੇ ਅੱਗੇ ਚੱਲੋ ਬਸ। ਸੋ ਹੁਣ ਦੇ ਟਾਈਮ 'ਚ ਜੀਓ, ਆਉਣ ਵਾਲਾ ਟਾਈਮ ਆਪਣਾ ਬੈਟਰ ਬਣਾਓ, ਉਹਨੂੰ ਸੰਭਾਲੋ। ਹਾਂਜੀ, ਸੋ ਥੈਰੇਪੀ ਜਿਹੜੇ ਪਾਸਟ ਜੋ ਹੋ ਗਿਆ ਉਹਦੇ ਤੋਂ ਤੁਸੀਂ ਕਿੱਦਾਂ ਫੀਲ ਬੈਟਰ ਕਰਨਾ ਕਿ ਹਾਂਜੀ। ਪਰ ਕਈਆਂ ਨੂੰ ਉਹਦੀ ਲੋੜ ਆ ਥੈਰੇਪੀ ਦੀ। ਹੁਣ ਕਈ ਜਿਹੜੇ ਲੋਕ ਘੁੰਮ ਕੇ ਉਹੀ ਵਿਚਾਰ ਉਹੀ, ਕਈ ਵਾਰੀ ਤੁਸੀਂ ਦੇਖਿਆ ਹੋਣਾ ਕਈ ਲੋਕ ਲੜਾਈ ਝਗੜਾ ਹੋਇਆ ਸਾਲ ਪਹਿਲਾਂ ਜਿਹੜੀ ਗੱਲ ਹੋਈ, ਹੁਣ ਲੜਾਈ ਝਗੜਾ ਹੋਏਗਾ, ਫਿਰ ਉਹੀ ਗੱਲ ਰਿਪੀਟ ਹੋਣੀ ਹੈ, ਉਹੀ ਗੱਲ ਫਿਰ ਰਿਪੀਟ ਹੋਣੀ। ਉਹਨਾਂ ਸਾਲ ਦੀ ਤੇ ਕੋਈ ਗੱਲ ਹੀ ਨਹੀਂ, ਸਮ ਪੀਪਲ 10 ਸਾਲ ਦੀ ਵੀ ਗੱਲ ਕਰਦੇ। ਉਹ ਜਿਹੇ ਲੋਕਾਂ ਨੂੰ ਥੈਰੇਪਿਸਟ ਦੀ ਲੋੜ ਹੁੰਦੀ ਹੈ, ਬਿਕਾਜ਼ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਵੀ ਪੈਂਦੀ ਹੈ ਕਿ ਤੁਸੀਂ ਇਹ ਕਾਹਦੇ ਲਈ ਤੁਹਾਡੇ ਅੰਦਰ, ਜਿੱਦਾਂ ਤੁਹਾਡਾ ਸਾਈਕੋਲੋਜੀਕਲ ਜਿਹੜਾ ਤੁਹਾਡੀ ਥਿੰਕਿੰਗ ਹੈਗੀ ਉਹ ਕਿਉਂ ਇੱਦਾਂ ਚੱਲਦੀ ਪਈ ਹੈ। ਸੋ ਅਸੀਂ ਵੀ ਕੰਮ ਕਰਦੇ ਹਾਂ ਥੋੜ੍ਹਾ ਜਿਹਾ, ਪਰ ਅਸੀਂ ਡਿਫਰੈਂਟ ਕੰਮ ਕਰਦੇ ਹਾਂ। ਸੋ ਮੈਂ ਜਿੱਦਾਂ ਦੱਸਦੀ ਹੁੰਦੀ ਹਾਂ ਕਿ ਤੁਸੀਂ ਮੈਡੀਟੇਸ਼ਨ ਦੇ ਮੋਡ ਦੇ ਵਿੱਚ ਬੈਠੋ ਤੇ ਤੁਸੀਂ ਵਿਜ਼ੂਅਲਾਈਜ਼ ਕਰੋ ਕਿ ਉਹ ਪਰਸਨ ਜਿਹੜਾ ਆ ਜਾਂ ਉਹ ਵਾਈਬਸ ਜਿਹੜੀਆਂ ਹੈਗੀਆਂ ਤੁਹਾਡੇ ਤੋਂ ਦੂਰ ਜਾਂਦੀਆਂ ਪਈਆਂ ਆ, and suddenly you change the vibes, like you start seeing lovely color. ਹੁਣ ਕੋਈ ਇੱਕਦਮ ਰੈਡ ਸਕੇਰੀ ਕਲਰਸ ਆਏ ਆ ਤਾਂ ਤੁਸੀਂ ਉਹਦੀ ਜਗ੍ਹਾ ਤੇ ਨਾਈਸ ਪਰਪਲ ਵਾਰਮ ਲਾਈਟ ਕਲਰ ਜਿਹੜੇ ਆ ਉਹ ਤੁਸੀਂ ਵਿਜ਼ੂਅਲਾਈਜ਼ ਕਰਨਾ ਸ਼ੁਰੂ ਕਰ ਦਿਓ। ਸੋ ਨੈਚੁਰਲੀ ਆਤਮਿਕ ਤੌਰ ਤੇ ਉਹਨੂੰ ਹੀਲ ਕਰੋ। ਸੋ ਇਨਸਾਈਡਲੀ ਕਹਿ ਲਓ ਵੀ ਫਿਰ ਉਹਦਾ ਪ੍ਰਭਾਵ ਜਿਹੜਾ ਤੁਹਾਡੀ ਪੂਰੀ ਬਾਡੀ ਤੇ ਮਾਈਂਡ ਐਂਡ ਸੋਲ ਦੋਵੇਂ ਜਿੱਦਾਂ ਕਹਿ ਸਕਦੇ ਵੀ ਉਹਦੇ ਤੇ ਪਏਗਾ। ਫਿਰ ਜੋ ਤੁਸੀਂ ਅੰਦਰੋਂ ਹੀ ਹੀਲ ਕਰ ਲਿਆ ਤਾਂ ਫਿਰ ਤੁਹਾਡੇ ਸੈਲਸ ਬੋਡੀ ਦੇ ਚੇਂਜ ਹੋਣੇ ਸ਼ੁਰੂ ਹੋ ਜਾਣਗੇ। ਫਿਰ ਉਸ ਹਿਸਾਬ ਨਾਲ ਤੁਹਾਡੀ ਮੈਂਟਲ ਹੈਲਥ, ਫਿਜ਼ੀਕਲ ਹੈਲਥ, ਤੁਹਾਡੀ ਇਮੋਸ਼ਨਲ ਹੈਲਥ, ਉਹ ਸਾਰੀਆਂ ਚੇਂਜ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਿਹੜਾ ਕਿ ਬਹੁਤ ਕੁਇਕ ਵੇ ਦੇ ਵਿੱਚ ਵੀ ਹੋ ਸਕਦਾ ਹੈ। ਇੰਨਾ ਜ਼ਿਆਦਾ ਸਾਨੂੰ ਕਈ ਵਾਰੀ ਥੋੜੀ ਜੀ ਗੱਲ ਹੁੰਦੀ ਹੈ, ਇਟਸ ਜਸਟ ਕਿਸੇ ਨੂੰ ਉਹ ਰਾਈਟ ਪਰਸਨ ਨਹੀਂ ਮਿਲਿਆ ਹੁੰਦਾ ਵੀ ਜਿਹੜਾ ਤੁਹਾਨੂੰ ਐਡਵਾਈਸ ਦੇ ਸਕੇ ਜਾਂ ਦੱਸ ਸਕੇ। ਨੋਬਡੀ ਵਾਂਟਸ ਟੂ ਲਿਵ ਇਨ ਅ ਪਾਸਟ ਕਿ ਜੋ ਉਹਨਾਂ ਦੇ ਨਾਲ ਬੈਡ ਹੋਇਆ। ਹਾਂਜੀ, ਔਰ ਬੈਡ ਰਿਲੇਸ਼ਨਸ਼ਿਪ। ਸੋ ਇਹਦੇ ਵਾਸਤੇ ਤਾਂ ਤੁਹਾਨੂੰ ਬੁਲਾਇਆ ਕਿ ਜਿਨ੍ਹਾਂ ਨੂੰ ਲੋੜ ਹੋਏ ਸਾਡੇ ਮਨਿੰਦਰ ਕੌਰ ਜੀ ਜਿਹੜੇ ਹੈਗੇ ਆ ਐਡਵਾਈਸ ਦੇਣ ਨੂੰ ਬੈਟਰ ਨੇ। ਬਹੁਤ ਵਧੀਆ ਕੰਮ ਕਰ ਰਹੇ ਹੋ, ਕਿਉਂਕਿ ਜਿਹੜੀ ਸਾਡੀ ਛੋਟੀ ਜਿਹੜਾ ਰਿਸ਼ਤਾ ਹੈਗਾ ਮਨਿੰਦਰ ਇੱਕ ਧਾਗੇ ਦੀ ਤਰ੍ਹਾਂ ਹੁੰਦਾ ਹੈ, ਕਹਿੰਦੇ ਵੀ ਟੁੱਟ ਜਾਂਦਾ ਤੇ ਗੱਠ ਬਣ ਜਾਂਦੀ ਹੈ ਕਈ ਵਾਰ, ਪਰ ਜਿੱਦਾਂ ਹੁਣ ਤੁਹਾਡੇ ਵਰਗੇ ਜਿਹੜੇ ਕੋਚ ਨੇ ਉਹ ਗੱਠ ਬਣਨ ਨਹੀਂ ਦਿੰਦੇ। ਸੋ ਆਈ ਥਿੰਕ ਇਟਸ ਵੈਰੀ ਗੁੱਡ ਕਿ ਜੋ ਤੁਸੀਂ ਕਰ ਰਹੇ ਹੋ ਉਹਦੇ ਨਾਲ ਰਿਲੇਸ਼ਨਸ਼ਿਪਸ ਕਿੱਦਾਂ ਅਸੀਂ ਬੈਟਰ ਬਣਾ ਸਕਦੇ ਹਾਂ, ਬਿਕੋਜ਼ ਹਰੇਕ ਰਿਲੇਸ਼ਨਸ਼ਿਪ ਇੱਕ ਫੁੱਲ ਦੀ ਤਰ੍ਹਾਂ ਖੁਸ਼ਬੂ ਹੈ ਉਹਦੀ ਆਪਣੀ, ਐਂਡ ਉਹ ਕਿੱਦਾਂ ਮਹਿਕਣੀ ਹੈ ਅਸੀਂ ਤੁਹਾਡੇ ਕੋਲੋਂ ਸਿੱਖ ਰਹੇ ਹਾਂ ਕਿ ਵੀ ਹਾਂ ਇਸ ਤਰੀਕੇ ਦੇ ਨਾਲ ਸਾਡੀ ਸੋਲ ਜਿਹੜੀ ਹੈਗੀ ਆ ਉਹਦੇ ਆਧਾਰ ਤੇ ਅਸੀਂ ਦੇਖੀਏ ਤੇ ਸਾਡੀ ਰਿਲੇਸ਼ਨਸ਼ਿਪ ਬਹੁਤ ਹੀ ਪਿਆਰੀ ਰਿਲੇਸ਼ਨਸ਼ਿਪ ਹੈਗੀ ਹੈ।
ਦੇਖੋ ਰਿਲੇਸ਼ਨਸ਼ਿਪ ਜੋ 20-25 ਸਾਲ ਦੇ ਵਿੱਚ ਸਾਡਾ ਵਿਆਹ ਹੋ ਜਾਂਦਾ, ਜੇ ਨਹੀਂ ਹੁੰਦਾ ਸਾਡੇ ਪੇਰੈਂਟਸ ਸਾਨੂੰ ਬਹੁਤ ਕਹਿੰਦੇ ਕਰੋ ਹੀ ਕਰੋ। ਸੋ ਬਾਅਦ 'ਚ ਸਾਰੀ ਉਮਰ ਦਾ ਨਾਤਾ, ਸੋ ਲਾਈਕ ਘੱਟੋ ਘੱਟ ਤੁਹਾਡੇ 50 ਤੋਂ ਜਦੋਂ 75 ਸਾਲ ਦੀ ਉਮਰ ਦਾ ਸਾਥ ਹੈ ਇੱਕ ਦੂਜੇ ਦੇ ਨਾਲ, ਤੇ ਬਹੁਤ ਵਧੀਆ ਚੀਜ਼ ਹੈ ਕਿ ਤੁਹਾਡੇ ਕੋਲ ਇੱਕ ਜੀਵਨ ਸਾਥੀ ਹੈਗਾ ਆ, ਤੁਹਾਡੇ ਦੁੱਖ ਸੁੱਖ ਦੀ ਗੱਲ ਕਰਨ ਲਈ ਤੁਹਾਡੇ ਕੋਲ ਆਲਵੇਜ਼ ਅਵੇਲੇਬਲ ਹੈਗਾ ਆ। ਪਰ ਜ਼ਿਆਦਾਤਰ ਕਪਲ ਜਿਹੜੇ ਉਹਦੇ ਵਰਕ ਅਗੇਂਸਟ ਈਚ ਅਦਰ, ਲਾਈਕ ਉਹ ਇੱਕ ਦੂਜੇ ਤੋਂ ਵੱਖਰੇ ਲਾਈਕ ਅਗੇਂਸਟ ਕੰਮ ਕਰਦੇ ਨੇ, ਹੈ ਨਾ, ਦੈਨ ਵਰਕਿੰਗ ਟੁਗੈਦਰ, ਹੈ ਨਾ। ਸੋ ਇੱਕ ਬਿੰਦੂ ਹੋਣਾ ਚਾਹੀਦਾ, ਇੱਕ ਜਿੱਦਾਂ ਇੱਕ ਫੋਕਸ ਹੋਣਾ ਚਾਹੀਦਾ ਮੈਰਿਜ ਰਿਲੇਸ਼ਨਸ਼ਿਪ ਦੇ ਵਿੱਚ, ਤੇ ਉਹ ਜਿਹੜਾ ਫੋਕਸ ਹੈਗਾ ਉਹਦੇ ਵਿੱਚ ਆਪਾਂ ਦੋਨਾਂ ਹੌਲੀ ਹੌਲੀ ਕਿੱਦਾਂ ਉਹਦੇ ਕੋਲ ਪਹੁੰਚਣਾ ਆ, ਇੱਦਾਂ ਹੋਣਾ ਚਾਹੀਦਾ। ਜਿੱਦਾਂ ਹੁਣ ਮੈਂ ਕਹਿੰਦੀ ਹੁੰਦੀ ਆ ਕਿ ਤੁਸੀਂ ਲਾਈਕ ਟਰਾਈ ਕਰੋ ਕਿ ਇੱਦਾਂ ਨਾ ਦੇਖੋ ਕਿ ਮੇਰਾ ਪਾਰਟਨਰ ਜਾਂ ਮੈਂ ਉਹਦੇ ਨਾਲ ਵਿਆਹ ਕਰਾਉਣਾ ਆ ਕਿ ਜਿਹਦਾ ਸੁਭਾਅ ਮੇਰੇ ਵਰਗਾ ਜਾਂ ਜਿਹੜਾ ਮੇਰੇ ਵਰਗਾ ਆ। ਸੋ ਬੇਸਿਕਲੀ ਤੁਹਾਡੀ ਸੋਲ ਨੇ ਓਪੋਜ਼ਿਟ ਪਰਸਨ ਅਟਰੈਕਟ ਕਰਨਾ ਹੈ, ਕਿਉਂਕਿ ਤੁਹਾਡੀ ਸੋਲ ਤਾਂ ਆਲਰੇਡੀ ਤੁਹਾਡੇ ਵਰਗੇ ਨਾਲ ਤਾਂ ਆਲਰੇਡੀ ਉਹ ਰਹਿੰਦੀ ਆ। ਸੋ ਹਾਂਜੀ, ਸੋ ਇੱਕਦਮ ਡਿਫਰੈਂਟ, ਦੈਟਸ ਅ ਗੁੱਡ ਪੁਆਇੰਟ। ਯਾ ਸੋ ਬਿਕਾਜ਼ ਤੁਸੀਂ ਕਹਿ ਲਓ ਕਿ ਕਹਿੰਦੇ ਸਾਈਕਲ ਦੇ ਦੋ ਪਹੀਏ ਹਨਾ ਸੈਪਰੇਟ ਹੁੰਦੇ ਆ ਤਾਂ ਬੈਲੈਂਸ ਹੁੰਦਾ ਆ, ਹਨਾ। ਬਾਈਕ ਤੇ ਜਿੱਦਾਂ ਦੇ ਤੁਸੀਂ ਹੈਗੇ ਹੋ ਉਦਾਂ ਦੇ ਤੁਹਾਡੇ ਲਾਈਫ ਪਾਰਟਨਰ ਨੇ ਹੋਣਾ ਨਹੀਂ ਹੈਗਾ। ਤੁਹਾਡੇ ਜਿਹੜਾ ਰੀਅਲ ਲਾਈਫ ਪਾਰਟਨਰ ਜਿਨ੍ਹਾਂ ਨਾਲ ਤੁਸੀਂ ਸਾਰੀ ਜ਼ਿੰਦਗੀ ਤੁਹਾਡੀ ਰੂਹ ਤੁਹਾਡੀ ਆਤਮਾ ਕੱਢਣਾ ਚਾਹੁੰਦੀ ਆ, ਉਹਨੇ ਤੁਹਾਡੇ ਤੋਂ ਡਿਫਰੈਂਟ ਹੀ ਹੋਣਾ ਆ, ਬਿਕਾਜ਼ ਤੁਹਾਡੀ ਆਤਮਾ ਨੇ ਹੌਲੀ ਹੌਲੀ ਉਹ ਡਿਫਰੈਂਸਿਸ ਨੂੰ ਐਕਸੈਪਟ ਕਰਨਾ ਆ, ਤੇ ਉਹਦੇ ਨਾਲ ਉਹਨੇ ਹੋਰ ਜ਼ਿਆਦਾ ਤਾਕਤਵਰ ਬਣਨਾ ਆ। ਬਿਕਾਜ਼ ਸਭ ਤੋਂ ਜ਼ਿਆਦਾ ਔਖਾ ਆ ਕਿਸੇ ਨੂੰ ਮਾਫ ਕਰਨਾ, ਕਿਸੇ ਨੂੰ ਐਕਸੈਪਟ ਕਰਨਾ ਜੀ, ਬਹੁਤ ਜ਼ਿਆਦਾ। ਹਾਂਜੀ, ਸਭ ਤੋਂ ਜ਼ਿਆਦਾ ਜਿਹੜਾ ਇਨਸਾਨ ਕਿਸੇ ਨੂੰ ਮਾਫ ਕਰ ਸਕਦਾ ਉਹ ਬਹੁਤ ਵਧੀਆ ਸਟੇਜ 'ਤੇ ਨੋਰਮਲੀ ਉਹ ਅੰਦਰ ਸ਼ਾਂਤ ਹੋ ਜਾਂਦਾ ਹੈ। ਪਰ ਇਹ ਨਹੀਂ ਕਿ ਤੁਸੀਂ ਉਹਦੇ ਅੱਗੇ ਜਾ ਕੇ ਹੱਥ ਜੋੜ ਕੇ ਮਾਫੀ ਮੰਗਣੀ, ਆਪਣੇ ਅੰਦਰ ਜਿਹੜੇ ਤੁਹਾਡੇ ਅੰਦਰੋਂ ਤੁਸੀਂ ਉਹਦੇ ਲਈ ਕੀ ਫੀਲ ਕਰਦੇ ਹੋ। ਸੋ ਜਿੱਦਾਂ ਤੁਹਾਡੇ ਡਿਫਰੈਂਸਿਸ ਜਿਹੜੇ ਹੈਗੇ ਆ ਉਹ ਤੁਸੀਂ ਫਰਗਿਵ ਕਰੋਗੇ, ਇੱਕ ਦੂਜੇ ਨੂੰ ਮਾਫ ਕਰੋਗੇ, ਤਾਂ ਉਨੀ ਤੁਹਾਡੀ ਆਤਮਾ ਹੋਰ ਕਲੋਜ਼ ਹੁੰਦੀ ਜਾਏਗੀ। ਪਰ ਤੁਸੀਂ ਜੇ ਬਿਗਿਨਿੰਗ ਦੇ ਵਿੱਚ ਜਿਹੜਾ ਰੋਮਾਂਸ ਹੈ ਉਹ ਤਾਂ ਖਤਮ ਹੋ ਜਾਣਾ ਬਹੁਤ ਛੇਤੀ, ਉਹ ਤੇ ਉਸ ਤੋਂ ਬਾਅਦ ਵਿੱਚ ਤੁਹਾਡੇ ਡਿਫਰੈਂਸਿਸ ਪਤਾ ਲੱਗਣੇ ਸ਼ੁਰੂ ਹੁੰਦੇ ਆ। ਤੇ ਫਿਰ ਜਿੱਦਾਂ ਤੁਸੀਂ ਬੱਚੇ ਪੈਦਾ ਕਰਦੇ ਹੋ, ਵੱਡੇ ਹੁੰਦੇ ਆ, ਬੱਚੇ ਵਿਆਹੇ ਜਾਂਦੇ ਆ, ਜਿੱਦਾਂ ਤੁਹਾਡੇ ਕੰਮ ਕਾਰ ਨਿਬੜੀ ਜਾਣੇ ਉਦਾਂ ਹੌਲੀ ਤੁਸੀਂ ਬਾਅਦ 'ਚ ਇੱਕ ਯੂਨੀਅਨ ਬਣ ਜਾਣਾ ਆ। ਸੋ ਬੇਸਿਕਲੀ ਜਿਹੜਾ ਬੰਦਾ ਉਹ ਜਨਾਨੀ ਦਾ ਰੂਪ ਲੈ ਲੈਂਦਾ ਤੇ ਜਨਾਨੀ ਬੰਦੇ ਦਾ ਰੂਪ ਲੈ ਲੈਂਦੀ ਹੈ। ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਕਿ ਦੋਨੇ ਲਾਈਕ देयर ਕੰਪਲੀਟ ਸੋਲ। ਕਈ ਵਾਰੀ ਦੇਖਿਆ ਨਹੀਂ ਜਾਂਦਾ ਹੈਗਾ ਕਿ ਇੱਕ ਪਰਸਨ ਦੀ ਡੈਥ ਹੋਈ ਹੈ ਤਾਂ ਨਾਲ ਦੂਸਰੇ ਦੀ ਵੀ ਹੋ ਜਾਂਦੀ। ਮੇਰੇ ਖੁਦ ਮੰਮੀ ਡੈਡੀ ਦੀ ਇਦਾਂ ਹੀ 15 ਮਹੀਨਿਆਂ ਦੇ ਵਿੱਚ ਦੋਨਾਂ ਦੀ ਡੈਥ ਹੋ ਗਈ, ਪਰ ਉਹ ਲਾਈਕ 56 ਇਅਰ ਦੇ ਵਰ ਟੁਗੇਦਰ, ਹਨਾ। ਸੋ ਇਦਾਂ ਦੈਟਸ ਵਾਟ ਇਜ਼ ਲਾਈਕ ਪਹਿਲਾਂ ਉਹ ਇੱਕ ਦੂਜੇ ਨੂੰ ਐਕਸੈਪਟ ਕਰਦੇ ਲਰਨ ਕਰਦੇ ਇੱਕ ਦੂਜੇ ਦੇ ਕਲੋਜ਼ ਆ ਕੇ, ਪਰ ਇਹ ਹੁਣ ਪਾਵਰ ਫਿਰ ਵਾਪਸ ਲੈ ਕੇ ਆਉਣਾ ਚਾਹੁੰਦੀ ਹੈ। ਮੈਂ ਦੱਸਣਾ ਚਾਹੁੰਦੀ ਹਾਂ ਕਿ ਆਤਮਿਕ ਨਾਤਾ ਹੈਗਾ ਆ, ਤੁਸੀਂ ਜ਼ਿਆਦਾ ਮਨ ਦੀ ਨਾ ਸੁਣੋ, ਥੋੜੀ ਜਿਹੀ ਅੰਦਰੋਂ ਰੂਹ ਦੀ ਸੁਣੋ, ਥੋੜੀ ਜਿਹੀ ਅੰਦਰੋਂ ਦਿਲ ਦੀ ਸੁਣੋ। ਤੁਸੀਂ ਹੁਣ ਅਸੀਂ ਮਾਡਰਨ ਕਲਚਰ ਦੇ ਲਈ ਜਿੱਦਾਂ ਤੁਸੀਂ ਕਹਿ ਲਓ ਕਿ ਵੈਸਟਰਨ ਕਲਚਰ, ਹਾਂਜੀ, ਤਾਂ ਈਸਟ ਜਿਹੜੇ ਕਲਚਰ, ਜਿਹੜੇ ਦੋ ਕਲਚਰ ਜਿਹੜੇ ਹੈਗੇ ਆ, ਇਹ ਦੋਨਾਂ ਨੂੰ ਵਿਚਕਾਰ ਲੈ ਕੇ ਆਓ, ਇਹਨੂੰ ਮਰਜ ਕਰੋ ਟੁਗੇਦਰ। ਸੋ ਤੁਸੀਂ ਲਾਈਕ ਵੂਮਨ ਕੰਮ ਕਰਦੀਆਂ ਹੈਗੀਆਂ ਆ, ਸੋ ਸਾਡੇ ਕੋਲ ਬਹੁਤ ਆਈਡੀਆਜ਼ ਆ ਗਏ ਕੰਮ ਕਰਨ ਦੇ, ਬਿਜ਼ਨਸ ਕਰਨ ਦੇ, ਤੇ ਤੁਸੀਂ ਥੋੜਾ ਜਿਹਾ ਆਪਣਾ ਜਿਹੜਾ ਕਲਚਰ ਹੈਗਾ ਜਿੱਦਾਂ ਆਪਾਂ ਬਣਾਇਆ ਹੋਇਆ ਆ ਕਿ ਆਪਣੇ ਰਿਸ਼ਤੇ ਨਾਤੇ ਕਿੱਦਾਂ ਜੋੜੀਦੇ ਆ, ਉਹਨੂੰ ਵੀ ਨਾ ਛੱਡੋ, ਕਿਉਂਕਿ ਇਹ ਬਹੁਤ ਬੈਨੀਫਿਟ ਹੈਗੇ ਆ। ਇੱਕ ਕਮਿਟਮੈਂਟ ਜਿਹੜੀ ਉਹ ਮਾੜੀ ਚੀਜ਼ ਨਹੀਂ ਹੈਗੀ, ਇੱਕ ਤੁਹਾਨੂੰ ਰੀਅਸ਼ੋਰੈਂਸ ਹੈਗੀ ਆ, ਤੁਸੀਂ ਇੱਕ ਇਨਸਾਨ ਦੇ ਨਾਲ ਟਰਸਟ ਕਰਦੇ ਹੈਗੇ ਆ। ਸੋ ਦੈਟਸ ਵਾਈ ਯੈਸ, ਆਪਣੀ ਵੈਲਿਊਜ਼ ਵੀ ਰਿਸਪੈਕਟ ਕਰਦੇ ਹੋਏ ਤੇ ਕਲਚਰ ਦੂਸਰੇ ਨੂੰ ਵੀ ਅਪਣਾ ਕੇ ਐਜ਼ ਯੂ نو ਵਰਕ ਟੁਗੇਦਰ, ਜੋ ਕਿ ਬਿਊਟੀਫੁਲ ਵੇ ਆਫ ਲਿਵਿੰਗ ਲਾਈਫ ਅਸੀਂ ਕਹਿ ਸਕਦੇ ਹਾਂ। ਇੱਕ ਗੱਲ ਮੈਨੂੰ ਤੁਸੀਂ ਦੱਸੋ ਕਿ ਵੀ ਜਿਹੜਾ ਡੇਟਿੰਗ ਐਂਡ ਜਿਹੜੀ ਆਪਣੀ ਹੈਗੀ ਹੈ ਤੁਸੀਂ ਜਿਹੜਾ ਕਰ ਮੈਰਿਜ ਕੋਚਿੰਗ ਤੇ ਡੇਟਿੰਗ ਰਿਲੇਸ਼ਨਸ਼ਿਪ ਕੋਚ ਜਿਹੜੀ ਹੈ, ਇਹਦੇ ਵਿੱਚ ਕੀ ਡਿਫਰੈਂਟ ਹੈਗਾ? ਸੋ ਬੇਸਿਕਲੀ ਜਿਹੜੀ ਡੇਟਿੰਗ ਕੋਚ ਹੁੰਦੀ ਆ ਉਹਦੇ ਵਿੱਚ ਜਿਹੜੇ ਡੇਟਿੰਗ ਕੋਚ ਆ ਉਹ ਤੁਹਾਨੂੰ ਇਹੀ ਦੱਸਦੇ ਆ ਕਿ ਜਦੋਂ ਤੁਸੀਂ ਕਿਸੇ ਨਾਲ ਪਹਿਲੀ ਵਾਰੀ ਮਿਲਦੇ ਹੋ ਤੁਸੀਂ ਕਿੱਦਾਂ ਗੱਲ ਕਰਨੀ ਆ, ਕਿੱਦਾਂ ਦੇ ਕੱਪੜੇ ਪਾਉਣੇ ਆ, ਕਿੱਦਾਂ ਕੁੜੀ ਨੂੰ ਅਟਰੈਕਟ ਕਰਨਾ, ਕਿੱਦਾਂ ਮੁੰਡੇ ਨੂੰ ਅਟਰੈਕਟ ਕਰਨਾ ਆ, ਕੌਣ ਗੱਲ ਪਹਿਲਾਂ ਸ਼ੁਰੂ ਕਰੂਗਾ, ਫਿਰ ਉਸ ਤੋਂ ਬਾਅਦ ਵਿੱਚ। ਸੋ ਇਹ ਡੇਟਿੰਗ ਕਾਫੀ ਮੋਡਰਨ ਟੌਪਿਕ ਹੈਗਾ ਆ, ਐਂਡ ਆਈ ਥਿੰਕ ਸਾਨੂੰ ਵੀ ਇਸ ਦੀ ਲੋੜ ਹੈਗੀ ਆ ਡੇਟਿੰਗ ਦੀ। ਸੋ ਰਿਲੇਸ਼ਨਸ਼ਿਪ ਕੋਚਿੰਗ ਹੈਗੀ ਆ ਕਿ ਤੁਸੀਂ ਉਹ ਪਰਸਨ ਨੂੰ ਦੇਖਣ ਕਿਉਂ ਜਾ ਰਹੇ ਹੋ। ਸੋ ਪਰਸਨ ਨੂੰ ਜਦੋਂ ਤੁਸੀਂ ਮਿਲਣ ਜਾ ਰਹੇ ਹੋ, ਡੇਟਿੰਗ ਦੇ ਵਿੱਚ ਦੱਸਦੇ ਆ ਕਿ ਕਿੱਦਾਂ ਮਿਲਣਾ, ਕੱਪੜੇ ਕਿੱਦਾਂ ਪਾਉਣੇ ਆ, ਪਰ ਰਿਲੇਸ਼ਨਸ਼ਿਪ ਕੋਚਿੰਗ ਦੇ ਵਿੱਚ ਤੁਸੀਂ ਕਿਉਂ ਮਿਲਣ ਜਾ ਰਹੇ ਹੋ, ਤੁਸੀਂ
ਕਿਹੜੀ ਗੱਲੋਂ ਉਹ ਇਨਸਾਨ ਨੂੰ ਮਿਲਣਾ ਚਾਹੁੰਦੇ ਹੋ, ਤੁਹਾਡੇ ਅੰਦਰ ਕੀ ਚੱਲ ਰਿਹਾ ਆ। ਆਪਣੇ ਜਿੱਦਾਂ ਕਹਿ ਲਓ ਵੀ ਇੱਕ ਟਾਈਮ ਤੇ ਹੁੰਦਾ ਸੀ ਵਿਚੋਲੇ ਹੁੰਦੇ ਸੀਗੇ ਹਨਾ, ਹਾਂਜੀ। ਕਿ ਇੱਕ ਕੁੜੀ ਵਾਲੀ ਸਾਈਡ ਤੋਂ ਜਾਂ ਮੁੰਡੇ ਵਾਲੇ ਉਹ ਦੇਖਦੇ ਸੀ ਵੀ ਇਹਨਾਂ ਦਾ ਮੈਚ ਬਣ ਰਿਹਾ ਹੈ ਕਿ ਨਹੀਂ। ਇਜ਼ ਇਟ ਸਿਮਿਲਰ ਔਰ ਇਟਸ ਕੁਆਇਟ ਡਿਫਰੈਂਟ? ਸੋ ਮੈਚ ਮੇਕਿੰਗ ਇਜ਼ ਟੋਟਲੀ ਡਿਫਰੈਂਟ ਨਾਓ ਹਨਾ। ਪਹਿਲਾਂ ਜਿਹੜੇ ਅਸੀਂ ਵਿਚੋਲੇ ਜਿਹੜੇ ਆ ਅਸੀਂ ਆਪਣੇ ਕਲਚਰ ਦੇ ਵਿੱਚ ਉਹਨਾਂ ਨੂੰ ਵਿਚਾਰਿਆਂ ਨੂੰ ਬਾਹਰ ਕੱਢ ਦਿੱਤਾ ਆ, ਕਿਉਂਕਿ ਆਪਾਂ ਹੁਣ ਆਪਣੇ ਬੱਚਿਆਂ ਨੂੰ ਅਲਾਉ ਕਰ ਦਿੱਤਾ ਕਿ ਤੁਸੀਂ ਲਵ ਮੈਰਿਜ ਕਰ ਸਕਦੇ ਹੋ। ਇਹਦੇ ਵਿੱਚ ਕਾਫੀ ਬੱਚੇ ਓਵਰ ਏਜਡ ਹੋ ਗਏ ਆ, ਕਿਉਂਕਿ ਹਰ ਇੱਕ ਬੱਚੇ ਨੂੰ ਆਪਣੀ ਮਰਜ਼ੀ ਦਾ ਲੱਭ ਵੀ ਨਹੀਂ ਰਿਹਾ। ਪਰ ਜਿਹੜਾ ਵਿਚੋਲੇ ਜਿਹੜਾ ਕੰਮ ਕਰਦੇ ਸੀ ਉਹ ਮਾੜਾ ਕੰਮ ਨਹੀਂ ਸੀ, ਉਹ ਵਧੀਆ ਕੰਮ ਸੀ। ਉਹ ਦੋ ਫੈਮਿਲੀ ਨੂੰ ਇੰਟਰੋਡਿਊਸ ਕਰਦੇ ਸੀ, ਉਸ ਤੋਂ ਬਾਅਦ 'ਚ ਉਹਨਾਂ ਨੂੰ ਡਿਸਾਈਡ ਕਰਨ ਦਿੰਦੇ ਸੀ। ਸੋ ਮੈਚ ਮੇਕਿੰਗ ਇਜ਼ ਅ ਟ੍ਰੈਡੀਸ਼ਨਲ ਵੇ ਆਫ bringing to modern world ਸੋ ਹੁਣ ਬੇਸਿਕਲੀ ਉਹ ਹੈ ਤਾਂ ਵਿਚੋਲੇ ਵਾਲੀ ਗੱਲ ਹੀ ਹੈਗੀ ਆ। ਹੁਣ ਜਿਹੜਾ ਮੈਂ ਕੰਮ ਕਰਦੀ ਆ ਵਿਚੋਲੇ ਵਾਲਾ ਹੀ ਕੰਮ ਕਰਦੀ ਆ। ਵਧੀਆ ਕੰਮ ਹੈ, ਯਾਨੀ ਇਜ਼ ਕਮਿੰਗ ਬੈਕ ਨਾ। ਹਾਂਜੀ, ਕਿਉਂਕਿ ਅਰੇਂਜ ਮੈਰਿਜ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੇ ਦੋਨੇ ਜਿਹੜੇ ਬੱਚਿਆਂ ਦਾ ਵਿਆਹ ਹੋਣਾ ਉਹਨਾਂ ਨੇ ਆਪਣੇ ਹੀ ਡਿਸੀਜ਼ਨ ਲੈਣੀ ਆ, ਉਹਨੂੰ ਫੋਰਸ ਮੈਰਿਜ ਆਪਾਂ ਕਹਿੰਦੇ ਨਹੀਂ। ਪਰ ਜ਼ਿਆਦਾਤਰ ਵਿਚੋਲੇ ਵਿੱਚੋਂ ਨਿਕਲ ਗਿਆ ਬਿਕੋਜ਼ ਉਹ ਕਹਿੰਦੇ ਅਸੀਂ ਰਿਸਪੌਂਸਿਬਿਲਟੀ ਲੈਣਾ ਨਹੀਂ ਚਾਹੁੰਦੇ ਹੈਗੇ। ਕੀ ਰੀਜ਼ਨ ਹੈ ਤੁਹਾਨੂੰ ਲੱਗਦਾ ਵੀ ਵਿਚੋਲੇ ਜਿਹੜੇ ਰਿਸਪੌਂਸਿਬਿਲਟੀ ਕਿਸ ਕਾਰਨਾਂ ਕਰਕੇ ਨਹੀਂ ਲੈਣਾ ਚਾਹੁੰਦੇ, ਜਾਂ ਤੁਸੀਂ ਹੁਣ ਲੈ ਰਹੇ ਹੋ ਯੋਰ ਰਿਸਪੌਂਸਿਬਿਲਟੀ ਇਟਸ ਅ ਸਿਮਿਲਰ ਥਿੰਗ, ਪਰ ਤੁਹਾਨੂੰ ਕੀ ਲੱਗਦਾ? ਬਿਕੋਜ਼ ਜੇ ਇੱਕ ਬੱਚੇ ਨੇ ਲਵ ਮੈਰਿਜ ਕੀਤੀ ਹੈ ਤਾਂ ਸਾਰੇ ਲੋਕ ਇਹੀ ਸੋਚਣ ਲੱਗ ਪੈਂਦੇ ਅੱਜ ਕੱਲ੍ਹ ਬੱਚੇ ਲਵ ਮੈਰਿਜ ਹੀ ਕਰਦੇ ਆ। ਪਰ ਲਵ ਮੈਰਿਜ ਮਾੜੀ ਚੀਜ਼ ਨਹੀਂ ਹੈਗੀ, ਵਧੀਆ ਚੀਜ਼ ਆ। ਪਰ ਇਹ ਹਰ ਇੱਕ ਬੱਚਾ ਜਿਹੜਾ ਉਹ ਲਵ ਮੈਰਿਜ ਨਹੀਂ ਕਰ ਸਕਦਾ, ਉਹ ਲੱਭ ਨਹੀਂ ਸਕਦਾ ਹੈਗਾ। ਕਈ ਬੱਚੇ ਜਿਹੜੇ ਉਹਨਾਂ ਨੂੰ ਆਪਣੇ ਪੇਰੈਂਟਸ ਦੀ, ਆਪਣੇ ਰਿਲੇਟਿਵਸ ਦੀ, ਆਪਣੇ ਫਰੈਂਡਸ ਦੀ ਹੈਲਪ ਦੀ ਲੋੜ ਹੁੰਦੀ ਹੈ। ਕਈ ਵਾਰੀ ਹੁਣ ਜਿਹੜੇ ਕਈ ਬੱਚੇ ਜਿਹੜੇ ਕਾਫੀ ਪੜ੍ਹੇ ਲਿਖੇ ਵੀ ਹੈਗੇ ਆ, ਉਹਨਾਂ ਕੋਲ ਟਾਈਮ ਵੀ ਨਹੀਂ ਹੈਗਾ ਕਿ ਉਹ ਜਿੱਦਾਂ ਦੇ ਆਰ ਵੈਰੀ ਲਿਮਿਟ ਟਾਈਮ ਐਂਡ ਇੱਕ ਰੂਮ ਦੇ ਵਿੱਚ ਉਹਨਾਂ ਦਾ ਕੰਮ ਹੁੰਦਾ ਹੈ, ਕੰਪਿਊਟਰਾਈਜ਼ ਟੈਕਨੋਲੋਜੀ ਕੰਮ ਕਰਦੇ, ਜਾਂ ਸਰਟਨ ਪਲੇਸਿਸ ਇਹੋ ਜਿਹੇ ਆ ਜਿੱਥੇ ਉਹਨਾਂ ਦੀ ਰਿਕੁਆਇਰਮੈਂਟ ਕਿਸੇ ਨੂੰ ਮਿਲ ਨਹੀਂ ਸਕਦੇ। ਸੋ ਉਸ ਟਾਈਮ ਤੇ ਆਈ ਥਿੰਕ ਇਹ ਬਹੁਤ ਵਧੀਆ ਹੈ ਕਿ ਮੈਚ ਮੇਕਿੰਗ ਕਹਿ ਲਓ ਜਾਂ ਫਿਰ ਡੇਟਿੰਗ ਜਿਹੜੀ ਹੈਗੀ ਆ ਸਾਈਟਸ ਵਗੈਰਾ, ਸੇਫ ਸਾਈਟਸ ਆਈ ਵਿਲ ਸੇ, ਉਹ ਜ਼ਰੂਰੀ ਬਣ ਜਾਂਦੀ ਹੈ ਬਿਕੋਜ਼ ਦੇ ਵਾਂਟ ਟੂ ਗੈਟ ਮੈਰਿਡ ਬਟ ਦੇ ਕਾਂਟ ਫਾਈਂਡ Yeah, dating sites are amazing ਜਿਹੜੇ ਇਸ ਸਾਈਟ ਤੇ ਟਰਸਟ ਕਰਦੇ ਆ। ਹੁਣ ਆਈ ਥਿੰਕ ਇਹ ਜਿਹੜੀਆਂ ਡੇਟਿੰਗ ਮੈਚ ਮੇਕਿੰਗ ਜਿਹੜੀ ਹੈਗੀ ਇਹਨਾਂ ਨੂੰ ਸਾਨੂੰ ਫਿਊਚਰ ਦੇ ਵਿੱਚ ਲੋੜ ਪੈਣੀ ਹੈ ਇਹਨਾਂ ਦੇ। ਤੈਨੂੰ ਲੱਗਦਾ ਡੇਟਿੰਗ ਸਾਈਟ ਜਿਹੜੀ ਉਹ ਬੈਟਰ ਹੈ ਕਿ ਮੈਚਿੰਗ ਜਿਹੜੀ ਹੈਗੀ ਉਹ ਸੇਫ ਵਾਈਜ਼ ਅਗਰ ਸੋਚੀਏ ਵੀ ਕਿਹੜੀ ਬੈਟਰ ਹੈ? ਬਿਕੋਜ਼ ਡੇਟਿੰਗ ਐਪਸ ਕਹਿ ਲਓ ਵੀ ਕਾਫੀ ਲੋਕ ਜਿਹੜੇ ਹੈਗੇ ਆ ਖਤਰਾ ਵੀ ਉਹਨਾਂ ਤੋਂ ਹੈਗਾ, ਐਂਡ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋਗੇ? ਹੁਣ ਅਸੀਂ ਵੀ ਲੈ ਕੇ ਆਉਣ ਲੱਗੇ ਆ ਸਪੀਡ ਡੇਟਿੰਗ ਵਰਚੁਅਲ ਇਵੈਂਟ ਜੀ। ਹਾਂਜੀ, ਉਹਦੇ ਵਿੱਚ ਕੋਚਿੰਗ ਦੇ ਵੀ ਸਮ ਪਾਰਟ ਹੋਣਗੇ। ਸੋ ਆਈ ਥਿੰਕ ਡੇਟਿੰਗ ਇਜ਼ ਫਾਈਨ। ਸੋ ਇਟਸ ਚੇਂਜਿੰਗ ਅ ਲੋਟ ਇਜ਼ਨਟ ਇਟ? ਹਾਂਜੀ, ਤੁਸੀਂ ਉਹਦੇ ਚ ਜਸਟ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਆ, ਸੇਫ ਰੱਖਣਾ ਆ। ਤੁਸੀਂ ਦੇਖੋ ਕਿ ਤੁਸੀਂ ਕਿਸੇ ਰੋਂਗ ਪਰਸਨ ਦੇ ਨਾਲ ਗੱਲ ਨਹੀਂ ਕਰ ਰਹੇ। ਸੋ ਤੁਸੀਂ ਦੇਖੋ ਕਿ ਇਟਸ ਜਸਟ ਐਕਸਪਲੋਰ ਕਿ ਇਹ ਜਾਂਚ ਪੜਤਾਲ ਹੀ ਹੋ ਰਹੀ ਹੈ ਬਸ। ਸੋ ਉਸ ਤੋਂ ਬਾਅਦ ਤੁਸੀਂ ਅਗਰ ਡਿਸੀਜਨ ਬਣਾਉਣਾ ਹੋਏ ਜਾਂ ਕਿੰਨੇ ਟਾਈਮ ਤੱਕ ਡੂ ਯੂ ਥਿੰਕ ਕਿ ਇਨਸਾਨ ਆਈ ਮੀਨ ਐਵਰੀਬਾਡੀ ਇਜ਼ ਗੋਇੰਗ ਟੂ ਬੀ ਡਿਫਰੈਂਟ ਕਿ ਕਿੰਨਾ ਟਾਈਮ ਉਹ ਕਿਸੇ ਦੇ ਨਾਲ ਸਪੈਂਡ ਕਰਕੇ ਦੈਨ ਦੇ ਡਿਸਾਈਡ ਦੇ ਵਾਂਟ ਟੂ ਗੈਟ ਮੈਰਿਡ ਜਾਂ ਨਹੀਂ? ਤੁਹਾਡੇ ਦੇਖਣ ਦੇ ਵਿੱਚ ਕੋਈ ਤੁਸੀਂ ਆਪਣਾ ਐਕਸਪੀਰੀਅੰਸ ਦੱਸਣਾ ਚਾਹੋ? ਬਿਕੋਜ਼ ਯੂ ਗੋਟ ਅ ਲਿਸਟ, ਯੂ ਰੀਸੈਂਟਲੀ ਸਟਾਰਟ ਐਂਡ ਆਈ ਐਮ ਸ਼ੋਰ ਯੂ ਆਰ ਬਿਜ਼ੀ ਨਾਓ, ਤੇ ਥੋੜੇ ਜਿਹੇ ਆਪਣੇ ਥੋੜੇ ਐਗਜ਼ਾਮਪਲ ਦੱਸੋਗੇ ਵੀ ਕਿਸ ਤਰੀਕੇ ਦੇ ਤੁਸੀਂ ਆਪਣੇ ਦੇਖੇ ਹੈ ਰਿਲੇਸ਼ਨਸ਼ਿਪ ਦੇ ਵਿੱਚ ਪੀਪਲ ਕਮਿੰਗ ਟੂ ਯੂ ਐਂਡ ਉਹਨਾਂ ਦਾ ਕੀ ਐਕਸਪੀਰੀਅੰਸ ਲਿਆ, where they're standing at the moment? Yeah, I would say ਸਾਲ 2 ਸਾਲ ਦਾ ਤਾਂ ਜ਼ਰੂਰ ਟਾਈਮ ਹੋਣਾ ਚਾਹੀਦਾ। ਤੁਹਾਨੂੰ ਕਿਸੇ ਨੇ ਇੰਟਰੋਡਿਊਸ ਕਰਾਇਆ, ਤੁਸੀਂ ਉਹ ਪਰਸਨ ਨੂੰ ਮਿਲਣ ਲੱਗੇ ਹੋ ਜੀ, ਤੇ ਤੁਸੀਂ ਸਾਲ ਜਾਂ 2 ਸਾਲ ਉਹ ਪਰਸਨ ਨੂੰ ਦੇਖੋ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਿ ਤੁਸੀਂ ਕਿੱਦਾਂ ਫੀਲ ਕਰਦੇ ਹੋ, ਕਿ ਤੁਸੀਂ ਉਹਨਾਂ ਦੇ ਨਾਲ ਕਮਿਟਮੈਂਟ ਬਣਾਉਣ ਲਈ ਤਿਆਰ ਹੋ, ਕਿ ਤੁਸੀਂ ਉਹਨਾਂ ਦੇ ਜਿਹੜੇ ਡਿਫਰੈਂਸਿਸ ਥੋੜੇ ਹੈਗੇ ਉਹਨੂੰ ਐਕਸੈਪਟ ਕਰ ਸਕਦੇ ਹੋ। ਸੋ ਸਾਲ 2 ਸਾਲ ਦਾ ਟਾਈਮ ਤਾਂ ਹੋਣਾ ਚਾਹੀਦਾ, ਰਸ਼ ਕਰਨ ਦੀ ਲੋੜ ਨਹੀਂ ਹੈਗੀ। So there is a timing for each person. ਕੁਛ ਆਪਣੀ stories ਦੱਸੋਗੇ ਜਿਹੜੇ clients ਤੁਹਾਡੇ ਕੋਲ so far ਆ ਰਹੇ ਨੇ, how happy they are or they are not happy? So basically ਜਦੋਂ ਮੇਰੇ ਕੋਲ clients ਜਿਹੜੇ ਥੋੜੇ ਆਏ ਹੋਏ ਨੇ ਉਹਨਾਂ ਦਾ ਐਕਸਪੀਰੀਅੰਸ ਸਾਲ 2 ਸਾਲ ਦਾ ਰਿਹਾ ਸੀ ਇੱਕ ਦੂਜੇ ਨਾਲ ਗੱਲ ਕਰਨ ਦਾ। ਤੇ ਉਹ ਜਿੱਦਾਂ ਮਿਲਦੇ ਸੀ, ਜਿੱਦਾਂ ਆਪਣੇ ਰਿਲੇਟਿਵਸ ਆਪਣੇ ਮਮ ਡੈਡ ਦੇ ਨਾਲ ਵੀ ਗੱਲ ਕਰਾਈ, ਪਹਿਲਾਂ ਆਪਣੇ ਬ੍ਰਦਰ ਸਿਸਟਰ ਨਾਲ ਮਿਲਾਇਆ, ਫਿਰ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਡਿਸੀਜ਼ਨ ਲਈ ਕਿ ਹੁਣ ਵਿਆਹ ਕਰ ਲੈਂਦੇ ਆ। ਸੋ ਨਾਈਸ ਲੰਮਾ ਸਮਾਂ ਮੈਂ ਤਾਂ ਇੰਟਰੋਡਿਊਸ ਕਰ ਦਿੰਦੀ ਆ, ਉਸ ਤੋਂ ਬਾਅਦ 'ਚ ਮੈਂ ਜਸਟ ਪੁੱਛਦੀ ਹੁੰਦੀ ਆ ਕੀ ਗੱਲ ਚੱਲ ਰਹੀ ਹੁਣ ਬਸ,
ਤੇ ਫਿਰ ਜਦੋਂ ਮੈਂ ਇੰਟਰੋਡਿਊਸ ਕਰਾਤਾ ਤੇ ਜਦੋਂ ਦੇਖਿਆ ਕਿ ਉਹ ਖੁਸ਼ ਲੱਗਦੇ ਨੇ ਤੇ ਫਿਰ ਉਸ ਤੋਂ ਬਾਅਦ 'ਚ ਥੋੜਾ ਜਿਹਾ ਮੋਟੀਵੇਟ ਕਰਦੀ ਹੁੰਦੀ ਆ ਕਿ ਟੇਕ ਯੋਰ ਟਾਈਮ। ਸੋ ਤੁਸੀਂ ਇੱਕ ਦੂਜੇ ਨਾਲ ਰਸ਼ ਨਾ ਕਰੋ ਹੈਗਾ, ਇੱਕ ਦੂਜੇ ਨੂੰ ਅੰਡਰਸਟੈਂਡ ਕਰਿਓ। ਤੇ ਉਸ ਤੋਂ ਬਾਅਦ 'ਚ ਫਿਰ ਮੇਰੀ ਜੋਬ ਦਾ ਡਨ ਆ। ਸੋ ਯੂ ਜਸਟ ਆਸਕ ਲਾਈਟਰ ਔਨ, ਥੋੜਾ ਜਿਹਾ ਵਿੱਚੋਂ ਦੀ ਪੁੱਛ-ਗਿੱਛ ਕਰਕੇ ਕਿ ਹਾਂਜੀ, ਮੈਂ ਨਾ ਮੇਰਾ ਕੰਮ ਹੈਗਾ ਇੰਟਰੋਡਿਊਸ ਹੀ ਕਰਾਉਣਾ। ਉਸ ਤੋਂ ਬਾਅਦ ਵਿੱਚ ਮੇਰੀ ਆਪਣੀ ਲਾਈਫ ਕਾਫੀ ਬਿਜ਼ੀ ਹੈਗੀ ਆ, ਫੈਮਿਲੀ ਲਾਈਫ ਐਂਡ ਆਲਸੋ ਬਿਜ਼ਨਸ ਵੀ ਕਾਫੀ ਬਿਜ਼ੀ ਆ, ਤੇ ਫਿਰ ਮੈਂ ਜ਼ਿਆਦਾ ਹੈਂਗ ਅਰਾਊਂਡ ਕਰਦੀ ਨਹੀਂ ਹੈਗੀ। ਪਰ ਉਹ ਫਿਰ ਦੱਸ ਦਿੰਦੇ ਆ ਕਿ ਨਾਓ ਵੀ ਮੇਡ ਦਿਸ ਡਿਸੀਜ਼ਨ। ਸੋ ਮੈਂ ਜਦੋਂ ਤੁਹਾਡੇ ਕੋਲ ਕੋਈ ਆਂਦਾ ਹੈ ਕਿ ਵੀ ਮੈਂ ਆਈ ਨੀਡ ਰਿਲੇਸ਼ਨਸ਼ਿਪ ਕੋਚਿੰਗ, ਤੁਸੀਂ ਉਹਦੇ ਨਾਲ ਕਿਸ ਤਰੀਕੇ ਕੀ ਉਹਦੇ ਬਾਰੇ ਜਾਣਦੇ ਹੋ ਬਿਫੋਰ ਯੂ ਐਡਵਾਈਜ਼ ਦੈਮ, ਜਾਂ ਉਹਨਾਂ ਦੇ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹੈਗੇ ਹੋ ਬਿਫੋਰ ਯੂ ਸਟਾਰਟ ਯੋਰ ਕੋਚਿੰਗ ਵਿਦ ਦੈਮ? ਸੋ ਵੈਰੀ ਬਰੀਫ ਪਾਸਟ ਜਿਹੜੀ ਹਿਸਟਰੀ ਆ ਬਹੁਤ ਬਰੀਫ ਚਾਹੀਦੀ ਆ, ਬਿਕੋਜ਼ ਮੈਂ ਉਹਨਾਂ ਦੀ ਆਂਦਰਾ ਫਿਰ ਨਹੀਂ ਦਿਖਾਉਣਾ ਚਾਹੁੰਦੀ ਹੈਗੀ। ਬਿਕੋਜ਼ ਮੈਨੂੰ ਲੱਗਦਾ ਕਿ ਜਿੰਨਾ ਤੁਸੀਂ ਪਿਛਲੀਆਂ ਗੱਲਾਂ ਕਰਦੇ ਹੋ ਓਨਾ ਹੀ ਤੁਸੀਂ ਭੋਂ ਕੇ ਉਹਨੂੰ ਫਿਰ ਜਿੱਦਾਂ ਤੁਸੀਂ ਸਕ੍ਰੈਚ ਕਰਦੇ ਹੋ, ਹਾਂਜੀ ਸਕ੍ਰੈਚ ਕਰਦੇ ਹੋ ਤੁਸੀਂ ਉਹਨੂੰ ਫਿਰ ਜਗਾਉਂਦੇ ਹੋ। ਸੋ ਇਸ ਲਈ ਮੈਂ ਥੋੜਾ ਜਿਹਾ ਬਰੀਫ ਮੈਨੂੰ ਪਤਾ ਹੋਣਾ ਚਾਹੀਦਾ ਕਿ ਕਿੱਦਾਂ ਉਹਨਾਂ ਨੂੰ ਕੀ ਪ੍ਰੋਬਲਮ ਆਈ ਸੀ, ਵਿਆਹ ਹੋਇਆ ਸੀ ਪਹਿਲਾਂ, ਉਹਨਾਂ ਦਾ ਦਿਲ ਟੁੱਟਿਆ ਜਾਂ ਕਿੱਦਾਂ, ਥੋੜਾ ਜਿਹਾ ਫਿਰ ਮੈਨੂੰ ਆਈਡੀਆ ਹੋ ਜਾਂਦਾ। ਤੇ ਜ਼ਿਆਦਾਤਰ ਮੇਰੇ ਕੋਲ ਕਲਾਇੰਟਸ ਹੁੰਦੇ ਆ ਮੈਚ ਮੇਕਿੰਗ ਲਈ, ਤੇ ਫਿਰ ਪਤਾ ਲੱਗਦਾ ਕਿ ਕਲਾਇੰਟਸ ਨੂੰ ਥੋੜੀ ਜਿਹੀ ਕੋਚਿੰਗ ਚਾਹੀਦੀ ਹੈ। ਓਕੇ, ਹਾਂਜੀ, ਤੇ ਬਿਫੋਰ ਉਹਨਾਂ ਦੇ ਲਈ ਮੈਂ ਪਾਰਟਨਰ ਲੱਭਾਂ। ਠੀਕ ਹੈ। ਹਾਂਜੀ, ਤੇ ਕਈਆਂ ਨੂੰ ਸਿੱਧਾ ਤੁਸੀਂ ਮੈਚ ਮੇਕਿੰਗ ਲਈ, ਕਈ ਬਿਲਕੁਲ ਸਟ੍ਰੇਟ ਜਾ ਸਕਦੇ ਆ ਮੈਚ ਮੇਕਿੰਗ ਲਈ, ਕਈਆਂ ਨੂੰ ਥੋੜੀ ਜਿਹੀ ਹੈਲਪ ਦੀ ਲੋੜ ਹੁੰਦੀ ਪਹਿਲਾਂ। ਸੋ ਅਗਰ ਮੈਂ ਕਹਾਂ ਵੀ ਮੈਂ ਤੁਹਾਡੇ ਕੋਲ ਆਈ ਹਾਂ, ਮੇਰਾ ਹਾਰਟ ਬ੍ਰੋਕਨ ਹੈ, ਮੈਨੂੰ ਕੀ ਕਰਨਾ ਚਾਹੀਦਾ? ਸੋ ਵਾਟ ਯੂ ਵਿਲ ਡੂ? ਤੁਸੀਂ ਕਿਸ ਤਰੀਕੇ ਫਿਰ ਮੈਂ ਤੁਹਾਨੂੰ ਇਹੀ ਕਹੂੰਗੀ ਪਹਿਲਾਂ ਕਿ ਜੋ ਤੁਹਾਡਾ ਬ੍ਰੋਕਨ ਹਾਰਟ ਆ ਉਹਨੂੰ ਤੁਸੀਂ ਪੇਪਰ ਤੇ ਲਿਖੀ ਜਾਓ, ਲਿਖੀ ਜਾਓ, ਲਿਖੀ ਜਾਓ, ਲਿਖੀ ਜਾਓ। ਸੋ ਭਾਵੇਂ 10 ਭਰਨ, ਭਾਵੇਂ ਹੋਰ ਫੋਲਡਰ ਲਿਖਣਾ ਕੀ ਹੈ, ਪਰ ਤੁਸੀਂ ਜੋ ਮਰਜ਼ੀ ਭਾਵੇਂ ਗਾਲਾਂ ਕੱਢ ਦਿਓ, ਜੋ ਮਰਜ਼ੀ ਕਰ ਦਿਓ ਉਸ ਪਰਸਨ ਦੇ ਬਾਰੇ। ਹਾਂਜੀ, ਜੋ ਵੀ ਤੁਹਾਡੀ ਫੀਲਿੰਗਸ ਹੈ ਤੁਸੀਂ ਆਪਣੇ ਆਪ ਨਾਲ ਬੈਠਣਾ, ਜੋ ਤੁਹਾਡੇ ਅੰਦਰ ਭਾਵਨਾ ਆਈਆਂ ਤੁਸੀਂ ਉਹਨੂੰ ਪੇਪਰ ਤੇ ਲਿਖਣਾ ਆ ਉਸ ਟਾਈਮ ਤੇ। ਫਿਰ ਤੁਸੀਂ ਉਹ ਪੇਪਰਸ ਨੂੰ ਫਾੜ ਦੇਣਾ ਆ, ਸਾੜ ਦੇਣਾ ਆ, ਫਾੜਨਾ ਨਹੀਂ, ਉਹਨੂੰ ਸਾੜ ਦੇਣਾ ਬਸ। ਉਸ ਤੋਂ ਬਾਅਦ ਤੁਸੀਂ ਕਹਿਣਾ ਕਿ ਮੈਂ ਅਰਦਾਸ ਕਰ ਦੇਣੀ ਹੈ ਕਿ ਮੇਰਾ ਪਿਛਲਾ ਸਮੇਂ 'ਚ ਜੋ ਮੈਨੂੰ ਦੁੱਖ ਮਿਲਿਆ ਸੀਗਾ ਉਹ ਸਾਰਾ ਚਲਾ ਗਿਆ ਤੇ ਮੈਂ ਉਹਨੂੰ ਮਾਫ ਕਰਦੀ ਹਾਂ। ਫਿਰ ਪਰਮਾਤਮਾ ਬਹੁਤ ਸਾਥ ਦਿੰਦਾ ਆ। ਸੋ ਆਪਾਂ ਕੋਈ ਵੀ ਤੁਸੀਂ ਜਿਹੜੇ ਵੀ ਤੁਸੀਂ ਧਰਮ ਦੇ ਵਿੱਚ ਹੈਗੇ ਹੋ, ਜਿੱਦਾਂ ਵੀ ਤੁਹਾਡਾ ਵਿਸ਼ਵਾਸ ਹੈਗਾ, ਬਾਅਦ 'ਚ ਅਰਦਾਸ ਕਰ ਦਿਓ, ਫਿਰ ਉਹ ਤੁਹਾਡਾ ਬਾਕੀ ਪਰਮਾਤਮਾ ਨੇ ਹੀਲ ਕਰਨਾ ਹੁੰਦਾ ਆ ਸਾਰਾ ਕੁਝ। Oh, remind me one film Jab We Met. Oh yeah, ਹਾਂਜੀ, ਉਹਦੇ ਵਿੱਚ ਵੀ ਉਹਨੇ ਕਿਹਾ ਟਾਇਲਟ ਵਗੈਰਾ 'ਚ ਫਲਸ਼ ਕੀਤਾ ਸੀ। ਹਾਂਜੀ, ਕਰੀਨਾ ਕਪੂਰ। ਹਾਂਜੀ, ਸੋ ਤੁਸੀਂ ਬਰਨ ਕਰੋ ਤੇ ਫਿਰ ਤੁਸੀਂ ਦੇਖੋ ਕਿ ਉਹ ਬਰਨ ਹੋ ਰਹੀ ਹੈ, ਉਹ ਕਿੱਦਾਂ ਸਵਾਹ ਬਣਦੀ ਪਈ ਹੈ। ਤੁਸੀਂ ਉਹਨੂੰ ਨਾਲ ਦੇਖਣਾ, ਉਹਨੂੰ ਛੱਡ ਕੇ ਆ ਨਹੀਂ ਜਾਣਾ ਹੈਗਾ, ਤੁਸੀਂ ਉਹਨੂੰ ਚੰਗੀ ਤਰ੍ਹਾਂ ਦੇਖੋ। ਪਰ ਜੇ ਤੁਹਾਨੂੰ ਲੱਗਦਾ ਕਿ ਥੋੜੇ ਹੋਰ ਰਹਿੰਦੇ ਨੇ ਤੇ ਫਿਰ ਅਗਲੇ ਦਿਨ ਫਿਰ ਰਿਪੀਟ ਕਰੋ। ਕਈਆਂ ਦਾ ਥੋੜਾ ਹੁੰਦਾ ਉਹ ਇੱਕਦਮ ਕਲੀਅਰ ਹੋ ਜਾਂਦਾ, ਕਈਆਂ ਨੂੰ ਫਿਰ ਦੁਬਾਰਾ ਰਿਪੀਟ ਕਰਨਾ ਪੈਂਦਾ ਆ। ਫਿਰ ਜਦੋਂ ਤੁਸੀਂ ਪਾਸਟ ਜਿਹੜਾ ਉਹ ਭੁੱਲ ਜਾਂਦੇ ਹੋ ਜਾਂ ਉਹਨੂੰ ਭੁੱਲਣਾ ਤੁਹਾਡੀ ਮੈਮਰੀਜ਼ ਦੇ ਵਿੱਚ ਸਾਰਾ ਕੁਝ ਹੋਣਾ ਆ, ਪਰ ਜਿਹੜੀਆਂ ਭਾਵਨਾਵਾਂ ਦੇ ਉੱਤੇ ਤੁਸੀਂ ਆਪਣੀਆਂ ਫੀਲਿੰਗਸ ਹੈਵੀ ਲੈ ਕੇ ਤੁਰੇ ਫਿਰਦੇ ਹੋ ਨਾ, ਉਹ ਫੀਲਿੰਗਸ ਆਪਾਂ ਜਿਹੜੀਆਂ ਉਹ ਕਲੀਅਰ ਕਰਨੀਆਂ। ਪਰ ਇਹ ਨਹੀਂ ਕਿ ਤੁਹਾਡੀ ਮੈਮਰੀ ਲੋਸਟ ਹੋ ਜਾਣੀ ਹੈ, ਤੁਹਾਡੀ ਮੈਮਰੀ ਨੂੰ ਸਾਰਾ ਕੁਝ ਪਤਾ ਹੋਊਗਾ। ਸੋ ਮੈਮਰੀਜ਼ ਕੈਰੀ ਐਵਰੀਥਿੰਗ, ਹੈ ਨਾ, ਕਿ ਮੇਰਾ ਕਿੱਦਾਂ ਦਿਲ ਤੋੜਿਆ ਸੀ, ਕੀ ਗੱਲਾਂ ਸੀ, ਉਹ ਤੁਹਾਨੂੰ ਵਰਡਸ ਸਾਰੇ ਆਉਣਗੇ। ਪਰ ਜਦੋਂ ਤੁਸੀਂ ਉਹਨੂੰ ਫੋਰਗਿਵ ਕਰ ਦੋਗੇ ਉਹ ਮੂਮੈਂਟ ਨੂੰ, ਫਿਰ ਉਸ ਤੋਂ ਬਾਅਦ ਤੁਸੀਂ ਲਾਈਟਰ ਫੀਲ ਕਰੋਗੇ ਤੇ ਫਿਰ ਤੁਸੀਂ ਈਜ਼ੀਲੀ ਮੂਵ ਕਰ ਸਕਦੇ ਹੋ। ਅਦਰਵਾਈਜ਼ ਲਾਅ ਆਫ ਅਟਰੈਕਸ਼ਨ ਜਿਹੜਾ ਉੱਦਾਂ ਦੀ ਸੇਮ ਹੀ ਰਿਲੇਸ਼ਨਸ਼ਿਪ ਫਿਰ ਤੁਹਾਡੇ ਅੱਗੇ ਲੈ ਕੇ ਆਏਗਾ। ਇੱਦਾਂ ਦਾ ਹੀ ਮੈਂ ਹੋਰ ਕੁਐਸਚਨ ਪੁੱਛਾਂਗੀ, ਅਗਰ ਕਿਸੇ ਦਾ ਡਿਵੋਰਸ ਹੋਇਆ ਸੋ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਮੈਨੇਜਰ ਕਰਨਾ ਚਾਹੀਦਾ, ਕਿਉਂਕਿ ਕਈ ਵਾਰੀ ਤੁਸੀਂ ਸੁਣਿਆ ਹੋਣਾ 3 ਡਿਵੋਰਸ ਹੋ ਗਏ ਆ। ਕਈ ਵਾਰੀ 3 ਨਹੀਂ, ਕਈਆਂ ਦੇ ਬਹੁਤ ਜ਼ਿਆਦਾ ਵੀ ਹੋਇਆ ਕਿ ਉਹ ਸੋਚਦੇ ਵੀ ਬਾਰ-ਬਾਰ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ। ਹਾਂਜੀ, ਜ਼ਿਆਦਾਤਰ ਔਰਤਾਂ ਜਿਹੜੀਆਂ ਆ ਉਹ ਤਾਂ ਇੱਕ ਡਿਵੋਰਸ ਹੋਣ ਤੋਂ ਬਾਅਦ ਹੀ ਦੁਬਾਰਾ ਹਿੰਮਤ ਨਹੀਂ ਕਰਦੀਆਂ ਹੈਗੀਆਂ, ਜਾਂ ਮੈਕਸਿਮਮ ਇੱਕ ਹੋਰ ਵਿਆਹ ਕਰ ਲੈਂਦੇ ਆ। ਸੋ ਜੇ ਉਹ ਦੁਬਾਰਾ ਵਿਆਹ ਕਰਕੇ ਜਦੋਂ ਉਹਨਾਂ ਨੂੰ ਲੱਗਦਾ ਰਿਲੇਸ਼ਨਸ਼ਿਪ ਕੰਮ ਨਹੀਂ ਕਰ ਰਹੀ, ਪਰ ਉਹ ਉੱਦਾਂ ਹੀ ਐਕਸੈਪਟ ਕਰ ਲੈਂਦੀਆਂ ਕਿ ਦੁਨੀਆ ਕੀ ਕਹੇਗੀ, ਪਰ ਉਹ ਸਟਿਲ ਪੇਨ ਦੇ ਵਿੱਚ ਜਾਂਦੀਆਂ ਬਿਕਾਜ਼ ਉਹਨਾਂ ਨੇ ਪਹਿਲਾਂ ਜਿਹੜਾ ਉਹ ਕਲੀਅਰ ਨਹੀਂ ਕੀਤਾ ਹੈਗਾ। ਸੋ ਬੇਸਿਕਲੀ ਤੁਸੀਂ ਆਪਣੀ ਪੇਨ ਜਿਹੜੀ ਉਹਨੂੰ ਕਲੀਅਰ ਕਰੋ, ਫਿਰ ਸੈਲਫ ਲਵ ਜਿਹੜਾ ਆ ਤੁਸੀਂ ਲਾਈਕ ਫੋਰਗਿਵ ਯੋਰਸੈਲਫ ਗੋਇੰਗ ਥਰੂ ਦੈਟ ਪੇਨ, ਫੋਰਗਿਵ ਦੈਟ ਪਰਸਨ took you through that pain। 2 ਚੀਜ਼ਾਂ ਹੋ ਗਈਆਂ। ਤੁਸੀਂ ਆਪਣੇ ਆਪ ਨੂੰ ਵੀ ਕਿ ਉਹ ਫਿਰ ਕੀ ਹੋਇਆ, ਜੋ ਤੁਹਾਨੂੰ ਪਤਾ ਲੱਗ ਜਾਂਦਾ ਨਾ ਮੇਰੀ ਆਤਮਾ ਇਹ ਪੇਨ ਐਕਸਪੀਰੀਅੰਸ ਕਰਨਾ ਚਾਹੁੰਦੀ ਸੀ, ਤੁਸੀਂ ਆਟੋਮੈਟਿਕਲੀ ਆਪਣੇ ਆਪ ਨੂੰ ਫੋਰਗਿਵ ਕਰ ਦਿੰਦੇ ਹੋ ਤੇ ਦੂਸਰਿਆਂ ਨੂੰ ਫੋਰਗਿਵ ਕਰ ਦਿੰਦੇ ਆ। ਸੋ ਇਹ ਕੋਈ ਵੀ ਰਿਲੇਸ਼ਨਸ਼ਿਪ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ ਵੀ ਐਜ਼ ਏ ਹਸਬੈਂਡ ਵਾਈਫ ਹੋਏ, ਬॉयਫ੍ਰੈਂਡ ਗਰਲਫ੍ਰੈਂਡ ਹੋਏ, ਕਿਸੇ ਵੀ ਤਰੀਕੇ ਦੀ ਅਗਰ ਅਸੀਂ ਰਿਲੇਸ਼ਨਸ਼ਿਪ 'ਚੋਂ ਗੁਜ਼ਰ ਰਹੇ ਹਾਂ, ਵਿਚ ਇਜ਼ ਵੈਰੀ ਇੰਪੋਰਟੈਂਟ ਕਿ ਇਸੇ ਤਰੀਕੇ ਦੇ ਨਾਲ ਇੱਕ ਹੀਲਿੰਗ ਪ੍ਰੋਸੈਸ ਜਿਹੜਾ ਅਸੀਂ ਅਪਣਾ ਸਕਦੇ ਹੈਗੇ ਹਾਂ। ਚਾਹੇ ਉਹ ਕਈ ਵਾਰੀ ਬ੍ਰਦਰਸ ਦੇ ਨਾਲ
ਹੋ ਸਕਦਾ ਹੈ, ਫਾਦਰਸ ਦੇ ਨਾਲ ਹੋ ਸਕਦਾ ਹੈ। ਸੋ ਹੀਲਿੰਗ ਪ੍ਰੋਸੈਸ ਜਿਹੜਾ ਇਨ ਅ ਵੇ ਸੇਮ ਹੈ ਨਾ ਮਨਿੰਦਰ, ਕਿ ਕੋਈ ਵੀ ਰਿਲੇਸ਼ਨਸ਼ਿਪ ਜਿਹੜਾ ਉਹ ਤੁਸੀਂ ਅਗਰ ਹੀਲਿੰਗ ਪ੍ਰਾਪਤ ਕਰਨੀ ਹੈ ਤੇ ਇਸੇ ਤਰੀਕੇ ਦੇ ਨਾਲ ਅਸੀਂ ਫੋਰਗਿਵ ਕਰਕੇ ਆਪਣੇ ਆਪ ਨੂੰ, ਆਪਣੀ ਸੋਲ ਨੂੰ ਤੇ ਦੂਸਰੇ ਨੂੰ ਫੋਰਗਿਵ ਕਰਕੇ ਅਸੀਂ ਅਪਣਾ ਸਕਦੇ ਹੈਗੇ ਹਾਂ। ਸੋ ਬੇਸਿਕਲੀ ਜਿਹੜੀਆਂ ਇਲਨੈਸ ਹੁੰਦੀਆਂ, ਡਿਜ਼ੀਜ਼ਸ ਹੁੰਦੀਆਂ, ਤੁਸੀਂ ਉਹਦੇ ਤੋਂ ਬਚਣਾ ਆ। ਹੁਣ ਇਹ ਨਹੀਂ ਕਿ ਤੁਸੀਂ ਆਪਣੇ ਕੋਈ ਬ੍ਰਦਰ ਸਿਸਟਰ ਜਾਂ ਕਿਸੇ ਨਾਲ ਗੱਲ, ਤੁਹਾਡਾ ਪ੍ਰੋਬਲਮ ਆਈ ਹੋਵੇ ਜੋ ਤੁਸੀਂ ਫੋਰਗਿਵ ਕਰਦੇ ਹੋ ਇਮੋਸ਼ਨਲੀ ਐਂਡ ਮੈਂਟਲੀ, ਇਟ ਡਸਨਟ ਮੀਨ ਉਹ ਤੁਹਾਡਾ ਰਿਸ਼ਤਾ ਉਹਨਾਂ ਦੇ ਨਾਲ ਫਿਰ ਇੱਕੋ ਜਿਹਾ ਹੋ ਜਾਣਾ ਆ, ਕਿਉਂਕਿ ਤੁਸੀਂ ਸ਼ਾਇਦ ਉਹ ਦੁਬਾਰਾ ਉਹ ਤੁਹਾਡੀ ਰਿਲੇਸ਼ਨਸ਼ਿਪ ਕਦੀ ਵੀ ਨਾ ਬਣੇ ਹੈਗਾ। ਪਰ ਜਿਹੜੀਆਂ ਤੁਹਾਡੀ ਉਹ ਰਿਲੇਸ਼ਨਸ਼ਿਪ ਤੋੜਨ ਦੇ ਬੇਸ 'ਤੇ ਜਿਹੜੀਆਂ ਇਲਨੈਸ ਪੈਦਾ ਹੋ ਰਹੀਆਂ ਸੀ, ਜਾਂ ਮੈਂਟਲ ਇਲਨੈਸ ਕਹਿ ਲਓ, ਜਾਂ ਡਿਪਰੈਸ਼ਨ ਕਹਿ ਲਓ, ਐਂਗਜ਼ਾਇਟੀ ਕਹਿ ਲਓ, ਜੋੜਾਂ 'ਚ ਪੇਨ ਕਹਿ ਲਓ, ਹਾਰਟ ਦੇ ਵਿੱਚ ਪੇਨ ਕਹਿ ਲਓ, ਕੋਈ ਵੀ ਇੱਦਾਂ ਜਿਹੜੀਆਂ ਪ੍ਰੋਬਲਮ, ਸਾਇਆਟਿਕਾ ਕਹਿ ਲਓ। ਸੋ ਜਿਹੜੀ ਇਹ ਸਾਨੂੰ ਪ੍ਰੋਬਲਮਸ ਆਉਂਦੀ ਆ ਮਨਿੰਦਰ, ਕੀ ਇਸੇ ਕਰਕੇ ਆਉਂਦੀ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਐਨਰਜੀ ਬਲੋਕੇਜ ਜਿਹੜੀ ਹੁੰਦੀ ਹੈ, ਜਿੱਦਾਂ ਅਸੀਂ ਹੋਲਡ ਕਰਕੇ ਬੈਠੇ ਆ। ਲਾਸਟ ਟਾਈਮ ਤੁਸੀਂ ਇਹ ਵੀ ਦੱਸ ਰਹੇ ਸੀ ਜਿਹੜੀ ਐਥਰਾਈਟਿਸ ਵਗੈਰਾ ਜਿਹੜੀ ਪ੍ਰੋਬਲਮ ਹੁੰਦੀ ਹੈ, ਉਹ ਵੀ ਜਿਹੜਾ ਅਸੀਂ ਕੁਝ ਆਪਣੇ 'ਚ ਵਿਚਾਰ ਜਿਹੜੇ ਆ ਉਹ ਇਕੱਠੇ ਕੀਤੇ ਹੋਇਆ, ਅਸੀਂ ਆਪਣੇ ਆਪ ਨੂੰ ਜਿਹੜੇ ਸਾਡੇ ਪੁਰਾਣੇ, ਜਿੱਦਾਂ ਹੁਣ ਜਿੱਦਾਂ ਸਮਾਂ ਚੇਂਜ ਹੋ ਰਿਹਾ, ਤੁਹਾਨੂੰ ਉਹਦੇ ਨਾਲ ਚੇਂਜ ਕਰਨਾ ਪੈਣਾ ਆ। ਹੁਣ ਕਈ ਗੱਲਾਂ ਜਿਹੜੀਆਂ ਮੇਰੇ ਮਮ ਦੇ ਵੇਲੇ ਤੇ ਕੰਮ ਸੀ ਕਰਦੀਆਂ ਸੀ ਤੇ ਮੇਰੇ ਵੇਲੇ ਨਹੀਂ ਕਰਦੀਆਂ, ਤਾਂ ਹੁਣ ਮੇਰੀ ਬੇਟੀ ਦੇ ਵੇਲੇ ਤਾਂ ਮੈਨੂੰ ਹੋਰ ਵੀ ਮਾਈਂਡਸੈਟ ਚੇਂਜ ਕਰਨਾ ਪੈਣਾ, ਬਿਕੋਜ਼ ਦੁਨੀਆ ਬਹੁਤ ਚੇਂਜ ਹੋ ਗਈ ਆ। ਪਰ ਉਹ ਜਿਹੜਾ ਸਬਕੌਂਸ਼ੀਅਸ ਮਾਈਂਡ ਨੂੰ ਜਦੋਂ ਆਪਾਂ ਚੇਂਜ ਕਰਦੇ ਆ, ਇੱਕ ਹਾਰਡ ਵਰਕ ਆ ਜਿਹੜਾ ਕਿ ਹਰ ਇੱਕ ਇਨਸਾਨ ਰਿਸਪੌਂਸਿਬਿਲਿਟੀ ਲੈਣਾ ਨਹੀਂ ਚਾਹੁੰਦਾ। ਉਹ ਇੰਨੇ 'ਚ ਖੁਸ਼ ਰਹਿੰਦੇ ਆ ਕਿ ਚਲੋ ਆਪਾਂ ਦੂਜੇ ਦੀ ਬਦਨਾਮੀ ਕਰ ਦਈਏ ਕਿ ਆਪਾਂ ਤਾਂ ਨਹੀਂ ਕੀਤਾ ਹੈਗਾ, ਦੂਜਾ ਵੀ ਨਾ ਕਰੇ। ਸੋ ਆਪਣਾ ਜਿਹੜਾ ਟਾਈਮ, ਉਹਨਾਂ ਦਾ ਜਿਹੜਾ ਟਾਈਮ ਆਪਣੇ ਆਪ ਨੂੰ ਚੇਂਜ ਕਰਨ ਦੀ ਬਜਾਏ ਉਹ ਦੂਜੇ 'ਤੇ ਉਂਗਲੀ ਚੁੱਕਣਾ ਪਸੰਦ ਕਰਦੇ ਆ। ਪਰ ਉਹ ਹੀ ਜਿਹੜੀਆਂ ਪੇਨ ਬੈਠੀਆਂ, ਸਵੈਲਿੰਗ ਬੈਠੀ ਆ, ਜਿਹੜੀਆਂ ਅੰਦਰ ਕਈ ਤਰ੍ਹਾਂ ਦੀਆਂ ਪੇਨਸ ਨੇ। ਹੁਣ ਜੇ ਤੁਹਾਨੂੰ ਕਿਸੇ ਨੇ ਪੇਨ ਦਿੱਤੀ ਆ ਤਾਂ ਤੁਸੀਂ ਉਹ ਪੇਨ ਨੂੰ ਵੀ ਨਹੀਂ ਰਿਲੀਜ਼ ਕੀਤਾ ਤਾਂ ਉਹ ਵੀ ਸਾਇਆਟਿਕਾ ਹੋ ਸਕਦੀ ਆ। ਕੁਝ ਲਿਮਿਟਡ ਕਿਸੇ ਦੀ ਪੇਨ ਜਿਹੜੀ ਹੈਗੀ ਆ ਉਹ ਤੁਹਾਡੇ ਵਿੱਚ ਹੋ ਸਕਦੀ ਹੈ। ਜੇ ਤੁਹਾਨੂੰ ਕਿਸੇ ਨੇ ਦਿੱਤੀ ਹੈ ਤਾਂ ਤੁਸੀਂ ਉਹਨੂੰ ਨਹੀਂ ਫੋਰਗਿਵ ਕੀਤਾ, ਔਰ ਜੇ ਤੁਹਾਨੂੰ ਤੁਸੀਂ ਜਿਹੜਾ ਸਮਾਂ ਪੁਰਾਣਾ ਉਹਦੇ ਨਾਲ ਤੁਸੀਂ ਚੇਂਜ ਨਹੀਂ ਹੋਏ ਹੈਗੇ। ਬੇਸਿਕਲੀ ਕੋਈ ਵੀ ਤੁਹਾਡੀ ਬੋਡੀ ਦੇ ਵਿੱਚ ਇਲਨੈਸ ਹੈਗੀ ਆ, ਉਹ ਤੁਹਾਡੀ ਸਬਕੌਂਸ਼ੀਅਸਲੀ ਹੀ ਤੁਹਾਡੀ ਬੋਡੀ ਉਹਨੂੰ ਅਡੋਪਟ ਕਰਦੀ ਪਈ ਹੈ। ਹੁਣ ਕਈ ਤਾਂ ਚਲੋ ਆ ਜਾਂਦੀਆਂ ਇੱਕਦਮ, ਕਿਸੇ ਨੂੰ ਕੈਂਸਰ ਆ ਗਈ ਜਾਂ ਕੁਛ ਆ ਗਿਆ, ਉਹ ਵੀ ਉਹਦਾ ਆਪਣਾ ਕਰਮ ਕਿਸੇ ਤਰੀਕੇ ਨਾਲ, ਉਹ ਪਤਾ ਨਹੀਂ ਕਿਉਂ ਇਸ ਤੋਂ ਜਾ ਰਿਹਾ। ਕੁਛ ਗੱਲਾਂ ਤੁਹਾਨੂੰ ਐਕਸੈਪਟ ਕਰਨੀਆਂ ਪੈਂਦੀਆਂ, ਫਿਰ ਉਹ ਇੱਦਾਂ ਦੀ ਜਿਹੜੀ ਇੱਕਦਮ ਰਿਲੇਸ਼ਨਸ਼ਿਪ ਜਿਹੜੀ ਕੰਟਰੋਲ ਦੇ ਵਿੱਚ ਨਹੀਂ ਹੈਗੀ, ਉਹਨੂੰ ਐਕਸੈਪਟ ਕਰੋ ਤਾਂ ਉਹਦੇ ਨਾਲ ਜੀਣਾ ਸ਼ੁਰੂ ਕਰੋ। ਪਰ ਬਾਕੀ ਜਿਹੜਾ ਹੈਗਾ, ਜਿਹੜੇ ਆਪਾਂ ਹੋਲਡ ਕਰਕੇ ਬੈਠੇ ਹੋਏ ਆ ਇਮੋਸ਼ਨਲ ਤੌਰ 'ਤੇ, ਲਿਮਿਟਡ ਬਿਲੀਫਸ, ਸਾਡੀਆਂ ਵੈਲਿਊਜ਼, ਜਿੱਦਾਂ ਹੁਣ ਆਪਾਂ ਔਰਤ ਜਿਹੜੀ, ਜਿੱਦਾਂ ਹੁਣ ਮੈਂ ਆਪਣੇ ਮੰਮੀ ਨੂੰ ਦੇਖਦੀ ਸੀਗੀ ਤੇ ਉਹਨਾਂ ਦੀਆਂ ਦੇ ਲਈ ਜਿੱਦਾਂ ਔਰਤ ਦਾ ਦੂਸਰਾ ਦਰਜਾ ਆ ਦੁਨੀਆ ਦੇ ਵਿੱਚ, ਮੇਰੇ ਲਈ ਇਹ ਹੈ ਨਹੀਂ। ਰੱਬ ਤੋਂ ਬਾਅਦ ਜੀ ਹਾਂਜੀ, ਰੱਬ ਤੋਂ ਬਾਅਦ 'ਚ ਨਹੀਂ, ਮਰਦ ਤੋਂ ਬਾਅਦ ਦੇ ਵਿੱਚ, ਮਰਦ ਤੋਂ ਬਾਅਦ। ਹਾਂਜੀ, ਜਿੱਦਾਂ ਉਹਨਾਂ ਦੇ ਲਈ, ਜਿੱਦਾਂ ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਭਰਾ, ਹਸਬੈਂਡ ਤੇ ਜਿਹੜੇ ਉਹਨਾਂ ਦਾ ਪੁੱਤਰ ਸੀ ਉਹ ਪਹਿਲੇ, ਤੇ ਉਸ ਤੋਂ ਬਾਅਦ 'ਚ ਔਰਤਾਂ ਜਿੰਨੀਆਂ ਫੈਮਿਲੀ 'ਚ ਉਹ ਦੂਸਰੇ ਨੰਬਰ 'ਤੇ ਹੁੰਦੀਆਂ। ਇਹ ਸਾਡੇ ਮੰਮੀ ਉਸ ਟਾਈਮ 'ਤੇ ਸੋਚਦੇ ਸੀ। ਓਕੇ, ਹਾਂਜੀ, ਸਮਝ ਲੱਗੀ ਨਾ? ਹਾਂਜੀ, ਲੱਗਦਾ ਲੱਗੀ ਆ। ਜਿੱਦਾਂ ਕਿ ਕਹਿ ਲਓ ਕਿ ਪੁੱਤਰ ਦੀ ਬਹੁਤ ਜ਼ਰੂਰਤ ਆ ਫੈਮਿਲੀ ਦੇ ਵਿੱਚ। ਆਪਣਾ ਜਿੱਦਾਂ ਉਹ ਉਸ ਸਮੇਂ ਦੇ ਨਾਲ ਹੁਣ ਉਹ ਚੇਂਜ ਹੋਣਾ ਚਾਹੀਦਾ। ਪਰ ਹਰ ਇੱਕ ਔਰਤ ਉਹ ਚੇਂਜ ਨਹੀਂ ਕਰ ਸਕਦੀ, ਜਾਂ ਹਰ ਇੱਕ ਡਿਜ਼ਾਇਰ ਆਫ ਸਨ ਤੁਸੀਂ ਕਹਿ ਲਓ। ਹਾਂਜੀ, ਉੱਦਾਂ ਹਰ ਇੱਕ ਨੂੰ ਨਾਈਸ ਆ, ਇੱਕ ਪੁੱਤਰ ਹੁੰਦਾ ਆ, ਇੱਕ ਧੀ ਹੁੰਦੀ, ਦੈਟਸ ਫਾਈਨ। ਪਰ ਜੇ ਤੁਸੀਂ ਕਹਿੰਦੇ ਹੋ ਕਿ ਲਾਈਕ ਮੈਂ ਪੁੱਤਰ ਨੂੰ ਫੜ ਕੇ ਬਹਿ ਜਾ, ਹੈ ਨਾ, ਇਹ ਮੇਰਾ ਘਰ ਦਾ ਚਿਰਾਗ ਆ, ਤੇ ਕੁੜੀ ਜਿਹੜੀ ਉਹਨੇ ਵਿਆਹ ਕਰਕੇ ਦੂਸਰੇ ਘਰ ਚਲੇ ਜਾਣਾ ਆ, ਇਹ ਹੁਣ ਸਾਰਾ ਚੇਂਜ ਹੋ ਗਿਆ। ਹਾਂਜੀ, ਪਰ ਹਜੇ ਕਈ ਲੋਕਾਂ ਲਈ ਚੇਂਜ ਨਹੀਂ ਹੋਇਆ। ਫਿਰ ਉਹ ਲੋਕ ਜਿਹੜੇ ਉਹ ਇਮੋਸ਼ਨਸ ਨੂੰ ਫੜ ਕੇ ਬੈਠੇ ਹੋਏ ਨੇ, ਉਹਨਾਂ ਨੇ ਹਾਰਡ ਟਰਾਈ ਕਰਨੀ ਹੈ ਕਿ ਇਸੇ ਹੀ ਬੇਸ 'ਤੇ ਆਪਾਂ ਆਪਣਾ ਜੀਵਨ ਜੀਏ। ਫਿਰ ਦੈਨ ਉੱਦਾਂ ਦੇ ਲੋਕ ਜਿਹੜੇ ਹੈਗੇ ਨੇ, ਕਈ ਜਿੱਦਾਂ ਉਹ ਥੋੜ੍ਹਾ ਜਿਹਾ ਕ੍ਰਿਟੀਕਲ ਬਿਹੇਵੀਅਰ ਵੀ ਹੋ ਜਾਂਦਾ ਉਹਨਾਂ ਦਾ, ਤੇ ਫਿਰ ਜਿੱਦਾਂ ਮਾਈਂਡ ਸੈਟ ਜਿਹੜਾ ਆ ਉਹ ਥੋੜ੍ਹਾ ਜਿਹਾ, ਤੁਸੀਂ ਬੱਚਿਆਂ ਨੂੰ ਚੂਜ਼ ਕਰਨ ਦਿਓ, ਬੱਚੇ ਕੀ ਕਰਨਾ ਚਾਹੁੰਦੇ ਆ, ਆਪਣੀ ਲਾਈਫ ਹੈਗੀ ਆ। ਹਰੇਕ ਜਿੱਦਾਂ ਤੁਸੀਂ ਦੱਸ ਰਹੇ ਵੀ ਸਾਡੀ ਸੋਲ ਇੱਕ ਜਰਨੀ ਦੀ ਤਰ੍ਹਾਂ ਹੈਗੀ ਆ, ਉਹਨੇ ਆਪਣੀ ਜਿਹੜੀ ਯਾਤਰਾ ਜਿਹੜੀ ਕਰਨੀ ਆ, ਅਲੱਗ-ਅਲੱਗ ਰਿਸ਼ਤਿਆਂ ਨੂੰ ਨਿਭਾਉਂਦੇ ਹੋਏ, ਕਈਆਂ ਤੋਂ ਦੂਰ ਜਾਂਦੇ ਹੋਏ, ਕਿਸੇ ਨੂੰ ਕੋਲ ਲਿਆਉਂਦੇ ਹੋਏ ਕਰਨੀ ਹੈ। ਜਦੋਂ ਅਸੀਂ ਥੋੜ੍ਹਾ ਜਿਹਾ ਵੀ ਰਿਲੇਸ਼ਨਸ਼ਿਪ ਦੇ ਬਾਰੇ ਦੱਸੋ ਮਨਿੰਦਰ, ਕਿ ਜਦੋਂ ਅਸੀਂ ਕਿਸੇ ਰਿਲੇਸ਼ਨਸ਼ਿਪ ਨੂੰ ਛੱਡ ਦਿੰਦੇ ਹਾਂ, ਮੰਨ ਲਓ ਡਿਵੋਰਸ ਹੋ ਜਾਂਦਾ ਜਾਂ ਕੋਈ ਚਲਾ ਜਾਂਦਾ ਸਾਡੀ ਜ਼ਿੰਦਗੀ 'ਚੋਂ, ਉਹਦਾ ਕੀ ਮਹੱਤਵ ਹੁੰਦਾ ਰਿਲੇਸ਼ਨਸ਼ਿਪ ਦੇ ਵਿੱਚ ਐਜ਼ ਅ ਕੋਚਿੰਗ? ਉਹਦੇ ਵਿੱਚ ਹੁਣ ਤੁਸੀਂ ਦੇਖੋਗੇ ਤੁਹਾਡੀ ਜਿਹੜੀ ਆਤਮਾ ਸੀ ਉਹ ਕੁਝ ਲਰਨ ਕਰਨ ਲਈ ਉਹਨੇ ਇਹ ਪਰਸਨ ਨੂੰ ਚੂਜ਼ ਕੀਤਾ, ਤੇ ਜੇ ਤੁਸੀਂ ਉਸ ਪਰਸਨ ਨੂੰ ਫੜ ਕੇ ਬੈਠੇ ਆ ਤਾਂ ਤੁਹਾਡੀ ਆਤਮਾ ਜਿਹੜੀ ਉਹ ਪੇਨ ਦੇ ਵਿੱਚੋਂ ਜਾ ਰਹੀ ਹੈ, ਜਿਹਨੂੰ ਕਿ ਆਪਾਂ ਕਹਿੰਦੇ ਲੜਾਈ ਝਗੜਾ, ਜਾਂ ਤਾਂ ਤੁਸੀਂ ਉਹ ਪੇਨ ਉਹਦੇ
ਪਰਸਨ ਨੂੰ ਐਕਸੈਪਟ ਕਰੋ ਕਿ ਜਿਸ ਤਰ੍ਹਾਂ ਦਾ ਉਹ ਪਰਸਨ ਹੈਗਾ ਮੈਂ ਉਹਦੇ ਨਾਲ ਰਹਿ ਸਕਦੀ ਹਾਂ, ਠੀਕ ਆ। ਪਰ ਜਦੋਂ ਤੁਸੀਂ ਡਿਵੋਰਸ ਕਰ ਲਿਆ, ਤੁਸੀਂ ਐਕਸੈਪਟ ਨਹੀਂ ਕੀਤਾ ਹੈਗਾ, ਤੁਹਾਡੀ ਆਤਮਾ ਨੇ ਫਿਰ ਵੀ ਫਰੀडम ਲਈ ਉਹ ਰਿਸ਼ਤੇ ਦੇ ਉੱਤੋਂ, ਤੁਹਾਡੀ ਆਤਮਾ ਫਿਰ ਵੀ ਆਜ਼ਾਦ ਹੋਈ। ਇੱਕ ਕਿ ਬੜੀ ਵੱਡੀ ਸਟੇਜ ਗਿਣੀ ਜਾਂਦੀ ਹੈ ਆਜ਼ਾਦੀ ਪਾਉਣਾ, ਜਿਹਨੂੰ ਕਿ ਸਮਾਜ ਇਜਾਜ਼ਤ ਨਹੀਂ ਦਿੰਦਾ ਹੈਗਾ। ਪਰ ਉਹ ਜਿੱਦਾਂ ਤੁਹਾਡੀ ਆਤਮਾ ਨੇ ਉਹ ਤੋਂ ਲਰਨ ਕੀਤਾ, ਇੱਕ ਪ੍ਰੋਸੈਸ ਉਹਨੇ ਪਾਸ ਕੀਤਾ ਹੈ ਨਾ, ਇੱਕ ਉਹਨੇ ਸਟੈਪ ਚੱਕਿਆ ਕਿ ਮੈਂ ਇਹ ਰਿਲੇਸ਼ਨਸ਼ਿਪ ਛੱਡਣੀ ਆ। ਤਾਂ ਉਹਦੇ ਲਈ ਈਜ਼ੀ ਨਹੀਂ ਹੋ ਸਕਦਾ, ਉਹਦੇ ਵਿੱਚ ਬੱਚੇ ਵੀ ਇਨਵੋਲਵ ਹੋਏ ਹੋਣ, ਪੇਰੈਂਟਸ ਵੀ ਇਨਵੋਲਵ ਹੋਏ ਹੋਣ, ਬ੍ਰਦਰ ਸਿਸਟਰ ਵੀ ਇਨਵੋਲਵ ਹੋਏ ਹੋਣ, ਪਰ ਫਿਰ ਵੀ ਉਹ ਆਤਮਾ ਨੇ ਇੱਕ ਸਟੈਪ ਲਿਆ ਤਾਂ ਉਹਨੇ ਕੁਝ ਲਰਨ ਕੀਤਾ ਇਹ ਫਰੀडम ਦੇ ਵਿੱਚੋਂ ਕਿ ਮੈਂ ਇਹਨੂੰ ਛੱਡ ਕੇ ਤਾਂ ਹੁਣ ਆਪਣਾ ਜੀਵਨ ਖੁਦ ਸੁਧਾਰਨਾ ਜਾਂ ਮੈਂ ਇਕੱਲੇ ਨੇ ਜੀਣਾ ਆ। ਇਸ ਫਰੀडम। ਸੋ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਏਸ਼ੀਅਨ ਕਮਿਊਨਿਟੀ ਦੇ ਵਿੱਚ ਰਿਲੇਸ਼ਨਸ਼ਿਪ ਕੋਚ ਦੇ ਬਾਰੇ? ਸੋ ਬੇਸਿਕਲੀ ਅਜੇ ਇੰਨਾ ਅਵੇਅਰਨੈਸ ਹੈਗੀ ਨਹੀਂ। ਆਪਾਂ ਕਾਫੀ ਮੈਂਟਲ ਹੈਲਥ ਦੇ ਉੱਪਰ, ਅਬਿਊਜ਼ ਦੇ ਉੱਪਰ ਕਾਫੀ ਗੱਲ ਕਰਦੇ ਆ। ਮੈਂ ਕਾਫੀ ਦੇਖਿਆ ਕਿ ਕਾਫੀ ਲੋਕ ਕੰਮ ਕਰ ਰਹੇ ਆ ਕਿ ਕਿੱਦਾਂ ਰਿਲੇਸ਼ਨਸ਼ਿਪ ਅਬਿਊਜ਼ ਜਿਹੜੇ ਆ ਉਹਨਾਂ ਤੋਂ ਕਿੱਦਾਂ ਬਚਿਆ ਜਾਏ, ਜਿਹੜੇ ਉਸ ਤੋਂ ਬਾਅਦ ਵਿੱਚ ਜਿਹੜੀ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਜਿਹੜਾ ਆਉਂਦਾ ਆ ਉਹਦੇ ਤੋਂ ਕਿੱਦਾਂ ਬਚਿਆ ਜਾਵੇ। ਪਰ ਜਿਹੜੀ ਰਿਲੇਸ਼ਨਸ਼ਿਪ ਕੋਚਿੰਗ ਹੈਗੀ ਆ, ਇਹਨਾਂ ਦੀ ਆਪਾਂ ਨੂੰ ਸਗੋਂ ਜ਼ਿਆਦਾ ਲੋੜ ਆ ਇਹ ਏਸ਼ੀਅਨ ਕਮਿਊਨਿਟੀ ਦੇ ਵਿੱਚ, ਕਿਉਂਕਿ ਸਾਡੇ ਕੋਲ ਇੱਕ ਬੜਾ ਵਧੀਆ ਸਿਸਟਮ ਹੈਗਾ ਕਿ ਜਿਹੜਾ ਆਪਾਂ ਅਰੇਂਜ ਮੈਰਿਜ ਵੀ ਕਰ ਸਕਦੇ ਆ, ਲਵ ਮੈਰਿਜ ਵੀ ਕਰ ਸਕਦੇ ਆ, ਪੇਰੈਂਟਸ ਨਾਲ ਵੀ ਰਹਿ ਸਕਦੇ ਆ, ਪੇਰੈਂਟਸ ਤੋਂ ਦੂਰ ਵੀ ਰਹਿ ਸਕਦੇ ਆ। ਫਿਰ ਹਾਂਜੀ, ਸੋ ਜੇ ਤੁਸੀਂ ਰਿਲੇਸ਼ਨਸ਼ਿਪ ਕੋਚਿਸ ਨੂੰ ਦੇਖੋ ਤਾਂ ਉਹ ਤੁਹਾਨੂੰ ਮੋਟੀਵੇਟ ਹੀ ਕਰਦੇ ਨੇ ਕਿ ਆਪਾਂ ਕਿੱਦਾਂ ਇਹ ਲੜਾਈ ਝਗੜੇ ਛੱਡਣੇ ਆ ਤਾਂ ਆਪਾਂ ਕਿੱਦਾਂ ਅੱਗੇ ਵਧਣਾ ਰਿਸ਼ਤਿਆਂ ਦੇ ਵਿੱਚ ਤੇ ਕਿੱਦਾਂ ਇਕੱਠੇ ਰਹਿਣਾ। ਹਾਂਜੀ, ਸੋ ਅਗਲਾ ਕੁਐਸਚਨ ਹੈ ਨਾ ਮਨਿੰਦਰ, ਮੈਂ ਪੁੱਛਾਂਗੀ ਵਾਈ ਸ਼ੁੱਡ ਸਮਵਨ ਐਕਚੁਅਲੀ ਹਾਇਰ, ਜੋ ਕਿ ਥੋੜਾ ਜਿਹਾ ਤੁਸੀਂ ਆਈ ਥਿੰਕ ਮੈਂਸ਼ਨ ਕੀਤਾ ਹੈਗਾ ਕਿ ਅਗਰ ਕੋਈ ਚੂਜ਼ ਕਰਦਾ ਹੈ ਰਿਲੇਸ਼ਨਸ਼ਿਪ ਕੋਚ, ਕਿਉਂ ਕਰਨਾ ਚਾਹੀਦਾ ਉਹਨਾਂ ਨੂੰ? ਅੱਜ ਦੇ ਜ਼ਮਾਨੇ 'ਚ ਕਿਉਂ ਉਹਨਾਂ ਦੀ ਲੋੜ ਪੈ ਰਹੀ ਹੈ ਦੁਬਾਰਾ? ਮੇਰੇ ਖਿਆਲ ਦੇ ਵਿੱਚ ਤੇ ਰਿਲੇਸ਼ਨਸ਼ਿਪ ਕੋਚ ਹਾਇਰ ਵੀ ਨਹੀਂ ਹੋਣਾ ਚਾਹੀਦਾ। ਮੇਰੇ ਖਿਆਲ 'ਚ ਤੇ ਇੱਕ ਕੋਰਸ ਬਣਿਆ ਹੋਣਾ ਚਾਹੀਦਾ, ਇੱਕ 2-3 ਸਾਲ ਦੀ ਡਿਗਰੀ ਹੋਣੀ ਚਾਹੀਦੀ ਹੈ ਕਿ ਇਹ ਪਹਿਲਾਂ ਤੁਸੀਂ ਦੇਖੋ ਕਿ ਲਾਈਫ ਕੀ ਹੈਗੀ ਆ ਤੇ ਰਿਲੇਸ਼ਨਸ਼ਿਪ ਕੀ ਹੈਗੀ ਆ, ਤੇ ਬੱਚੇ ਜਿਹੜੇ ਪੈਦਾ ਹੋਣੇ ਜਾਂ ਉਹਨਾਂ ਨੂੰ ਇੱਕ ਪੇਰੈਂਟਸ ਦੀ ਲੋੜ ਪੈਂਦੀ ਹੈ ਤਾਂ ਸਿੰਗਲ ਪੇਰੈਂਟ ਦੇ ਨਾਲ ਬੱਚੇ ਕਿੱਦਾਂ ਫੀਲ ਕਰਦੇ ਆ, ਇੱਕ ਸਟੱਡੀ ਹੋਣੀ ਚਾਹੀਦੀ ਹੈ। ਉਹ ਸਟੱਡੀ ਕਰੋ ਤੇ ਫਿਰ ਉਸ ਤੋਂ ਬਾਅਦ ਵਿੱਚ ਤੁਸੀਂ ਦੇਖੋ ਕਿ ਇਹ ਤੁਹਾਡੇ ਲਈ ਮੈਰਿਜ ਹੈਗੀ ਆ ਜਾਂ ਤੁਸੀਂ ਇਕੱਲੇ ਰਹਿਣਾ ਆ। ਬਿਕੋਜ਼ ਬੱਚਿਆਂ ਨੂੰ ਨਾਲ ਵਿੱਚ ਧਰੂਵੋ ਨਾ, ਉਹਨਾਂ ਦਾ ਨਾਮ ਵਿਚਾਰਿਆਂ ਦਾ ਜੀਵਨ ਖਰਾਬ ਕਰੋ। ਸੋ ਮੇਰੇ ਖਿਆਲ 'ਚ ਰਿਲੇਸ਼ਨਸ਼ਿਪ ਕੋਚਿੰਗ ਦੀ ਬਹੁਤ ਲੋੜ ਆ, ਪਰ ਇਹ ਥੋੜ੍ਹੇ ਲੰਮੇ ਸਮੇਂ ਦੇ ਲਈ ਕੋਚਿੰਗ ਲਵੋ, 1-2 ਸੈਸ਼ਨ ਦੇ ਨਾਲ ਕੁਛ ਨਹੀਂ ਬਣਨਾ ਹੈਗਾ। ਤੁਹਾਨੂੰ ਕੀ ਲੱਗਦਾ ਕਿੰਨੇ ਸੈਸ਼ਨ ਜਿਹੜੇ ਹੈਗੇ ਆ ਲੈਣੇ ਪੈਣਗੇ? ਮੇਰੇ ਖਿਆਲ ਦੇ 'ਚ 6 ਮੰਥ ਦੀ ਗਰੁੱਪ ਕੋਚਿੰਗ ਦੇ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਐਂਟਰ ਕਰਦੇ ਹੋ ਕਿਸੇ ਦੇ ਵਿੱਚ ਵੀ, ਪਰ ਇੰਡੀਅਨ ਦੇ ਵਿੱਚ ਜੇ ਇੰਨੇ ਹੈਗੇ ਨਹੀਂ, ਪਰ ਤੁਸੀਂ ਸਰਚ ਕਰ ਸਕਦੇ ਹੋ। ਅਸੀਂ ਵੀ ਲਿਆਉਣਾ ਚਾਹੁੰਦੇ ਹਾਂ 6 ਮੰਥ ਗਰੁੱਪ ਕੋਚਿੰਗ ਪ੍ਰੋਗਰਾਮ। ਉਹਦੇ ਵਿੱਚ ਆਪਾਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਕਿਹੜੇ ਇਸ਼ੂ ਆ ਸਕਦੇ ਆ ਹੁਣ ਆਫਟਰ ਮੈਰਿਜ, ਇਸ਼ੂਜ਼ ਕੀ ਨੇ, ਕਿਉਂਕਿ ਤੁਹਾਡਾ ਜੀਵਨ ਇਕੱਲਿਆਂ ਦਾ ਜੀਵਨ ਤਾਂ ਰਹਿਣਾ ਨਹੀਂ ਹੈਗਾ। ਕਿੱਥੇ ਤੁਸੀਂ ਇਕੱਲੇ ਨਾ ਤਿਆਰ ਹੋਏ ਸੀ, ਚਲੇ ਗਏ, ਆਪਣੀ ਮਰਜ਼ੀ ਕੀਤੀ। ਉਹ ਤਾਂ ਜਦੋਂ ਤੁਸੀਂ ਇੱਕ ਰਿਲੇਸ਼ਨਸ਼ਿਪ ਜਾਂ ਕਮਿਟਮੈਂਟ ਦੇ ਵਿੱਚ ਵੱਜ ਜਾਂਦੇ ਹੋ ਤਾਂ ਤੁਹਾਡੀ ਲਾਈਫ ਬਿਲਕੁਲ ਚੇਂਜ ਹੋ ਗਈ। ਕਿ ਤੁਸੀਂ ਉਹਦੇ ਵਿੱਚ ਉਹ ਸਾਰੀਆਂ ਜਿਹੜੀਆਂ ਆਫਟਰ ਮੈਰਿਜ ਐਂਡ ਆਫਟਰ ਰਿਲੇਸ਼ਨਸ਼ਿਪ ਜਿੰਨੀਆਂ ਵੀ ਇਸ਼ੂਜ਼ ਆਉਂਦੇ ਪਏ ਨੇ, ਉਹ ਸਾਰੇ ਪਹਿਲਾਂ ਹੀ ਹਾਈਲਾਈਟ ਕਰਨੇ ਚਾਹੀਦੇ ਆ, ਪਹਿਲਾਂ ਹੀ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇਹ ਪ੍ਰੋਬਲਮਸ ਆ ਰਹੀਆਂ ਕਿ ਤੁਸੀਂ ਇਹਨਾਂ ਨੂੰ ਬਰਦਾਸ਼ਤ ਕਰ ਸਕਦੇ ਹੋ। ਟਰੂ। ਤੇ ਮਨਿੰਦਰ, ਕਈ ਵਾਰੀ ਇਹ ਕਿ ਤੁਹਾਡੇ ਨਾਲ ਵੀ ਇੱਦਾਂ ਹੋਇਆ, ਕੋਈ ਪੇਰੈਂਟਸ ਵਗੈਰਾ ਆਏ ਹੈ ਤੁਹਾਡੇ ਕੋਲ ਕਿ ਵੀ ਸਾਡੇ ਬੱਚੇ ਦਾ ਵਿਆਹ ਕਰ ਦਿਓ ਜਾਂ ਬੱਚੀ ਦਾ ਵਿਆਹ ਕਰ ਦਿਓ, ਪਰ ਉਹ ਰਾਜੀ ਨਹੀਂ ਹੈ, ਉਹ ਦੋਵੇਂ ਉੱਥੇ ਬੈਠੇ ਹੋਏ ਆ ਤੇ ਤੁਸੀਂ ਸੋਚ ਰਹੇ ਵੀ ਹੁਣ ਕਿੱਦਾਂ ਸਟਾਰਟ ਕਰਨਾ, ਇਹਨਾਂ ਨੇ ਤਾਂ ਮੈਨੂੰ ਕਹਿਤਾ ਹੈਗਾ ਐਂਡ ਦੇ ਆਰ ਨਾਟ ਹੈਪੀ ਟੂ ਗੈਟ ਮੈਰਿਡ। ਉਸ ਟਾਈਮ 'ਤੇ ਤੁਸੀਂ ਫਿਰ ਬੱਚਿਆਂ ਦੀ ਸੁਣਦੇ ਹੋ ਕਿ ਪੇਰੈਂਟਸ ਦੀ ਗੱਲ ਸੁਣਦੇ ਹੋ ਵੀ ਹੁਣ ਕੀ ਕੀਤਾ ਜਾਏ? ਸੋ ਮੈਂ ਪੇਰੈਂਟਸ ਨੂੰ ਨਾ ਹੀ ਕਹਿੰਦੀ ਹਾਂ ਉਸ ਟਾਈਮ 'ਤੇ, ਕਿਉਂਕਿ ਪੇਰੈਂਟਸ ਜਿਹੜੇ ਆ, ਮੇਰੇ ਕੋਲ ਕਾਫੀ ਪੇਰੈਂਟਸ ਹੁੰਦੇ ਆ ਕਿ ਮੇਰੀ ਬੱਚੀ ਜਿਹੜੀ ਉਹ 25 ਦੀ ਹੋ ਗਈ ਜਾਂ 28 ਦੀ ਹੋ ਗਈ ਜਾਂ 32 ਦੀ ਹੋ ਗਈ। ਪਰ ਇਹ ਪੇਰੈਂਟਸ ਨੂੰ ਤਾਂ ਪਹਿਲੀ ਗੱਲ ਤਾਂ ਸਟ੍ਰੈਸ ਲੈਣੀ ਨਹੀਂ ਚਾਹੀਦੀ। ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਬੱਚੇ ਨੇ ਵਿਆਹ ਕਰਾਉਣਾ। ਜੇ ਤੁਹਾਡਾ ਬੱਚਾ ਇਕੱਲਾ ਵੀ ਰਹਿ ਕੇ ਖੁਸ਼ ਹੈਗਾ ਤਾਂ ਠੀਕ ਆ। ਵਿਆਹ ਇੱਕ ਬਹੁਤ ਵੱਡੀ ਕਮਿਟਮੈਂਟ ਆ, ਇੱਕ ਬੱਚਿਆਂ ਦੀ ਰਿਸਪੌਂਸਿਬਿਲਟੀ ਆ। ਤੁਸੀਂ, ਤੁਹਾਡੀ ਲਾਈਫ ਆਪਣੀ ਨਹੀਂ ਰਹਿ ਜਾਂਦੀ, ਕਿਸੇ ਹੋਰ ਦੀ ਹੋ ਜਾਂਦੀ ਹੈ। ਜੇ ਕੋਈ ਖੁਸ਼ ਆ ਤਾਂ ਉਹਨੂੰ ਖੁਸ਼ ਰਹਿਣ ਦਿਓ। ਸੋ ਇਸ ਲਈ ਮੈਂ ਤਾਂ ਪੇਰੈਂਟਸ ਨੂੰ ਕਹਿ ਦਿੰਦੀ ਹੁੰਦੀ ਹੈ ਕਿ ਮੈਂ ਪ੍ਰੋਫਾਈਲ ਜਿਹੜਾ ਤੁਹਾਡਾ 30 ਈਅਰ ਓਲਡ ਬੱਚਾ ਜਾਂ 28 ਈਅਰ ਓਲਡ ਬੱਚਾ, ਉਹਨੂੰ ਉਹੀ ਹੀ ਪ੍ਰੋਫਾਈਲ ਸਬਮਿਟ ਕਰੇਗਾ। ਹਾਂਜੀ, ਪਰ ਪੇਰੈਂਟਸ ਇਨਵੋਲਵ ਕਰੂੰਗੀ, ਇੱਦਾਂ ਨਹੀਂ ਕਿ ਮੈਂ ਬੱਚੇ ਦੇ ਨਾਲ ਹੀ ਗੱਲ ਕਰਨੀ ਆ,
ਪਰ ਮੈਨੂੰ ਪ੍ਰੋਫਾਈਲ ਚਾਹੀਦੀ ਹੈ ਉਹਨਾਂ ਦੇ ਬੱਚੇ ਦੇ ਥਰੂ। ਸੋ ਕੀ ਐਕਸਪੈਂਸਿਵ ਪ੍ਰੋਸੈਸ ਹੁੰਦਾ ਹੈ ਕੋਚਿੰਗ ਦਾ ਕਿ ਐਨੀਬਾਡੀ ਕੈਨ ਅਫੋਰਡ ਈਜ਼ੀਲੀ? ਸੋ ਬੇਸਿਕਲੀ ਮੈਚ ਮੇਕਿੰਗ ਦਾ ਪ੍ਰੋਸੈਸ ਜਿਹੜਾ ਹੈਗਾ ਉਹਦੇ 'ਚ ਡਿਫਰੈਂਟ ਸਟੇਜਸ ਹੁੰਦੀਆਂ ਨੇ, ਲਾਈਕ ਡਿਫਰੈਂਟ ਉਹਦੇ ਹੁੰਦੇ ਆ ਪੈਕੇਜਸ। ਸੋ ਇੱਕ ਤਾਂ ਹੁੰਦਾ ਹੈ ਕਿ ਤੁਸੀਂ ਪ੍ਰੋਫਾਈਲ ਸਬਮਿਟ ਕਰ ਦਿੰਦੇ ਹੋ, ਜੇ ਸਾਡੇ ਕੋਲ ਕੋਈ ਪ੍ਰੋਫਾਈਲ ਹੈਗੀ ਆ ਤਾਂ ਅਸੀਂ ਤੁਹਾਨੂੰ ਮੈਚ ਕਰ ਦਿੰਦੇ ਆ, ਦੈਟਸ ਫਾਈਨ। ਪਰ ਸਮ ਟਾਈਮ ਕੋਈ ਹਾਈ ਪ੍ਰੋਫਾਈਲਸ ਹੁੰਦੀਆਂ ਨੇ ਜਿਹੜਾ ਮੇਰਾ ਫੋਕਸ ਹੈਗਾ ਆ ਜ਼ਿਆਦਾ। ਸੋ ਜਿਹੜੇ ਲਾਈਕ ਪੀਪਲ ਪ੍ਰੋਫੈਸ਼ਨਲ ਪੀਪਲ ਹੈਗੇ ਨੇ, ਉਹਨਾਂ ਕੋਲ ਟਾਈਮ ਨਹੀਂ ਲੱਗਿਆ ਸੀ ਰਿਲੇਸ਼ਨਸ਼ਿਪ ਨੂੰ ਲੱਭਣ ਲਈ, ਜਾਂ ਉਹਨਾਂ ਕੋਲ ਆਪਣੀ ਜਿਹੜੀ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਸੀ ਵਿਆਹ ਦੇ ਵਿੱਚ ਉਹ ਡਿਵੋਰਸ ਹੋ ਗਿਆ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਦਿੱਤਾ ਗਿਆ ਹੈਗਾ। ਮੇਰਾ ਜ਼ਿਆਦਾ ਫੋਕਸ ਉਹਨਾਂ 'ਤੇ ਹੁੰਦਾ ਆ। So you got variety of people in a way. ਹਾਂਜੀ ਹਾਂਜੀ। ਸੋ ਜਿਹੜੇ ਤਾਂ ਕਹਿ ਲਓ ਕਿ ਜਿਹੜੇ ਬੱਚੇ 25 26 27 28 ਸਾਲ ਦੇ ਨੇ ਉਹਨਾਂ ਦਾ ਤਾਂ ਬਹੁਤ ਤੁਸੀਂ ਕੁਇਕਲੀ ਮੈਚ ਕਰ ਸਕਦੇ ਹੋ, ਪਰ ਜਿਹੜੇ ਇਹ ਪ੍ਰੋਬਲਮ 'ਚ ਲੰਘ ਚੁੱਕੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਪੜ੍ਹਨਾ ਪੈਂਦਾ, ਫਿਰ ਉਹਨਾਂ ਦਾ ਥੋੜ੍ਹਾ ਪੈਕੇਜ ਡਿਫਰੈਂਟ ਹੁੰਦਾ ਆ। ਸੋ ਏਜ ਕੰਸਰਨ ਅ ਲੋਟ ਇਜ਼ ਵੈਲ ਤੁਹਾਡੇ ਹਿਸਾਬ ਦੇ ਨਾਲ? ਹਾਂਜੀ, ਉਹਨਾਂ ਦੀ ਹਿਸਟਰੀ ਕੀ ਹੈਗੀ ਹੈ ਉਸ ਹਿਸਾਬ ਦੇ ਨਾਲ, ਐਂਡ ਇਟਸ ਐਕਸਪੈਂਸਿਵ, ਇਟਸ ਨੋਟ ਚੀਪ। ਓਕੇ, ਇੱਕ ਹੋਰ ਕੁਐਸਚਨ ਪੁੱਛਾਂਗੀ ਕਿ ਜਿਹੜੇ ਸਾਡੇ ਵਿਊਅਰਸ ਦੇਖ ਰਹੇ ਨੇ ਇਸ ਟਾਈਮ ਤੇ ਜਿਨ੍ਹਾਂ ਨੇ ਕੋਚ ਲੈਣੀ ਹੈਗੀ ਹੈ ਜਾਂ ਰਿਲੇਸ਼ਨਸ਼ਿਪ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਤੇ ਉਹਨਾਂ ਨੂੰ ਕੀ ਕੁਆਲਿਟੀ ਇੱਕ ਕੋਚਿੰਗ ਦੇ ਵਿੱਚ ਦੇਖਣੀ ਚਾਹੀਦੀ ਹੈ, ਉਹਦੇ 'ਚ ਕੀ ਕੁਆਲਿਟੀਆਂ ਹੋਣ, ਜਾਂ ਤੁਸੀਂ ਆਪਣੀ ਕੁਆਲਿਟੀਜ਼ ਸਾਨੂੰ ਦੱਸ ਦਿਓ। ਸੋ ਮੇਰੇ ਖਿਆਲ 'ਚ ਤਾਂ ਪਰਸਨਲ ਐਕਸਪੀਰੀਅੰਸ ਜਿਹੜੇ ਕੋਚ ਦਾ ਨਹੀਂ ਹੋਇਆ ਹੈਗਾ ਉਹ ਰਿਲੇਸ਼ਨਸ਼ਿਪ ਕੋਚਿੰਗ ਉਹਨੂੰ ਕਰਨੀ ਨਹੀਂ ਚਾਹੀਦੀ ਮੇਰੇ ਖਿਆਲ ਦੇ ਵਿੱਚ ਤਾਂ। ਸੋ ਪਰਸਨਲ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ। ਤੁਸੀਂ ਕਿਸੇ ਨੂੰ ਨਹੀਂ ਸਮਝਾ ਸਕਦੇ ਜੇ ਤੁਸੀਂ ਖੁਦ ਨਹੀਂ ਗੁਜ਼ਰੇ ਹੈਗੇ ਉਹਦੇ ਵਿੱਚੋਂ। ਸੋ ਜਿਹੜੀ ਰਿਲੇਸ਼ਨਸ਼ਿਪ ਕੋਚਿੰਗ ਦੀ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਬਹੁਤ ਡਿਫਰੈਂਟ ਤਰ੍ਹਾਂ ਦੇ ਲਾਈਕ ਗਰੁੱਪ ਕੋਚਿੰਗ ਪ੍ਰੋਗਰਾਮ ਆ ਜਾਂਦੇ ਨੇ, ਉਹਦੇ ਵਿੱਚ 1-to-1 ਕੋਚਿੰਗ ਵੀ ਆ ਜਾਂਦੀ ਹੈ। ਪਰ ਤੁਸੀਂ ਉਹ ਕੋਚ ਲੱਭੋ ਕਿ ਜਿਹੜਾ ਖੁਦ ਉਹਦੀ ਕੋਈ ਆਪਣੀ ਸਟੋਰੀ ਹੈਗੀ ਹੈ ਐਂਡ ਉਹ ਹੈਪੀਲੀ ਫਰੀਡਮ ਦੇ ਨਾਲ ਉਹ ਆਪਣੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ। ਮੇਰੀ ਖੁਦ ਰਿਲੇਸ਼ਨਸ਼ਿਪ, ਮੈਂ ਇੰਡੀਆ ਤੋਂ ਆਈ ਸੀ, ਮੇਰੇ ਹਸਬੈਂਡ ਇੱਥੇ ਬੋਰਨ ਹੋਏ ਸੀ, ਉਹਨਾਂ ਦਾ ਮਾਈਂਡਸੈਟ ਸੀ ਜਿੱਦਾਂ ਕਿ ਉਹ ਹਸਬੈਂਡ ਨੇ, ਮੈਂ ਵਾਈਫ ਆ, ਉਹ ਇਕੱਲੇ ਬੱਚੇ ਸੀਗੇ ਆਪਣੀ ਮਾਂ ਦੇ, ਸੋ ਕਾਫੀ ਅਟੈਚਮੈਂਟ ਸੀ, ਮੇਰੀ ਜਗ੍ਹਾ ਨਹੀਂ ਹੈਗੀ ਸੀ ਫੈਮਿਲੀ ਦੇ ਵਿੱਚ, ਪਰ ਮੈਂ ਹਿੰਮਤ ਨਹੀਂ ਛੱਡੀ, ਸੋ ਮੈਂ ਹੌਲੀ ਹੌਲੀ ਆਪਣੀ ਜਗ੍ਹਾ ਬਣਾ ਲਈ। ਖਾਲੀ ਥਾਂ ਭਰ ਜਾਂਦਾ ਹੈਗਾ ਹੈ, ਬਟ ਫਿਰ ਵੀ ਆਈ ਥਿੰਕ ਮਨਿੰਦਰ ਨੇ ਜਿੱਦਾਂ ਦੱਸਿਆ ਕਿ ਰਿਲੇਸ਼ਨਸ਼ਿਪ ਜਿਹੜੀ ਸਾਡੇ ਰਿਸ਼ਤੇ ਹੁੰਦੇ ਆ ਬੜੇ ਨਾਜ਼ੁਕ ਹੁੰਦੇ ਨੇ ਐਂਡ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੁੰਦੀ ਹੈ ਪਿਆਰ ਦੀ। ਜਿੱਦਾਂ ਅਸੀਂ ਕਿਸੇ ਪੇੜ ਨੂੰ ਕਹਿ ਲਓ ਵੀ ਪਾਣੀ ਦਿੰਦੇ ਆ, ਨਿਊਰਿਸ਼ ਕਰਦੇ ਆ, ਇੱਦਾਂ ਹੀ ਹਰ ਚੀਜ਼ ਜਿਹੜੀ ਹੈ ਰਿਲੇਸ਼ਨਸ਼ਿਪ ਦੇ ਵਿੱਚ ਵੀ ਬਹੁਤ ਮਾਇਨੇ ਰੱਖਦੀ ਹੈਗੀ ਹੈ। ਤੇ ਨਾਲੇ ਇਹ ਕਹਿ ਸਕਦੇ ਸ਼ਾਦੀ ਕਾ ਲੱਡੂ ਐਸਾ ਜੋ ਖਾਏ वो भी पछताए, जो ना खाए वो भी पछताए। सो रिलेशनशिप ਇਹੋ ਜੀ ਇੱਕ ਸਾਡੀ ਹੈਗੀ ਆ ਸਾਡੇ ਏਸ਼ੀਅਨ ਕਲਚਰ 'ਚ ਕਹਿ ਲਓ ਵੀ ਇਹਦੀ ਸਾਨੂੰ ਹਮੇਸ਼ਾ ਲੋੜ ਪੈਂਦੀ ਹੈ ਤੇ ਰਾਈਟ ਰਿਲੇਸ਼ਨਸ਼ਿਪ ਕਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਜੋ ਮਨਿੰਦਰ ਨੇ ਅੱਜ ਸਾਡੇ ਨਾਲ ਸਾਂਝੀ ਕੀਤੀ ਗੱਲਬਾਤ। ਤੇ ਧੰਨਵਾਦ ਕਰਨਾ ਚਾਹਾਂਗੇ ਮਨਿੰਦਰ, ਥੈਂਕ ਯੂ ਸੋ ਮਚ ਫॉर ਕਮਿੰਗ ਟੂ ਕਾਸ਼ੀ ਟੀਵੀ। ਕੋਈ ਮੈਸੇਜ ਅਗਰ ਤੁਸੀਂ ਦੇਣਾ ਚਾਹੋ ਤਾਂ ਪਲੀਜ਼ ਗਿਵ ਇਟ, ਕੋਈ ਮੈਸੇਜ ਸਾਡੇ ਵਿਊਅਰਸ ਲਈ ਦਿਓ। ਬਸ ਮੈਂ ਇਹੀ ਤੁਹਾਨੂੰ ਦੱਸੂੰਗੀ ਕਿ ਇਹ ਜਿਹੜਾ ਵਿਆਹ, ਰਿਸ਼ਤੇ, ਨਾਤੇ ਇਹ ਬਹੁਤ ਹੀ ਵਧੀਆ ਚੀਜ਼ ਆ, ਇਹਨੂੰ ਥੋੜਾ ਡੀਪਲੀ ਸੋਚੋ ਕਿ ਇਹ ਕਿਉਂ ਬਣੇ ਹੋਏ ਆ, ਐਂਡ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਪੇਰੈਂਟਸ ਦਾ ਇਕੱਠੇ ਰਹਿਣਾ ਕਿੰਨਾ ਜ਼ਿਆਦਾ ਇੰਪੋਰਟੈਂਟ ਹੈਗਾ ਆ। ਸੋ ਤੁਸੀਂ ਦੇਖੋ ਕਿ ਤੁਸੀਂ ਦੋਨਾਂ ਨੇ ਸੈਪਰੇਟ ਹੀ ਹੋਣਾ ਆ ਇੱਕ ਦੂਜੇ ਤੋਂ, ਲਾਈਕ ਤੁਸੀਂ ਤੁਹਾਡੇ ਦੋਨਾਂ ਦੇ ਵਿੱਚ ਡਿਫਰੈਂਸ ਹੀ ਹੋਣੇ ਨੇ, ਪਰ ਹੌਲੀ ਹੌਲੀ ਤੁਸੀਂ ਇੱਕ ਦੂਜੇ ਨਾਲ ਕਿੱਦਾਂ ਕਲੋਜ਼ ਹੋ ਸਕਦੇ ਹੋ। ਸੋ ਪਿਆਰ ਆਪਣੇ ਨਾਲ ਵੀ ਕਰੋ ਤੇ ਜਿਹੜੇ ਤੁਹਾਡੇ ਨਾਲ ਰਹਿੰਦੇ ਉਹਨਾਂ ਨਾਲ ਵੀ ਕਰੋ। ਇੱਕ ਲਾਸਟ ਕੁਐਸਚਨ ਜੋ ਕਿ ਮੈਂ ਪੁੱਛਣਾ ਚਾਹਾਂਗੀ, ਸਾਡਾ ਰਹਿ ਗਿਆ ਹੈ ਨਾ, ਇਫ ਵਿਊਅਰਸ ਨੀਡ ਹੈਲਪ ਵਿਦ ਰਿਲੇਸ਼ਨਸ਼ਿਪ ਕੋਚਿੰਗ ਵੇਅਰ ਵਿਲ ਦੇ ਫਾਈਂਡ ਯੂ, ਕਿਸ ਤਰੀਕੇ ਦੇ ਨਾਲ? ਸੋ ਮੇਰਾ ਤਾਂ ਕਾਫੀ ਈਜ਼ੀ ਹੈ ਲੱਭਣਾ, ਮੇਰਾ ਵੈਬਸਾਈਟ ਜਿਹੜਾ ਹੈਗਾ maninderbains.com ਆ, ਤਾਂ ਇੰਸਟਾਗ੍ਰਾਮ, ਫੇਸਬੁੱਕ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਲਵ ਗਾਈਡ ਮੈਨੀ। ਸੋ ਲਵ ਗਾਈਡ ਮੀਨਸ ਆਪਣੇ ਆਪ ਨਾਲ ਪਿਆਰ ਕਰਨਾ, ਸੈਲਫ ਲਵ, ਤੇ ਸੋ ਦੈਟਸ ਇਟ, ਲਵ ਗਾਈਡ ਮੈਨੀ। ਸੋ ਤੁਹਾਡਾ ਇੰਸਟਾਗ੍ਰਾਮ ਤੇ ਵੀ ਹੈਗਾ, ਤੁਸੀਂ ਫੇਸਬੁੱਕ ਤੇ ਵੀ ਹੈਗੇ ਹੋ, ਐਂਡ ਤੁਹਾਡੀ ਵੈਬਸਾਈਟ ਵੀ ਹੈਗੀ? ਹਾਂਜੀ, ਮੈਂ ਇੰਸਟਾਗ੍ਰਾਮ ਤੇ ਮੇਰਾ ਮੇਨ ਪਲੇਟਫਾਰਮ ਆ ਜਿਹਦੇ ਉੱਤੇ ਮੈਂ ਬਹੁਤ ਐਕਟਿਵ ਹੈਗੀ ਆ। ਤੁਸੀਂ ਮੇਰੀਆਂ ਡੇਲੀ ਪੋਸਟ ਦੇ ਸਕਦੇ ਹੋ, ਮੇਰੀਆਂ 15 ਸੈਕਿੰਡਸ ਰੀਲਸ ਨੇ, ਉਹਦੇ ਤੇ IGTV ਨੇ, ਐਂਡ ਫਿਰ ਅਸੀਂ ਉੱਤੇ ਇਵੈਂਟਸ ਵਗੈਰਾ ਲਾਉਂਦੇ ਆ। ਸੋ ਇੱਦਾਂ ਕੋਈ ਨਾ ਕੋਈ ਇਵੈਂਟਸ, ਫ੍ਰੀ ਵਰਕਸ਼ਾਪਸ ਕਰਦੇ ਹੈਗੇ ਆ, ਤੁਸੀਂ ਕਾਫੀ ਫ੍ਰੀ ਰਿਸੋਰਸਿਸ ਹੈਗੇ ਨੇ। ਸੋ ਫ੍ਰੀ ਰਿਸੋਰਸਿਸ ਜੇਕਰ ਤੁਸੀਂ ਲੈਣਾ ਚਾਹੋ, ਨਾਟ ਜਸਟ ਔਨ ਰਿਲੇਸ਼ਨਸ਼ਿਪ ਐਂਡ ਅਦਰ ਜਿਹੜੇ ਹੈਗੇ ਪਰਸਨਲ ਕੋਚਿੰਗ ਦੇ ਵੀ ਤੁਸੀਂ ਦਿੰਦੇ ਹੋ, ਤੇ ਮੈਡੀਟੇਸ਼ਨ ਦੇ ਵੀ ਮੈਂ ਦੇਖਿਆ ਕਿ ਮੈਨੇ ਜਿਹੜੇ ਹੈ ਐਕਸਰਸਾਈਜ਼ ਵਗੈਰਾ ਵੀ ਕਰਾਉਂਦੇ ਹੈਗੇ ਵਿੱਚ ਮਾਈਂਡਫੁਲਨੈਸ ਕੋਚਿੰਗ। ਐਂਡ ਇੱਕ ਹੋਰ ਲਾਸਟ ਕੁਐਸਚਨ ਮੈਨੀ ਜੋ ਕਿ ਤੁਹਾਡੀ ਬੁੱਕ ਦੇ ਬਾਰੇ ਹੈ।
ਯਾ ਸੋ ਮੈਂ ਇੱਕ ਆਪਣੀ ਬੁੱਕ ਕੰਪਲੀਟ ਕੀਤੀ ਆ ਜਿਹਦੇ ਵਿੱਚ ਮੈਂ ਆਪਣੀ ਹੀ ਸਟੋਰੀ ਨਹੀਂ ਮੇਰੀ ਹੈਗੀ, ਪਰ ਜਿਹੜੀ ਮੇਰੀ ਆਪਣੀ ਪਰਸਨਲ ਗਰੋਥ ਜਿਹੜੀ ਹੈਗੀ ਉਹਦੇ ਬਾਰੇ ਮੈਂ ਮੈਂਸ਼ਨ ਕੀਤਾ। ਇਹ ਬੁੱਕ ਦਾ ਨਾਮ ਹੈਗਾ ਵਨ ਸਟੈਪ ਐਟ ਅ ਟਾਈਮ। ਸੋ ਮੇਰਾ ਮਕਸਦ ਹੈਗਾ ਆ ਕਿ ਤੁਹਾਨੂੰ ਤੁਸੀਂ ਆ ਸਟੇਜ ਜਿਹੜੀ ਤੇ ਆਏ ਹੋ ਇਹਨੂੰ ਥੋੜਾ ਅੰਡਰਸਟੈਂਡ ਕਰੋ। ਪਹਿਲਾਂ ਤੁਸੀਂ ਬੱਚੇ ਹੋ, ਫਿਰ ਤੁਸੀਂ ਸਕੂਲ 'ਚ ਗਏ ਸੀ, ਫਿਰ ਤੁਹਾਡੀ ਮੈਰਿਜ ਹੋ ਗਈ ਆ। ਉਹ ਤੁਸੀਂ ਜਿਹੜੀ ਵੀ ਸਟੇਜ ਦੇ ਉੱਪਰ ਹੈਗੇ ਥੋੜਾ ਜਿਹਾ ਉਹਨੂੰ ਅੰਡਰਸਟੈਂਡ ਕਰੋ। ਤੁਹਾਡਾ ਲੜਾਈ ਝਗੜਾ ਹੋ ਰਿਹਾ, ਕਿਉਂ ਹੋ ਰਿਹਾ, ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਹੁਣ ਲਾਈਕ ਲੜਾਈ ਝਗੜੇ 'ਚੋਂ ਨਿਕਲਣਾ ਚਾਹੁੰਦੇ ਹੋ, ਕਿਉਂ ਨਿਕਲਣਾ ਚਾਹੁੰਦੇ ਹੋ, ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਸੋ ਕੋਈ ਵੀ ਜਿਹੜੀ ਤੁਹਾਡੀ ਲਾਈਫ ਆ, ਟੇਕ ਵਨ ਸਟੈਪ ਐਟ ਅ ਟਾਈਮ। ਟਰਾਈ ਇੱਦਾਂ ਨਾ ਸੋਚੋ ਕਿ ਹੁਣ ਮੈਂ ਇੱਕਦਮ ਇਹਦੇ 'ਚੋਂ ਨਿਕਲ ਜਾਂ ਮੈਂ ਇੱਕਦਮ ਕੋਈ ਵੀ ਚੀਜ਼ ਜਿਹੜੀ ਉਹਨੂੰ ਰਸ਼ ਨਾ ਕਰੋ ਹੈਗਾ। ਤੁਹਾਡੀ ਰੂਹ ਜਿਹੜੀ ਹੈ, ਆਤਮਾ, ਉਹ ਐਕਸਪੀਰੀਅੰਸ ਕਰਨ ਲਈ ਆਈ ਹੈ। ਕਹਿੰਦੇ ਆ ਨਾ ਲਾਈਕ ਆਮ ਸਪਿਰਿਚੁਅਲ ਬੀਇੰਗ ਐਕਸਪੀਰੀਐਂਸਿੰਗ ਹਿਊਮਨ ਲਾਈਫ ਹੈ ਨਾ। ਸੋ ਤੁਸੀਂ ਹਿਊਮਨ ਲਾਈਫ ਐਕਸਪੀਰੀਅੰਸ ਸਪਿਰਿਚੁਅਲ ਐਕਸਪੀਰੀਐਂਸਿੰਗ ਹਿਊਮਨ ਲਾਈਫ ਹੈ ਨਾ। ਸੋ ਤੁਸੀਂ ਐਕਸਪੀਰੀਅੰਸ ਕਰਨ ਲਈ ਆਏ ਹੋ ਤਾਂ ਫਿਰ ਚੰਗੀ ਤਰ੍ਹਾਂ ਐਕਸਪੀਰੀਅੰਸ ਕਰੋ। ਪੂਰੀ ਪ੍ਰੈਕਟੀਕਲ ਐਂਡ ਨਹੀਂ ਤੇ ਤੁਸੀਂ ਉਹ ਕਹਿੰਦੇ ਜਿਹੜਾ ਹੈਡ ਲੈਸ ਚਿਕਨ ਹੁੰਦਾ ਉਹਦੀ ਤਰ੍ਹਾਂ ਤੁਸੀਂ ਐਵੇਂ ਘੁੰਮੀ ਜਾਓਗੇ। ਉਹੀ ਰਿਸ਼ਤੇ ਨਾਤੇ, ਉਹੀ ਪ੍ਰੋਬਲਮਸ, ਉਹੀ ਕੰਮ ਨਹੀਂ ਚੱਲਦੇ। ਕੋਈ ਵੀ ਚੀਜ਼ ਤੁਸੀਂ ਲਾ ਲਓ, ਬਿਜ਼ਨਸ ਲਾ ਲਓ, ਰਿਲੇਸ਼ਨਸ਼ਿਪ ਲਾ ਲਓ, ਉਹ ਫਿਰ ਬਾਅਦ ਵਿੱਚ ਉਹਦੇ ਵਿੱਚ ਹੀ ਘੁੰਮੀ ਜਾਓਗੇ ਜੇ ਤੁਸੀਂ ਨਹੀਂ ਕਰੋਗੇ। ਤੁਹਾਡੀ ਫਰਸਟ ਬੁੱਕ ਹੈ ਮੈਨੇ ਹੈ? ਹਾਂਜੀ, ਇਹ ਮੇਰੀ ਫਰਸਟ ਬੁੱਕ ਆ। ਤੇ ਕਦੋਂ ਆ ਰਹੀ ਹੈ? ਸੋ ਅਜੇ ਫਾਈਨਲ ਡੇਟ ਨਹੀਂ ਮਿਲੀ ਹੈਗੀ, ਪਰ ਵੀ ਆਰ ਹੋਪਿੰਗ ਬਾय ਐਂਡ ਆਫ ਦਿਸ ਈਅਰ। ਨਾਮ ਵਗੈਰਾ ਕੋਈ one step at a time, one step at a time as you mentioned। ਹਾਂਜੀ। ਸੋ ਇੱਕ ਕਹਿੰਦੇ ਆ ਕਿ ਕਦਮ ਚੁੱਕ ਕੇ ਹਨਾ, ਤੇ ਅਸੀਂ ਆਪਣੀ ਰਿਲੇਸ਼ਨਸ਼ਿਪ ਦੇ ਬਾਰੇ ਹੈਗੀ ਹੈ ਮੇਨਲੀ। ਇਹ ਪਰਸਨਲ ਗਰੋਥ ਦੇ ਬਾਰੇ ਵਿੱਚ ਆ, ਕਿਉਂਕਿ ਜਿਹੜਾ ਕਿ ਮੇਰਾ ਫਰਸਟ ਟੌਪਿਕ ਆ। ਤੁਸੀਂ ਕੋਈ ਵੀ ਰਿਲੇਸ਼ਨਸ਼ਿਪ ਪਰਸਨ ਮੇਰੇ ਕੋਲ, ਜਾਂ ਤੁਸੀਂ ਮੈਚ ਮੇਕਿੰਗ ਲਈ ਆਉਂਦੇ ਹੋ, ਰਿਲੇਸ਼ਨਸ਼ਿਪ ਲਈ ਆਉਂਦੇ ਹੋ, ਸਭ ਤੋਂ ਪਹਿਲਾਂ ਮੈਂ ਤੁਹਾਡੀ ਦੇਖਣਾ ਕਿ ਤੁਸੀਂ ਪਰਸਨਲੀ ਕਿੰਨੇ ਕੁ ਸਟਰੋਂਗ ਹੈਗੇ ਹੋ। ਸੋ ਉਹ ਪਰਸਨਲ ਗਰੋਥ ਦੇ ਬਾਰੇ ਦੇ ਵਿੱਚ ਹੀ ਹੈਗਾ। ਤੇ ਅਸੀਂ ਤੁਹਾਨੂੰ ਕੰਗ੍ਰੈਚੁਲੇਸ਼ਨ ਕਹਿਣਾ ਚਾਹਾਂਗੇ ਕਿ ਦੈਟਸ ਰੀਲੀ ਨਾਈਸ। ਫਸਟ ਟਾਈਮ ਜਦੋਂ ਮਿਲੇ ਸੀ ਉਦੋਂ ਵੀ ਪਰਸਨਲ ਕੋਚਿੰਗ ਦੇ ਬਾਰੇ ਸੀਗੇ। ਸੋ ਫਸਟ ਬੁੱਕ ਜਿਹੜੀ ਹੈ ਤੁਹਾਡੀ ਬੇਸਡ ਔਨ ਪਰਸਨਲ ਕੋਚਿੰਗ ਇਸ ਵਾਰ। ਸੋ ਰੀਲੀ ਪ੍ਰਾਊਡ ਆਫ ਯੂ ਐਕਚੁਅਲੀ। ਥੈਂਕ ਯੂ ਸੋ ਮਚ। ਤੁਸੀਂ ਬਹੁਤ ਕੁਝ ਅਚੀਵ ਕੀਤਾ ਐਂਡ ਰੀਸੈਂਟਲੀ ਵਾਟ ਯੂ ਬੀਨ ਥਰੂ ਐਂਡ ਯੂ ਕਮ ਆਊਟ ਸਟੈਪ ਬਾਈ ਸਟੈਪ ਇਸ ਵੈਲ। ਸੋ ਆਈ ਐਮ ਸੋ ਪ੍ਰਾਊਡ ਆਫ ਯੂ। ਆਈ ਐਮ ਸ਼ੋਰ ਕਿ ਜਿੱਥੇ ਵੀ ਤੁਹਾਡੇ ਪੇਰੈਂਟਸ ਨੇ ਉਹ ਤੁਹਾਨੂੰ ਬਲੈਸਿੰਗ ਦੇ ਰਹੇ ਹੋਣੇ ਇਸ ਟਾਈਮ ਤੇ। ਸੋ ਥੈਂਕ ਯੂ। ਸਾਨੂੰ ਹਮੇਸ਼ਾ ਅੱਗੇ ਵਧਣਾ ਚਾਹੀਦਾ ਜੀਵਨ ਦੇ ਵਿੱਚ। ਅਸੀਂ ਕਦੇ ਇੱਕ ਜਗ੍ਹਾ ਤੇ ਫਿਕਸ ਨਹੀਂ ਹੋ ਸਕਦੇ। ਜੇ ਫਿਕਸ ਹੋਵਾਂਗੇ ਤੇ ਫਿਰ ਅਸੀਂ ਆਪਣੇ ਆਪ ਨਾਲ ਹੀ, ਜਿੱਦਾਂ ਕਹਿੰਦੇ, ਕੁਝ ਤੁਸੀਂ ਆਪਣੇ ਮਨ ਨੂੰ, ਆਪਣੇ ਵਿਚਾਰਾਂ ਨੂੰ, ਕਿਸੇ ਚੀਜ਼ ਨੂੰ, ਆਪਣੇ ਜੀਵਨ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ। ਤੁਹਾਡਾ ਜੀਵਨ ਜਾਂ ਉੱਪਰ ਜਾਊਗਾ ਜਾਂ ਥੱਲੇ ਨੂੰ ਜਾਊਗਾ। ਸੋ ਕੋਸ਼ਿਸ਼ ਕਰੋ ਕਿ ਜਿੱਥੇ ਵੀ ਹੈਗੇ ਹੋ ਉਹਨੂੰ ਐਕਸੈਪਟ ਕਰੀ ਜਾਓ, ਅੱਗੇ ਵਧੀ ਜਾਓ, ਐਕਸੈਪਟ ਕਰੀ ਜਾਓ, ਅੱਗੇ ਵਧੀ ਜਾਓ। ਜਿੰਨਾ ਵੀ ਲਰਨ ਕਰ ਸਕਦੇ ਹੋ ਲਰਨ ਕਰੀ ਜਾਓ ਬਸ। ਲਰਨਿੰਗ ਨੈਵਰ ਸਟਾਪ। ਹਾਂਜੀ, ਇਹਦੇ ਨਾਲ ਹੀ ਸਾਡਾ ਅੱਜ ਦਾ ਹੈਲਥ ਟਾਕ ਸਮਾਪਤ ਹੁੰਦਾ ਹੈ। ਤੇ थैंक यू सो मच मैनी वंस अगेन फॉर कमिंग टू काशी टीवी। मैं अकेला ही चला था सफ़र पर और लोग मिलते गए, काफिला बनता गया। जय गुरुदेव।